ਸਤਿਨਾਮ ਸ਼੍ਰੀ ਵਾਹਿਗੁਰੂ ਜੀਓ। ਹਜ਼ੂਰ ਦਾ ਪੰਜਾਬ ਨੂੰ ਮੁੜਨਾ। ਕਟਕ ਸ਼ਹਿਰ ਮੈਦਾਨਾਂ, ਪਹਾੜਾਂ, ਸਮੁੰਦਰਾਂ ਤੱਕ ਜਗਨਨਾਥਪੁਰੀ ਮਹਾਰਾਜ ਪਹੁੰਚੇ। ਕੁਝ ਮਹੀਨੇ ਨਾਮ ਬਾਣੀ ਦਾ ਉਪਦੇਸ਼ ਦੇ ਕੇ ਪਿੱਛੇ ਮੁੜੇ ਤੇ ਜਗਨਨਾਥ ਤੋਂ ਕਟਕ ਸ਼ਹਿਰ ਆਏ। ਭੈਰੋਂ ਦੇ ਮੰਦਰ ਦਾ ਜਿਹੜਾ ਪੁਜਾਰੀ ਸੀ ਉਹਦੇ ਨਾਲ ਚਰਚਾ ਹੋਈ ਤੇ ਪੁਜਾਰੀ ਨੇ ਆਪਣੀ ਸ਼ਕਤੀ ਦੱਸਣ ਲਈ ਅੱਗ ਦਾ ਮੀਂਹ ਬਰਸਾਇਆ। ਪਾਤਸ਼ਾਹ ਡੋਲ ਬੈਠੇ ਦੇਖਦੇ ਰਹੇ। ਅੰਤ ਨੂੰ ਪੁਜਾਰੀ ਦਾ ਜਦੋਂ ਬਲ ਨਾ ਚੱਲਿਆ, ਹਜ਼ੂਰ ਤੋਂ ਖਿਮਾ ਮੰਗੀ, ਭੁੱਲ ਬਖਸ਼ਾਈ ਤੇ ਮਹਾਰਾਜ ਨੂੰ ਪੁਜਾਰੀ ਨੂੰ ਨਾਮ ਸਿਮਰਨ ਦਾ ਉਪਦੇਸ਼ ਬਖਸ਼ਿਆ। ਇਹਨਾਂ ਨਾਟਕੀਆਂ ਚਿੱਟੀਆਂ 'ਚ ਕੁਝ ਨਹੀਂ, ਸੰਗਤ ਦੀ ਸੇਵਾ ਕਰਨੀ ਠੀਕ ਹੈ। ਜਿਹੜਾ ਹੈ ਤਰ੍ਹਾਂ ਲੋਕਾਂ ਨੂੰ ਦਿਖਾ ਕੇ ਡਰਾ ਕੇ ਪੂਜਾ ਕਰਾਉਣੀ, ਇਹ ਸਹੀ ਨਹੀਂ ਹੈਗਾ। ਇੱਥੇ ਮਹਾਰਾਜ ਨੇ ਫਿਰ ਦਾਤਣ ਕਰਕੇ ਗੱਡੀ ਉਹ ਬ੍ਰਿਕਸ਼ ਰੂਪ ਵਿੱਚ ਸੁਭਾਇਮਾਨ ਹੈ। ਫਿਰ ਪਾਤਸ਼ਾਹ ਕਟਕ ਤੋਂ ਚੱਲਦੇ ਕਈ ਨਗਰਾਂ ਦਾ ਔਰ ਵਿਚਰਦੇ ਹੋਏ ਸੰਗਤਾਂ ਦੀ ਕਲਿਆਣ ਕਰਦੇ। ਆਗਰੇ ਸ਼ਹਿਰ ਆ ਗਏ। ਮਾਈ ਜੱਸੀ ਸੀ, ਉਹ ਸ਼੍ਰੀ ਰਾਮ ਚੰਦਰ ਜੀ ਦੀ ਮੂਰਤੀ ਦੀ ਪੂਜਾ ਕਰਦੀ ਸੀ। ਬੀਣਾ ਵਜਾ ਕੇ ਮੀਰਾ ਮਾਈ ਵਾਂਗੂ ਭਜਨ ਗਾਉਂਦੀ ਹੁੰਦੀ ਸੀ ਤੇ ਸਾਧੂ ਸੰਤਾਂ ਦੀ ਵੀ ਸੰਗਤ ਕਰਦੀ ਸੀ। ਤੇ ਜਦੋਂ ਉਹਨੂੰ ਪਤਾ ਲੱਗਾ ਮਹਾਰਾਜ ਦਰਸ਼ਨਾਂ ਵਾਸਤੇ ਆਈ ਤੇ ਹਜ਼ੂਰ ਮਹਾਰਾਜ ਦੀ ਕੋਈ ਦਿਨ ਆਪਣੇ ਘਰ ਰੱਖ ਕੇ ਸੇਵਾ ਕੀਤੀ। ਮਹਾਰਾਜ ਨੇ ਕਿਹਾ ਵੀ ਮੂਰਤੀ ਪੂਜਾ ਛੱਡ ਕੇ ਇੱਕ ਨਿਰੰਕਾਰ ਦੇ ਸਿਮਰਨ ਜੁੜਿਆ ਕਰ। ਜਿੱਥੇ ਮਹਾਰਾਜ ਨੇ ਚਰਨ ਪਾਇਆ ਉਹ ਮਾਈ ਫਿਰ ਨਿਰਗੁਣ ਦੀ ਉਪਾਸਕ ਹੋ ਗਈ। ਤਾਂ ਜੋ ਮਾਈ ਥਾਨ ਕਰਕੇ ਸਥਾਨ ਪ੍ਰਸਿੱਧ ਹੈ। ਇੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਵੀ ਚਰਨ ਪਾਏ ਹਨ। ਬੜਾ ਸੁੰਦਰ ਗੁਰਦੁਆਰਾ ਬਣਿਆ ਹੋਇਆ। ਰਖੇਲਖੰਡ 'ਚ ਮਹਾਰਾਜ ਗਏ। ਉੱਥੇ ਲੋਕ ਗੁਲਾਮ ਰੱਖਦੇ ਸੀ, ਉਹਨਾਂ ਨੂੰ ਚੰਗਾ ਖਾਣ ਪੀਣ ਨੂੰ ਨਹੀਂ ਦੇਣਾ। ਗਰੀਬ ਲੋਕਾਂ ਦੇ ਉੱਤੇ ਬੜਾ ਜ਼ੁਲਮ ਕਰਦੇ ਸੀ। ਇੱਥੇ ਮਹਾਰਾਜ ਨੇ ਆਪਣੇ ਕਿਰਪਾ ਕੀਤੀ ਹੈ ਔਰ ਬਰੇਲੀ, ਬਦਾਯੂ ਆਦਿਕ ਜਿਹੜੇ ਜ਼ਿਲ੍ਹੇ ਆ, ਇਹਨਾਂ ਦੇ ਜਿਹੜੇ ਰਹਿਣ ਵਾਲੇ ਰਹੇਲੇ ਅਖਾਉਂਦੇ ਆ, ਉਹ ਫਿਰ ਬੰਦਿਆਂ ਨੂੰ ਗੁਲਾਮ ਬਣਾ ਕੇ ਉਹਨਾਂ ਨੂੰ ਖਰੀਦਣਾ, ਵੇਚਣਾ, ਇਸ ਤਰ੍ਹਾਂ ਦੇ ਕੰਮ ਕਰਦੇ ਸੀ। ਤੇ ਮਹਾਰਾਜ ਆਪ ਰਹੇਲੇ ਹਾਂਜੀ ਸਰਦਾਰ ਕੋ ਗਏ ਤੇ ਭਾਈ ਹਰਾ ਗੁਰੂ ਦੇ ਸਿੱਖ ਦੀ ਵੀ ਹਾਂਜੀ ਬੇਥਿਆ ਸੀ, ਗੁਲਾਮ ਸੀ। ਹਾਂਜੀ ਉਹਦੀਆਂ ਦਿਨ ਰਾਤ ਦੀਆਂ ਅਰਦਾਸਾਂ ਸੁਣ ਕੇ ਪਾਤਸ਼ਾਹ ਹਾਂਜੀ ਭਾਈ ਹਰੇ ਦਾ ਜਿਹੜਾ ਮਾਲਕ ਰਹੇਲਾ ਸੀ ਗਏ ਤੇ ਸੱਚੇ ਪਾਤਸ਼ਾਹ ਨੇ ਉਹਦੇ ਘਰ ਰਹਿ ਕੇ ਉਹਨੂੰ ਨਾਮ ਬਾਣੀ ਦਾ ਉਪਦੇਸ਼ ਦਿੱਤਾ। ਇਹ ਜਿੰਨੇ ਗੁਲਾਮ ਸੀ ਸਾਰਿਆਂ ਨੂੰ ਆਜ਼ਾਦ ਕਰਾਇਆ। ਪਰ ਗਰੀਬਾਂ 'ਤੇ ਜ਼ੁਲਮ ਨਹੀਂ ਕਰਨਾ ਚਾਹੀਦਾ, ਇਹ ਬੰਦਿਆਂ ਦਾ ਵਪਾਰ ਨਹੀਂ ਕਰਨਾ ਚਾਹੀਦਾ ਹੈ। ਇਹ ਧਰਤੀ ਦੇ ਉੱਤੇ ਸਭ ਨੂੰ ਹਾਕਿਆ ਰਹਿਣ ਦਾ, ਇਹ ਨਹੀਂ ਕਿ ਤੁਸੀਂ ਮਾਲਕ ਬਣ ਕੇ ਗਰੀਬ ਲੋਕਾਂ ਦੇ ਜ਼ੁਲਮ ਕਰੋ। ਇਹ ਬੰਦ ਕਰਵਾਇਆ। ਫਿਰ ਬੇਬੇ ਨਾਨਕੀ ਜੀ ਨੇ ਚੇਤੇ ਕੀਤਾ। ਰਖੇਲਖੰਡ ਤੋਂ ਚੱਲ ਗਏ ਸੱਚੇ ਪਾਤਸ਼ਾਹ। ਬਹੁਤ ਸਾਰੇ ਪ੍ਰਾਣੀਆਂ ਦਾ ਕਲਿਆਣ ਕਰਦੇ ਭਾਈ ਬਾਲੇ ਮਰਦਾਨੇ ਜੀ ਦੇ ਨਾਲ ਸੁਲਤਾਨਪੁਰ ਲੋਧੀ ਪਹੁੰਚ ਗਏ। ਇੱਥੇ ਫਿਰ ਭਾਈ ਜੈ ਰਾਮ ਜੀ ਨੇ ਬੇਬੇ ਜੀ ਨੇ ਸੇਵਾ ਕਰਕੇ ਖੁਸ਼ੀਆਂ ਲਈਆਂ ਤੇ ਜਗਤ ਮਾਤਾ ਸੁਲੱਖਣੀ ਜੀ ਤੇ ਦੋਹਾਂ ਸਾਹਿਬਜ਼ਾਦਿਆਂ ਨੂੰ ਵੀ ਮਹਾਰਾਜ ਨੇ ਖੁਸ਼ੀਆਂ ਬਖਸ਼ੀਆਂ। ਫਿਰ ਆਪ ਜੀ ਮਾਤਾ ਪਿਤਾ ਦੇ ਦਰਸ਼ਨ ਕਰਨ ਵਾਸਤੇ ਤੇ ਲਾਹੌਰ ਦੇ ਰਸਤੇ ਫਿਰ ਆਪਣੇ ਰਾਏਪੁਰ ਦੀ ਤਲਵੰਡੀ ਆਪਣੇ ਅਵਤਾਰ ਸਥਾਨ
इस नगर च पहुँचे। महाराज फिर लाहौर सुल्तानपुर तो ब्यासा का पतन लंघ के गोविंदवाल और फिर अपना जोड़ा पुराना पिंड जामन डेरा चाल इन्हां पिंडां हुंदे लाहौर गए सी। इत्थे भाई मनसुख पास लाहौर रहे तो फिर तलवंडी गए। तलवंडी पहुँच के अपने श्री माता पिता जी श्री राय बुलार जी ते उन्होंने प्रेम नाल मिले और ते उन्होंने आप जी ने ये सलाह दी, मारा हूँ आप बहुत विचर लिया, परिवार विच रहो। और ते पातशाह कहते भाई जो करते दा हुक्म है उहदे च असीं विचरदे हैं, हाले साडा पूरा नहीं होया ते असीं जदों फिर समझांगे साडा आदेश पूरा हो गया फिर आपे असीं बह जावांगे। ते फिर मरदाना जी भी अपने परिवार नूं मिलण गए, फिर सज्जनां मित्रां नूं मिलिया, फिर कुछ दिन विश्राम करके पातशाह फिर धरती दे जीवां दे कल्याण लई चल पए। इत्थों फिर दीपालपुर आए, पाकपड़ चल के दीपालपुर आए। उत्थे एक कोड़ी सी, उहदी चौंपड़ी बनी सी ते वो घर वाले ने चुगी जी पाती हो सी ते अठीं पैरीं कोई प्रशादा दे जाना या घड़ा पानी का रख देना। बड़ा दुखी सी ते महाराज सच्चे पातशाह उत्थे गए ते उन्होंने पूछया, उन्हें फिर अपनी हकीकत दसी कि मैं किसी पतिवर्ता लड़की का सतभंग किया, अमीरां दा लड़का सी, उहदे शराब नाल कोड़ होया ते उत्थे बाहरों पिपल का दरख्त सी। महाराज सच्चे पातशाह ने बाणी का कीर्तन किया, वो कोड़ी का नाम ते नूरी भी लिखिया है। जदों महाराज की मेहर हुई उसका रोग दूर हो गया, वो नगर नूं भजा गया। वो पुछदे तेरा कोड़ किन दूर किया, कहते वे इस तरह तीन महापुरख आए उन्हें मेहर की है। उत्थे महाराज ने शब्द पढ़िया सी, जियो तपत है बारो बार, तप तप खपे बहुत बेकार, फिर इसका कोड़ दूर किया सी। इत्थे उन्होंने नाम बाणी का उपदेश दिता, संगतां दी कल्याण की, धर्मशाला बनाओ, दोनों वेले कथा कीर्तन करो, आए अतिथि की सेवा करो, किरत करो, नाम जपो, वंड छको। इत्थे भी गुरुद्वारा बनया होया है। पूर्णमाशी का कतक की पुण्य में इत्थे मेला लग्या करता सी। पाकिस्तान चले गए स्थान। इत्थों महाराज दोबारा फिर श्री सुल्तानपुर आए। इत्थों फिर पाकपटन चल के कसूर पट्टी ते इत्थों फिर महाराज संगतां नूं उपदेश दिंदे डेरा साहिब जामा राय आए ते इत्थे फिर पिंड दे बाहर रात कट के ब्यास नदी लंघ के फिर सुल्तानपुर लोधी आ गए। फिर दूजी बारी महाराज पाकपटन गए है शेख ब्रह्म को, ते भाई मरदाना जी भी महाराज नाल गया, ते भाई वाला जी भी पाकपटन शहर उत्थे कोई दिन आसन ला के बैठे। जदों शेख ब्रह्म ने महाराज आना सुनिया, वो मिलन आया। कुछ उहदे शंके सी वो निवृत्त कीते। उत्थे फिर ज्ञान गोष्ठी हुई, आसा दियां वार दियां अपने पौड़ियां दे विच शेख ब्रह्म ने महाराज ने चर्चा की है। 9 पौड़ियां विच वो महाराज ने कृपा की है। ते उन्हां दीयां पंक्तियां, पहली आपी ने आप साजो, हाँ जी, आपी ने रचो नाओ, दूजा नानक जी उपाय के लिखना वा धर्म बहा लिया, तीजा आपी ने भोग भोग है पसमन भौर सदाया, चौथा नदर करे जे अपनी दा नदरी सतगुर पाया, पंजवां नाव तेरा निरंकार है नाए लाया नरक न जाइए, छेवां बिन सतगुर किने न पाया, बिन सतगुर किने न पाया, सातवां सेव की संतोखी जिन्हें सचो सच ध्याया,
अठवां सच्चा साहिब एक तू जिन सचो सच वरताया। नौवां पग तेरे मन पावदे दर सुहन कीर्त गावदे। ਇਹ ਆਸਾ ਦੀ ਵਾਰ 'ਚ ਇਹ ਛੇ ਹੁਕਮ ਚਰਚਾ ਕਰਕੇ ਮਹਾਰਾਜ ਨੇ ਉਹਦੇ 'ਤੇ ਬਖਸ਼ਿਸ਼ ਕੀਤੀ। ਉੱਥੇ ਗੁਰਦੁਆਰਾ ਬਣਿਆ, ਉਹਦਾ ਨਾਮ ਨਾਨਕ ਸਾਰਿਆ। ਇੱਥੇ ਵੀ ਕੱਤਕ ਦੀ ਪੁੰਨਿਆਂ ਨੂੰ ਮੇਲਾ ਲੱਗਦਾ ਹੁੰਦਾ ਸੀ। ਇੱਥੋਂ ਫਿਰ ਮਹਾਰਾਜ ਕੀਰਤਪੁਰ ਸਾਈਂ ਬੁੱਢਣ ਸ਼ਾਹ ਉਹਨਾਂ ਦੇ ਕੋਲ ਪਹੁੰਚੇ। ਫਿਰ ਸੁਲਤਾਨਪੁਰ ਬੇਬੇ ਜੀ ਦੇ ਕੋਲ ਰਹਿ ਕੇ ਉਹਨਾਂ ਨੂੰ ਦਰਸ਼ਨਦਾਰੇ ਬਖਸ਼ੇ। ਫਿਰ ਇੱਕ ਹੋਰ ਮੁਸਲਮਾਨ ਫਕੀਰ ਸੀ, ਉਹ ਮਿਲਣ ਵਾਸਤੇ ਆਇਆ ਅਤੇ ਫਿਰ ਕੀਰਤਪੁਰ ਨੂੰ ਤੁਰ ਪਏ। ਸੁਲਤਾਨਪੁਰ ਤੋਂ ਫਿਰ ਪੂਰਬ ਦਿਸ਼ਾ ਸਤਲੁਜ ਲੰਘ ਕੇ ਫਿਰ ਸਾਈਂ ਬੁੱਢਣ ਸ਼ਾਹ ਦੇ ਜਿੱਥੇ ਰਹਿੰਦੇ ਸੀ ਪਹੁੰਚ ਗਏ। ਇਹ ਉਮਰ ਵੱਡੀ ਸੀ, ਬੜਾ ਪ੍ਰਸਿੱਧ ਸ਼ਕਤੀ ਵਾਲਾ ਸੀ ਅਤੇ ਇੱਕ ਪਹਾੜੀ ਦੇ ਉੱਤੇ ਰਹਿੰਦਾ ਸੀ। ਇਹਦੀਆਂ ਬੱਕਰੀਆਂ ਨੂੰ ਸ਼ੇਰ ਚਾਰਿਆ ਕਰਦਾ ਸੀ ਅਤੇ ਫਿਰ ਪਹਾੜੀ ਦੇ ਹੇਠਾਂ 5-7 ਘਰਾਂ ਦਾ ਇੱਕ ਛੋਟਾ ਜਿਹਾ ਮਾਖੋਵਾਲ ਪਿੰਡ ਸੀ। ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਸੰਮਤ 1683 ਬਿਕਰਮੀ ਨੂੰ ਭੇਜਿਆ ਅਤੇ ਮਹਾਰਾਜ ਦੇ ਹੁਕਮ ਨਾਲ ਜਿਹੜਾ ਤਾਰਾ ਚੰਦ ਰਾਜਾ ਸੀ, ਇਹ ਵੀ 52 ਰਾਜਿਆਂ 'ਚੋਂ ਕੱਢਿਆ ਸੀ ਇਸ ਦੂਣ ਦਾ, ਉਹਦੀ ਬੇਨਤੀ ਤੋਂ ਫਿਰ ਕੀਰਤਪੁਰ ਨਗਰ ਵਸਾਇਆ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵੀ ਸਾਈਂ ਕੋ ਗਏ ਸੀ ਅਤੇ ਫਿਰ ਮਹਾਰਾਜ ਨੇ ਕਿਹਾ ਵੀ ਭਾਈ ਤੂੰ ਇੱਥੇ ਬੈਠਾ। ਕਹਿੰਦੇ ਦੁਨੀਆ 'ਚ ਰਹਿ ਕੇ ਬੰਦਗੀ ਨਹੀਂ ਹੁੰਦੀ, ਤੋ ਇਸ ਕਰਕੇ ਇਕਾਂਤ ਵਿੱਚ ਮੈਂ ਲੱਗਿਆ ਹੋਇਆ। ਮਹਾਰਾਜ ਕਹਿਣ ਲੱਗੇ ਸਾਈਂ ਜੀ, ਵੱਡਾ ਇਕਾਂਤ ਇਹ ਹੈ ਬੰਦੇ ਦੇ ਮਨ ਵਿੱਚੋਂ ਫੁਰਨੇ ਜਿਹੜੇ ਉਹ ਖਤਮ ਹੋ ਜਾਣ ਔਰ ਸਤਸੰਗ ਕਰੋ ਅਤੇ ਸਤਸੰਗ ਗੁਰੂ ਸਰੋਵਰ ਵਿੱਚ ਰੱਬ ਦੇ ਜਿਹੜੇ ਪਿਆਰ ਵਾਲੇ ਆ, ਹਾਂਜੀ, ਅਤੇ ਉਹ ਫਿਰ ਸ੍ਰੇਸ਼ਟ ਜਿਹੜੇ ਉਪਦੇਸ਼ਾਂ ਰੂਪੀ ਮੋਤੀ ਹੈ ਉਹ ਗ੍ਰਹਿਣ ਕਰਦੇ ਆ, ਜੀਵਨ ਨੂੰ ਉੱਚਾ ਸੁੱਚਾ ਬਣਾਉਂਦੇ ਆ। ਬੁੱਢਣ ਸ਼ਾਹ ਨੇ ਮਹਾਰਾਜ ਦੇ ਵਚਨ ਸੁਣੇ, ਬੜਾ ਖੁਸ਼ ਹੋਇਆ, ਬੇਨਤੀ ਕੀਤੀ ਅਤੇ ਤੁਸੀਂ ਮੇਰੇ ਕੋਲ ਰਹੋ, ਮੈਂ ਹਮੇਸ਼ਾ ਤੁਹਾਡਾ ਸੰਗ ਕਰਦਾ ਰਹਾਂ। ਅਤੇ ਮਹਾਰਾਜ ਕਹਿਣ ਲੱਗੇ ਸਾਈਂ ਜੀ, ਸਰੀਰ ਕਰਕੇ ਸੰਗਤ ਸਦਾ ਸਥਿਰ ਨਹੀਂ ਰਹਿੰਦੀ, ਤੁਸੀਂ ਸਿਮਰਨ ਦਾ ਜਿਹੜਾ ਉਪਦੇਸ਼ ਹੈ ਨਾ ਸਦਾ ਆਪਣੇ ਪਾਸ ਰੱਖੋ, ਫਿਰ ਸਦਾ ਹੀ ਤੁਹਾਡੇ ਕੋਲ ਹੈ। ਇਸ ਕਰਕੇ ਬੁੱਢਣ ਸ਼ਾਹ ਖੁਸ਼ ਹੋਇਆ ਅਤੇ ਗੁਰੂ ਮਹਾਰਾਜ ਫਿਰ ਇੱਥੇ ਕੋਈ ਦਿਨ ਰਹੇ। ਇੱਥੇ ਵੀ ਅੱਜ ਮਹਾਰਾਜ ਕਿਰਪਾ ਨਾਲ ਬਾਬਾ ਗੁਰਦਿੱਤਾ ਸਾਹਿਬ ਜੀ ਜਦੋਂ ਫਿਰ ਆਏ ਅਤੇ ਉਹਨਾਂ ਨੇ ਆਪਣੀ ਨਿੰਮ ਦੀ ਸੋਟੀ ਕੱਢੀ ਸੀ। ਸਾਈਂ ਜੀ ਨੂੰ ਕਿਹਾ ਤੁਸੀਂ ਅੱਗੇ ਚਲੇ ਜਾਓ। ਬਾਬਾ ਗੁਰਦਿੱਤਾ ਸਾਹਿਬ ਕਿਹਾ ਵੀ ਸਾਡਾ ਤਪ ਸਥਾਨ ਹੈ ਅਤੇ ਅੱਜ ਬਾਬਾ ਗੁਰਦਿੱਤਾ ਸਾਹਿਬ ਦਾ ਗੁਰਦੁਆਰਾ ਬਣਿਆ, ਪਾਠ ਪੂਜਾ ਹੁੰਦੀ ਹੈ, ਬੇਅੰਤ ਸੰਗਤਾਂ ਦਰਸ਼ਨ ਕਰਕੇ ਲਾਭ ਲੈਂਦੀਆਂ ਹਨ। ਅਤੇ ਫਿਰ ਇੱਥੋਂ ਮਹਾਰਾਜ ਚੱਲ ਕੇ ਸਿਆਲਕੋਟ ਹਮਜਾ ਗੌਂਸ ਕੋਲ ਪਹੁੰਚੇ ਅਤੇ ਜਦੋਂ ਮਹਾਰਾਜ ਇੱਥੋਂ ਵਿਦਾ ਹੋਏ ਸੁਲਤਾਨਪੁਰ, ਬੈਰੋਵਾਲ, ਜਲਾਲਾਬਾਦ, ਕਿੜੀਆ, ਪਠਾਉਣਾ ਤੋਂ ਹੁੰਦੇ ਸੈਦਪੁਰ, ਅਹਿਮਦਾਬਾਦ, ਭਾਈ ਲਾਲੋ ਕੋਲ ਗਏ। ਉਹਨੂੰ ਮਿਲ ਕੇ ਮਹਾਰਾਜ ਫਿਰ ਪਸਰੂਰ ਦੇ ਰਸਤੇ ਸਿਆਲਕੋਟ ਸ਼ਹਿਰ 'ਚ ਫਕੀਰ ਜਿਹੜਾ ਹਮਜਾ ਗੌਂਸ ਸੀ ਇਹਦਾ ਹੰਕਾਰ ਦੂਰ ਕਰਨ ਲਈ ਗਏ ਅਤੇ ਸਿਆਲਕੋਟ ਸ਼ਹਿਰ ਤੋਂ ਦੱਖਣ ਵਾਲੇ ਪਾਸੇ ਹਮਜਾ ਗੌਂਸ ਜਿਹੜਾ ਉਹ ਰਹਿੰਦਾ ਸੀ, ਬੜਾ ਪ੍ਰਸਿੱਧ ਸੀ। ਕਿਸੇ ਨੇ ਇਹਨੂੰ ਸੇਠ ਨੇ ਬੇਨਤੀ ਕੀਤੀ, ਮੇਰੇ ਪੁੱਤਰ ਨੇ, ਉਹ ਕਹਿੰਦੇ ਚੰਗਾ ਇੱਕ ਸਾਨੂੰ ਦੇਣਾ ਪਏਗਾ। ਸਮੇਂ ਨਾਲ ਉਹਦੇ 4 ਪੁੱਤਰ ਹੋਏ ਅਤੇ ਗ੍ਰਸਤੀ ਜਿਹੜੇ ਹੁੰਦੇ ਆ ਲਾਲਚ ਹੋ ਜਾਂਦਾ ਅਤੇ ਉਸ ਨੇ ਫਿਰ ਪੁੱਤਰ ਦਿੱਤਾ ਨਾ ਮੰਗਣ ਤੋਂ, ਇਹ ਫਿਰ ਚਲੀਹੇ 'ਤੇ ਵਿਆਹ ਗਿਆ। ਫਿਰ ਇਹ ਤਾਂ ਝੂਠਿਆਂ ਦਾ ਸ਼ਹਿਰ ਆ, ਇਹਨੂੰ ਮੈਂ ਗਰਕ ਕਰਨਾ ਅਤੇ ਮਹਾਰਾਜ ਬਚਾਉਣ ਵਾਸਤੇ ਉੱਥੇ ਚਲੇ ਗਏ। ਇਹ ਹੁਜਰੇ 'ਚ ਬੈਠਾ ਹੋਇਆ ਸੀ
ਫਿਰ ਜੋਂ ਗੁਲਾਬ ਜਲ ਨੂੰ ਖਾ ਕੇ ਅੰਦਰ ਭੋਰੇ 'ਚ ਰਹਿਣਾ। 40 ਦਿਨ ਫਿਰ ਚਲੀਹਾ ਕੱਢਣਾ। ਅਤੇ ਮਹਾਰਾਜ ਜਿਲੇ ਗਏ ਅਤੇ ਸੇਵਾਦਾਰ ਨੂੰ ਭੇਜਿਆ ਭਾਈ ਬਾਲੇ ਮਰਦਾਨੇ ਨੂੰ ਵੀ ਉਹਨੂੰ ਦੱਸੋ ਤੁਹਾਨੂੰ ਮਿਲਣ ਵਾਸਤੇ ਨਾਨਕ ਤਪਾ ਜੀ ਆਏ ਆ। ਉਹ ਕਹਿੰਦੇ ਨੇ ਪੀਰ ਜੀ ਦਾ ਹੁਕਮ ਨਹੀਂ, ਉਹ ਚਲੀਹੇ 'ਚ ਅਤੇ 40 ਦਿਨ ਤੋਂ ਪਹਿਲਾਂ ਬਾਹਰ ਨਹੀਂ ਆਉਣਾ, ਸੂਰਜ ਨਹੀਂ ਦੇਖਣਾ। ਅਤੇ ਜਦੋਂ ਆ ਕੇ ਸੇਵਾਦਾਰਾਂ ਨੂੰ ਦੱਸਿਆ, ਮਹਾਰਾਜ ਕਹਿੰਦੇ ਅੱਛਾ। ਅਤੇ ਫਿਰ ਕੀ ਹੋਇਆ ਕਿ ਉਹ ਜਿਹੜਾ ਮੱਠ ਸੀ ਉਹ ਪਾਟ ਗਿਆ, ਸੂਰਜ ਦਾ ਪ੍ਰਕਾਸ਼ ਅੰਦਰ ਚਲ ਗਿਆ। ਉਹਨੂੰ ਹੋਇਆ ਮੇਰਾ ਚਲੀਸਾ ਖੰਡਿਤ ਹੋ ਗਿਆ। ਉਹ ਫਿਰ ਕਹਿਣ ਲੱਗਾ ਮਰੀਦਾਂ ਨੂੰ, ਫਿਰ ਕੀ ਗੱਲ? ਕਹਿੰਦੇ ਇਸ ਤਰ੍ਹਾਂ 3 ਫਕੀਰ ਆਏ ਸੀ, ਆਹ ਗੱਲ ਹੋਈ। ਫਿਰ ਉਹ ਮਹਾਰਾਜ ਦੇ ਕੋਲ ਆਇਆ, ਮਹਾਰਾਜ ਨੂੰ ਸ਼ਕਤੀ ਵੱਲ ਜਾਣ ਕੇ ਸਤਿਕਾਰ ਨੂੰ ਕੋਲ ਬਹਿ ਗਿਆ। ਮਹਾਰਾਜ ਕਹਿਣ ਲੱਗੇ ਪੀਰ ਜੀ ਫਿਰ ਤੁਸੀਂ ਕਿਹੜੇ ਗੁਨਾਹ ਕਰਨ ਲੱਗੇ ਆ? ਪਰਜਾ ਨੂੰ ਦੁੱਖ ਦੇਣਾ ਠੀਕ ਨਹੀਂ। ਵੀ ਕਹਿੰਦਾ ਇਹ ਝੂਠਿਆਂ ਦਾ ਸ਼ਹਿਰ ਹੈ। ਮਹਾਰਾਜ ਕਹਿੰਦੇ ਸਾਰੇ ਨਹੀਂ ਨਿੰਦੇ ਜਾਂਦੇ, ਬੇ ਚੰਗੇ ਵੀ ਹੁੰਦੇ ਆ। ਅਤੇ ਉਸ ਵੇਲੇ ਫਿਰ ਮਹਾਰਾਜ ਨੇ ਮਰਦਾਨੇ ਨੂੰ ਭੇਜਿਆ ਵੀ ਜਾ ਇਹਦਾ ਸੌਦਾ ਲੈ ਕੇ ਆ। ਜਿਲੇ ਹੋ ਗਿਆ ਅਤੇ ਮੂਲਾ ਖੱਤਰੀ ਸੀ, ਹਾਂਜੀ, ਕਿ ਉਹ ਕਹਿੰਦਾ ਵੀ ਮਰਨਾ ਸੱਚ ਹੈ ਅਤੇ ਜਿਉਣਾ ਝੂਠ ਹੈਗਾ, ਹਾਂਜੀ। ਇਸ ਵਾਸਤੇ 2 ਪੈਸੇ ਦੇ ਕੇ ਜਿਲੇ ਸ਼ਹਿਰ 'ਚ ਭੇਜਿਆ ਨਾ, ਅਤੇ ਉਹਨੂੰ ਫਿਰ ਕਹਿੰਦਾ ਵੀ ਮਰਨਾ ਅਤੇ ਸੱਚ ਹੈ, ਜੀਣਾ ਝੂਠ ਹੈ। ਪਹਿਲਾਂ ਸਾਰੀਆਂ ਹੱਟੀਆਂ 'ਤੇ ਘੁੰਮਿਆ, ਹਾਂਜੀ, ਅਤੇ ਜਿੱਥੇ ਜਾਓ ਇਸ ਤਰ੍ਹਾਂ ਦਾ ਹੀ ਹੈ। ਫਿਰ ਉਹ ਜਿਲੇ ਕਾਗਜ਼ 'ਤੇ ਲਿਖ ਕੇ ਦੇ ਦਿੱਤਾ ਅਤੇ ਮਰਦਾਨਾ ਜੀ ਲੈ ਕੇ ਆ ਗਏ। ਕਹਿੰਦੇ ਆ ਦੇਖ ਲਾ ਅਤੇ ਬੰਦੇ ਵਿੱਚ ਹੈਗੇ ਹੀ ਹੈ, ਹਾਂਜੀ। ਉਹ ਵੇਖਣ ਲਈ ਆਇਆ ਵੀ ਕਿਹੜਾ ਬੰਦਾ ਆ ਜਿਹੜਾ ਸੌਦਾ ਖਰੀਦਣਾ ਵਪਾਰੀ। ਅਤੇ ਮੂਲਾ ਨਿਹਾਲ ਹੋ ਗਿਆ ਫਿਰ ਮਹਾਰਾਜ ਦਰਸ਼ਨ ਕਰਕੇ। ਇਸ ਵਾਸਤੇ ਗੁਰੂ ਮਹਾਰਾਜ ਨੇ ਫਿਰ ਜਿਹੜਾ ਸਿਆਲਕੋਟ ਸ਼ਹਿਰ ਸੀ ਉਹ ਗਰਕ ਹੋਣ ਤੋਂ ਬਚਾਇਆ। ਇੱਥੇ ਮਹਾਰਾਜ ਦਾ ਗੁਰਦੁਆਰਾ ਬੇਰ ਸਾਹਿਬ ਹੈਗਾ, ਜਿੱਥੇ ਬੈਠ ਕੇ ਹਮ ਜਗੋਂਸ ਨੂੰ ਸਿੱਧੇ ਰਸਤੇ ਪਾਇਆ ਸੀ। ਅਤੇ ਉਹ ਮੂਲੇ ਦੇ ਘਰ ਵਾਲੀ ਥਾਂ 'ਤੇ ਸਿਆਲਕੋਟ ਸ਼ਹਿਰ ਗੁਰੂ ਜਾਚ ਇੱਕ ਇੱਥੇ ਬੌਰੀ ਸਾਹਿਬ ਗੁਰਦੁਆਰਾ ਬਣਿਆ। ਇੱਥੋਂ ਫਿਰ ਮਹਾਰਾਜ ਮਿਠਨਕੋਟ ਮੀਆਂ ਮਿੱਠਾ ਜਿਹੜਾ ਸੀ ਉਹਦੇ ਕੋਲ ਗਿਆ। ਸਿਆਲਕੋਟ ਤੋਂ ਫਿਰ ਮਹਾਰਾਜ ਮੁੜਦੇ ਪਸਰੂਰ ਦੇ ਰਸਤੇ ਪਿੰਡ ਕੋਟਲੇ ਦਾ ਜਿਹੜਾ ਵਸਨੀਕ ਸੀ ਨਾ ਮੀਆਂ ਮਿੱਠਾ, ਉੱਥੇ ਆ ਗਿਆ। ਇਹ ਫਕੀਰ ਮੀਆਂ ਮਿੱਠਾ ਬੜਾ ਹੰਕਾਰ ਨਾਲ ਭਰਿਆ ਸੀ ਅਤੇ ਕਰਾਮਾਤਾਂ ਦਾ ਬਹੁਤ ਘਮੰਡ ਸੀ। ਅਤੇ ਇਹ ਕਹਿੰਦਾ ਹੁੰਦਾ ਸੀ ਹਿੰਦੂ ਤਾਂ ਨਰਕ ਦੀ ਅੱਗ ਸੜਨਗੇ, ਮੁਸਲਮਾਨ ਭੇਸ਼ਤਾਂ ਨੂੰ ਜਾਣਗੇ। ਅਨੇਕਾਂ ਹਿੰਦੂਆਂ ਨੂੰ ਇਹਨੇ ਮੁਸਲਮਾਨ ਬਣਾਇਆ। ਜਦੋਂ ਮਹਾਰਾਜ ਨੂੰ ਵਿਚਾਰ ਵਟਾਂਦਰਾ ਹੋਇਆ, ਮਹਾਰਾਜ ਕਹਿੰਦੇ ਵੀ ਨੇਕ ਅਮਲਾਂ ਤੋਂ ਬਿਨਾਂ, ਹਾਂਜੀ, ਕੋਈ ਵੀ ਭੇਸਤ ਨਹੀਂ ਜਾਏਗਾ। ਜਿਹੜੇ ਮਾੜੇ ਕੰਮ ਕਰਦੇ, ਚਾਹੇ ਹਿੰਦੂ ਆ ਮੁਸਲਮਾਨ ਆ, ਉਹ ਨਰਕਾਂ 'ਚ ਸੜਨਗੇ। ਅਤੇ ਫਿਰ ਇਸ ਨੂੰ ਮਹਾਰਾਜ ਨੇ ਉਪਦੇਸ਼ ਦਿੱਤਾ, ਅੱਬਲ ਨਾਉ ਖੁਦਾਏ ਦਾ, ਦੂਜਾ ਨਬੀ ਰਸੂਲ, ਨਾਨਕ ਕਲਮਾ ਜੋ ਪੜ੍ਹਿਆ ਦਰਗਾਹ ਪਵੈ ਕਬੂਲ। ਅਤੇ ਜਿਹੜੇ ਕਲਮਾ ਪੜ੍ਹਨਗੇ ਦਰਗਾਹ 'ਚ, ਉਹਨਾਂ ਦੀ ਰਸੂਲ ਹਮੀ ਭਰੇਗਾ, ਦੂਏ ਨਰਕਾਂ ਨੂੰ ਜਾਣਗੇ। ਇਹ ਮੀਆਂ ਮਿੱਠੇ ਨੇ ਕਿਹਾ। ਅਤੇ ਮਹਾਰਾਜ ਕਹਿੰਦੇ ਅੱਬਲ ਨਾਉ ਖੁਦਾਏ ਦਾ, ਦਰ ਪਰਵਾਨ ਰਸੂਲ, ਸ਼ੇਖਾ ਨੀਅਤ ਰਾਸ ਕਰ, ਤਾਂ ਦਰਗਾਹ ਪਵੇ ਕਬੂਲ। ਅਤੇ ਜਿਹਦੀ ਮਹਾਰਾਜ ਕਹਿੰਦੇ ਨੀਤ ਸਾਫ਼ ਹੋ, ਦਰਗਾਹ 'ਚ ਪ੍ਰਵਾਨ ਹੋਏਗਾ, ਦੂਜਾ ਕੋਈ ਪ੍ਰਵਾਨ ਨਹੀਂ। ਅਤੇ ਗੁਰੂ ਮਹਾਰਾਜ ਨੇ ਦੱਸਿਆ ਰੱਬ ਦਾ ਨਾਮ ਜਿਹੜਾ ਉਹਦਾ ਨੂਰ ਆ, ਅਤੇ ਜਿਹੜਾ ਉਹਦੇ ਨੂਰ ਦੇ ਵਿੱਚ ਆ ਉਹ ਉਹਦੀ ਹਜ਼ੂਰੀ 'ਚ ਆ। ਇਸ ਕਰਕੇ ਫਿਰ ਉਹ ਦਰਗਾਹ ਦੇ ਵਿੱਚ ਮਹਾਰਾਜ ਕਹਿੰਦੇ ਪ੍ਰਵਾਨ ਨਹੀਂ ਹੁੰਦਾ, ਉੱਥੇ ਕਿਸੇ ਰਸੂਲ ਦੀ ਲੋੜ ਨਹੀਂ। ਅਤੇ ਮੀਆਂ ਮਿੱਠੇ ਨੂੰ, ਹਾਂਜੀ, ਪਰਮਾਤਮਾ
ਪਾਸੇ ਜੋੜਿਆ ਵੀ ਇਸ ਤਰ੍ਹਾਂ ਰਿੱਧੀਆਂ ਸਿੱਧੀਆਂ ਦਾ ਹੰਕਾਰ ਨਹੀਂ ਕਰੀਦਾ ਹੁੰਦਾ। ਫਿਰ ਲਾਹੌਰ ਮਹਾਰਾਜ ਉੱਥੇ ਦੁਨੀ ਚੰਦ ਦੀ ਕਲਿਆਣ ਕੀਤੀ। ਇੱਥੇ ਇੱਕ ਦੁਨੀ ਚੰਦ ਸ਼ਾਹੂਕਾਰ ਸੀਗਾ, ਖੱਤਰੀ, ਬੜਾ ਅਮੀਰ ਸੀਗਾ, ਅਤੇ ਉਹਦੇ ਘਰ ਦੇ ਉੱਤੇ 7 ਝੰਡੇ ਝੂਲਦੇ ਹੁੰਦੇ। ਅਤੇ ਫਿਰ ਉਹਦੇ ਬ੍ਰਾਹਮਣ ਸਾਧੂ ਲੋਕ ਆ ਕੇ ਭੋਜਨ ਛਕਦੇ ਸੀ। ਜਦੋਂ ਸੱਦਾ ਭੇਜਿਆ ਅਤੇ ਉਹ ਦੁਨੀ ਚੰਦ ਦੇ ਘਰ ਫਿਰ ਉਹ ਗਏ ਅਤੇ ਮਹਾਰਾਜ ਨੂੰ ਵੀ ਬੇਨਤੀ ਕੀਤੀ। ਅਤੇ ਮਹਾਰਾਜ ਨੇ ਪੁੱਛਿਆ ਵੀ ਭੰਡਾਰਾ ਕਾਹਦਾ ਕਰ ਰਿਹਾ? ਕਹਿਣ ਲੱਗੇ ਕਿ ਪਿਤਰਾਂ ਦੇ ਨਿਮਿਤ ਕਰ ਰਹੇ ਹਾਂ। ਮਹਾਰਾਜ ਕਹਿਣ ਲੱਗੇ ਭਾਈ ਗੱਲ ਇਹ ਹੈ ਕਿ ਜੀਵਾਂ ਦੀ ਗਤੀ ਤਾਂ ਉਹਨਾਂ ਦੇ ਕਰਮਾਂ ਨਾਲ ਹੋਣੀ ਹੈ, ਸਰਾਧ ਕਰਾਉਣ ਨਾਲ ਨਹੀਂ ਹੋਣੀ। ਅਤੇ ਕਿਉਂਕਿ ਕੀਤੇ ਕਰਮ ਬਾਸ਼ਨਾ ਦੇ ਮੁਤਾਬਕ ਹੀ, ਅਤੇ ਜਦ ਤੱਕ ਇਹ ਕਰਮਾਂ ਦੀ ਬਾਸ਼ਨਾ ਨੂੰ ਜੀਵ ਜਿਹੜੇ ਨਹੀਂ ਭੋਗਦੇ ਤਾਂ ਉਹਨਾਂ ਦੀ ਗਤੀ ਕਿਵੇਂ ਹੋਏਗੀ? ਗਤੀ ਤਾਂ ਹੀ ਹੋਏਗੀ ਜੇ ਆਪਣੇ ਕਿਰਿਆ ਮਨ ਸੰਜਤ ਕਰਮ ਖਤਮ ਹੋਣ ਅਤੇ ਪਰਾਰਬਧ ਭੋਗਣ ਤੋਂ ਬਾਅਦ ਫਿਰ ਰੱਬ ਦੀ ਰਜ਼ਾ 'ਚ ਰਹਿ ਕੇ ਭਜਨ ਕਰਨ, ਫੁਰਨਿਆਂ ਨੂੰ ਮਾਰ ਕੇ ਆਤਮਾ ਗਿਆਨ ਦੁਆਰਾ ਗਤੀ ਹੋਏਗੀ। ਅਤੇ ਜਿਹੜੇ ਧਰਤੀ ਦੇ ਉੱਤੇ ਪਦਾਰਥਾਂ ਨਾਲ ਪਿਆਰ ਕਰਨ ਵਾਲੇ ਆ ਅਤੇ ਸਾਰੀ ਉਮਰ ਇਸ ਤਰ੍ਹਾਂ ਹੀ ਰਸਾਂ ਕਸਮ ਬਤੀਤ ਕਰਦੇ ਆ, ਉਹ ਫਿਰ ਗਤੀ ਕਿਵੇਂ ਪ੍ਰਾਪਤ ਕਰਨਗੇ? ਇਸ ਵਾਸਤੇ ਮਰਨ ਸਮੇਂ ਜੀਵਾਂ ਦੇ ਜਿਹੜੇ ਸੂਖਮ ਸਰੀਰ ਆ, ਇਹਨਾਂ ਦੀਆਂ ਜਿਹੜੀਆਂ ਮੋਟੀਆਂ ਮੋਟੀਆਂ ਬਾਸ਼ਨਾ ਕਰਕੇ ਭਾਰੇ ਹੁੰਦੇ ਜਾਂਦੇ ਆ, ਉਹ ਸਥੂਲ ਸੁਰ 'ਚੋਂ ਨਿਕਲ ਕੇ ਧਰਤੀ 'ਤੇ ਰਹਿ ਜਾਂਦੇ ਆ, ਅਤੇ ਉਹਨਾਂ ਦੇ ਸੰਸਕਾਰਾਂ ਦੇ ਨਾਲ ਇਹ ਭਟਕਦੇ ਰਹਿੰਦੇ ਆ। ਉਹ ਸਾਰੀ ਉਮਰ ਮੋਹ ਮਮਤਾ 'ਚ ਪਏ ਰਹਿੰਦੇ ਆ। ਇਹ ਜੀਵ ਸਰੀਰ ਨੂੰ ਛੱਡ ਕੇ ਫਿਰ ਸਰੀਰਧਾਰੀਆਂ ਨੂੰ ਵਰਤਦਾ ਰਹਿੰਦਾ। ਇਹਨਾਂ ਨੂੰ ਭੈੜੀਆਂ ਜੂਨੀਆਂ ਦਾ ਨਾਂ ਦੇ ਦਿੰਦੇ ਆ, ਫਿਰ ਇਹ ਸਦਾ ਦੁਖੀ ਰਹਿੰਦੇ ਆ। ਪਰੰਤੂ ਜਿਹੜੇ ਨਾਮ ਜਪਦੇ ਆ ਔਰ ਪਰਮਾਤਮਾ ਦੇ ਭੈ ਵਿੱਚ ਰਹਿੰਦੇ ਆ, ਉਹਨਾਂ ਦੀ ਗਤੀ ਹੋ ਜਾਂਦੀ ਹੈ। ਅਤੇ ਦੁਨੀ ਚੰਦ ਦੀ ਮਾਇਆ ਦੇ ਹੰਕਾਰ ਜਿਹੜਾ ਆ ਉਹਦਾ ਤਿਆਗ ਕਰਾਇਆ। ਫਿਰ ਨਿਮਰਤਾ ਧਾਰੋ, ਸੇਵਨ ਕਰੋ, ਨੇਕਮਈ ਕਰੋ, ਲੋੜਵੰਦਾਂ ਦੀ ਸੇਵਾ ਕਰੋ, ਇਹੀ ਉੱਤਮ ਸੁਰਾਗ ਆ। ਅਤੇ ਜਿਹੜੇ ਪੁਰਾਣੇ ਭਜਨ ਬਾਣੀ ਕਰਦੇ ਉਹਨਾਂ ਨੂੰ ਸਦਗਤੀ ਮਿਲਦੀ ਹੈ। ਇਸ ਤਰ੍ਹਾਂ ਮਹਾਰਾਜ ਦੇ ਭਜਨ ਸੁਣ ਕੇ ਫਿਰ ਉਹਨੂੰ ਸੋਝੀ ਆਈ। ਕਹਿਣ ਲੱਗੇ ਵੀ ਤੇਰਾ ਪਿਓ ਤਾਂ ਬਗਿਆੜ ਬਣਿਆ ਫਿਰਦਾ। ਅਤੇ ਫਿਰ ਮਹਾਰਾਜ ਨੇ ਦਿਖਾ ਲਿਆ ਅਤੇ ਪ੍ਰਤੱਖ ਬੋਲਣ ਦੀ ਸ਼ਕਤੀ ਦਿੱਤੀ। ਅਤੇ ਉਸ ਨੇ ਫਿਰ ਦੱਸਿਆ ਅਤੇ ਕਹਿੰਦੇ ਕਥੀ ਕਰੋ। ਫਿਰ ਮਹਾਰਾਜ ਨੇ ਉਹਦੀ ਵੀ ਕਲਿਆਣ ਕੀਤੀ। ਕਹਿੰਦੇ ਤੂੰ ਬ੍ਰਾਹਮਣ ਨੂੰ ਸਰਾਧ ਖਿਲਾ ਰਿਹਾ, ਪਿਤਾ ਤੇਰਾ ਬਗਿਆੜ ਬਣਿਆ। ਫਿਰ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਨੇ ਕਲਿਆਣ ਕੀਤੀ। ਇੱਥੇ ਵੀ ਜਿਹੜੀ ਧਰਮਸ਼ਾਲਾ ਹੈ ਉਹ ਬਣਾਈ। ਫਿਰ ਪੱਖੋਂ ਕੇ ਰੰਧਾਵੇ ਮਹਾਰਾਜ ਆਪਣੇ ਪਰਿਵਾਰ ਦੇ ਕੋਲ ਪਹੁੰਚੇ। ਲਾਹੌਰ ਤੋਂ ਫਿਰ ਦੁਨੀ ਚੰਦ ਨੂੰ ਸ੍ਰੇਸ਼ਟ ਮਾਰਗ ਪਾ ਕੇ ਰਾਵੀ ਦੇ ਖੱਬੇ ਕਿਨਾਰੇ ਨਾਲ ਮਹਾਰਾਜ ਤੁਰਦੇ ਤੁਰਦੇ ਫਿਰ ਭੀਲੋਵਾਲ ਆਦਿਕ ਚਰਨ ਪਾਉਂਦੇ ਹੋਏ ਫਿਰ ਪੱਖੋਂ ਰੰਧਾਵੇ ਪਿੰਡ ਆ ਗਏ। ਇੱਥੇ ਬਾਹਰ ਇੱਕ ਬੋਰਡ ਥੱਲੇ ਮਹਾਰਾਜ ਬੈਠੇ ਅਤੇ ਮਹਾਰਾਜ ਦਾ ਜਿਹੜਾ ਸਹੁਰਾ ਸੀ ਮੂਲਾ ਚੋਣਾ ਪਟਵਾਰੀ ਪੱਖੋਂ ਰੰਧਾਵੇ ਪਿੰਡ ਰਹਿ ਰਿਹਾ ਸੀ। ਉਸ ਸਮੇਂ ਮਾਤਾ ਸੁਲੱਖਣੀ ਜੀ ਦੋਵੇਂ ਸਾਹਿਬਜ਼ਾਦੇ ਵੀ ਇੱਥੇ ਉਹਨਾਂ ਕੋਲ ਸੀ। ਜਦੋਂ ਮੂਲੇ ਚੋਣੇ ਨੂੰ ਪਤਾ ਲੱਗਾ ਮਹਾਰਾਜ ਬਾਹਰ ਆਏ, ਉਹ ਫਿਰ ਚੌਧਰੀ ਚੀਤੇ ਰੰਧਾਵੇ ਨੂੰ ਨਾਲ ਲੈ ਕੇ ਮਹਾਰਾਜ ਕੋਲ ਆਇਆ। ਬਹੁਤ ਵੱਧ ਘੱਟ ਬੋਲਿਆ ਅਤੇ ਫਿਰ
महाराज दा खमोशरा पेज ते रंधावे दी प्रेम वाली बेनती सुन के महाराज फिर रावी तो पार सजे किनारे फिर महाराज ने डेरा किया। इतों फिर उन्होंने मोले भी समत बख्शी तो महाराज के सास जो चंदोरा ने पहला तो रोज सी फिर महाराज ने उन्होंने सोझी दी फिर कहते थोड़ा परिवार है महाराज कहते देख लो साढ़े ने रहना भुख ना गया तो माता जी कहते मैनू परवान है फिर बाबा श्री जी लक्ष्मी दास आ गए फिर मैं संगत की सेवा च सदा लंगर की भी सेवा करा करांगी। फिर करतारपुर की नींह संमत 1565 महाराज रखी है। उतों चल गए महाराज फिर हाँ जी तो इत्थे आ गए रावी तो पार इत्थे रंधावे ने फिर अपने मकान बनाते। चौधरी दोदे की प्रेरणा न दुनी चंद जरा लाहौर वाला सी जिन्हों और फिर जोड़ा करोड़िया सी ਉਹਦੀ बेनती से महाराज ने पहले तो हंकार सी फिर साधु बह जाते फिर कब्जा कर लेंगे। 2-3 मेरी उन्हें जतन किया घर वाली भी रोकती रही एक बारी तो घोड़ी तो डिगे लत्त उड़ाई फिर नेत्रा तो दसे ना फिर माफ़ी मंगी फिर बेनती की थे नगर वसाओ। फिर महाराज ने हुक्म ना धर्मशाला बनाई संगत लिए मकान बनाए। फिर सतगुरां दे महल माता सुलखणी जी दोनों साहिबजादों लैके बाबा श्री जी लक्ष्मी दास जी इत्थे आ गए। फिर उस तो बाद माता जिता हाँ जी तलवंडी तो भी इत्थे आ गए 1.5 साल इत्थे वो रहे। तो इस समय महाराज फिर बाबा बुढ़ा साहब जड़े पहला नाम बूढ़ा सी वो भी महाराज उपदेश सुन के आनंद सिख हो गए। तो इस तरह फिर गुरु महाराज भाई भगीरथ मरदाने की लड़की के ब्याह का समान लैन लिए लाहौर भेजा सी। ते भाई भगीरथ की प्रेरणा नाल लाहौर का जड़ा मन सुख शाहूकार सी वो महाराज सिख बनया। तो इस तरह उन्होंने भी आके दर्शन परसे। तो इत्थे फिर महाराज ने नगर का नाम करतारपुर रखा करते पुरख के नाम से। फिर इस तरह महाराज ने एक सत्संगी प्रेमी ने बेनती की थी महाराज जड़े नेक पुरुष है उन्होंने की लक्षण है महाराज दसते हैं। पहला यह है जिहदे विचार चंगे होण दूजा जड़ा दुआं दी उपमा सुन के खुश होवे तीजा जड़ा साधु संतां नाल प्यार रखे सेवा करे चौथा जड़ा अपने दे परोपकार करने वाले का मान करता है पंजवां जड़ा अपने तो बड़ियां दी सेवा भी करता सत्कार प्यार भी करता है छेवां जड़ा गरीबां ते दया करता उन्हें लोड़ां पूरियां करता है सतवां जड़ा एका नारी जाति धर्म की पालना करता है अठवां जड़ा नेक पुरखां की संगत करता खोटियां की कुसंगत नूं त्यागदा है। और इस तरह महाराज ने फिर सवेरे शाम दीवान सजाना और दूरों दूरों संगत आके दर्शन कर दिया सी तो उन्होंने महाराज निहाल करते सन। फिर दूसरी उदासी महाराज दखण दिशा वल गए संमत 1567 तो 1571 तक। इत्थे करतारपुर फिर भाई भगीरथ भाई बुढ़ा आदक ते माता पिता परिवार को छड्ड के लगभग फिर 3 सालों तो दूजी असी चढ़ते विसाख संमत 1567 आरंभ की। ते उस वेले महाराज दे चरण खड़ावां सी ते डंडा लक नाल रस्से लपेटे हुए मत्थे ते टिका जिहा लाया सी। फिर सरसा दे पीरां नाल महाराज दा गोष्ठी हुई। इतों करतारपुर चल के सुल्तानपुर बठिंडा ते पटनेर हनुमानगढ़ ये रास्ते सरसे पहुंचे।
ਉੱਥੇ ਫਿਰ ਸਰਸਾ ਜਿਹੜਾ ਸੀ ਮੁਸਲਮਾਨ ਪੀਰਾਂ ਦਾ ਇੱਕ ਬੜਾ ਅੱਡਾ ਸੀ। ਪੀਰ ਪੁੱਛਣ ਲੱਗੇ, ਸੰਤ ਜੀ ਤੁਸੀਂ ਕਿਹੜਾ ਤਪ ਕੀਤਾ? ਮਹਾਰਾਜ ਕਹਿੰਦੇ ਜਦੋਂ ਮਨ ਦੇ ਬੁਕਾਰ ਹੋਣ ਨਾ, ਸਰੀਰ ਦੇ ਬਲ ਕਰਕੇ ਬੁਕਾਰ ਕਰਦਾ ਹੋਵੇ ਤਾਂ ਸਰੀਰ ਨੂੰ ਨਿਰਬਲ ਕਰਕੇ ਮਨ ਨੂੰ ਸ਼ੁੱਧ ਕਰਨ ਵਾਸਤੇ ਤਪ ਕਰਨਾ ਚੰਗਾ ਆ। ਮਹਾਰਾਜ ਕਹਿੰਦੇ ਕਿ ਜੇ ਮਨ ਬੁਖਾਰੀ ਹੋਵੇ, ਸਰੀਰ ਦੇ ਬਲ ਕਰਕੇ ਬੁਖਾਰ ਕਰਦਾ ਹੋਵੇ, ਤੇ ਫਿਰ ਸਰੀਰ ਨੂੰ ਨਿਰਬਲ ਕਰਕੇ ਮਨ ਨੂੰ ਸ਼ੁੱਧ ਕਰਨ ਲਈ ਤਪ ਕਰਨਾ ਠੀਕ ਆ। ਔਰ ਮਨ ਤੇ ਸਰੀਰ ਸ਼ੁੱਧ ਹੋਣ ਤੇ ਸਿਮਰਨ ਕਰਨਾ ਚਾਹੀਦਾ। ਇਹ ਤਪਾਂ ਸ੍ਰੇਸ਼ਟ ਤਪ ਹੈ। ਇਸ ਵਾਸਤੇ ਅਸੀਂ ਤਾਂ ਇਹੀ ਨਾਮ ਸਿਮਰਨ ਰੂਪੀ ਤਪ ਕਰਦੇ ਹਾਂ। ਪੀਰ ਮਾਰੇ ਪ੍ਰੀਖਿਆ ਕਹਿਣ ਲੱਗੇ, ਸਾਡੇ ਨਾਲ ਤੁਸੀਂ ਚਲੀਸਾ ਕੱਢੋ, ਦੇਖਾਂਗੇ ਤੁਹਾਡਾ ਨਾਮ ਸੁਣ ਤਪ ਸਿਰ ਤਪਾਂ ਤਪਿਆ। ਤੇ ਫਿਰ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਨੂੰ ਮੰਨ ਗਿਆ। ਪੀਰ ਆਪਣੇ ਆਪਣੇ ਜੀ ਭੋਰਿਆਂ 'ਚ ਪਾਣੀ ਰੱਖ ਕੇ ਬਹਿ ਗਿਆ ਤੇ ਗੁਰੂ ਮਹਾਰਾਜ ਬਾਖੇ ਕੋੜੀ ਬਿਠਾਤੇ। ਤੇ ਜਦੋਂ ਫਿਰ ਪੀਰਾਂ ਨੇ ਦੇਖਿਆ ਇੱਕ ਦਾਣਾ ਜੌਂ ਦਾ ਖਾ ਕੇ ਪਾਣੀ ਦਾ ਪਿਆਲਾ ਪੀ ਲੈਣਾ, ਗੁਰੂ ਮਹਾਰਾਜ ਨੇ ਨਾ ਜੌਂ ਦਾ ਦਾਣਾ ਖਾਧਾ ਤੇ ਨਾ ਪਾਣੀ ਪੀਤਾ। ਤੇ 40 ਦਿਨ ਨਿਰਾਹਾਰ ਆਪਣੇ ਆਨੰਦ ਸਰੂਪ 'ਚ ਰਹੇ। ਜਦੋਂ 40 ਦਿਨਾਂ ਬਾਅਦ ਫਿਰ ਭੋਰੇ 'ਚੋਂ ਬਾਹਰ ਆਏ ਤੇ ਮਹਾਰਾਜ ਦਾ ਚਿਹਰਾ ਦਗ ਦਗ ਚੜ੍ਹਦੀਆਂ ਗੱਲਾਂ, ਪੀਰਾਂ ਦਾ ਚਿਹਰਾ ਮੁਰਝਾਇਆ। ਪੀਰ ਫਿਰ ਚੱਲ ਨਹੀਂ ਡੇ ਪਿਆ, ਮਾਫੀ ਮੰਗੀ। ਮਹਾਰਾਜ ਮੰਨ ਲਿਆ ਕਿ ਤਾਂ ਨਾਮ ਦੇ ਆਧਾਰ ਰਹਿੰਦੇ ਆ ਤੇ ਇਸ ਵਾਸਤੇ ਸਭ ਤਪਾਂ ਤੋਂ ਪਦਾਰਥਾਂ ਤੋਂ ਬਲਵਾਨ ਹੈ। ਉੱਥੇ ਮਹਾਰਾਜ ਜਾ ਚ ਗੁਰਦੁਆਰਾ ਬਣਿਆ ਸਰਸੇ ਕੋਲੇ 5 ਪੀਰਾਂ ਦੀਆਂ ਕੋਹੜੀਆਂ, ਪੀਰਾਂ ਦੇ ਨਾਮ ਬਹਾਵਲ ਹੱਕ ਜਲਾਲਦੀਨ ਆਦਿਕ ਇਤਿਹਾਸ 'ਚ ਮਿਲਦੇ ਹਨ। ਉਹ ਫਿਰ ਮਹਾਰਾਜ ਦੇ ਸੇਵਕ ਬਣ ਗਿਆ। ਫਿਰ ਬੀਕਾਨੇਰ ਇੱਕ ਸਰੀ ਬੜਾ ਮਿਲਿਆ। ਸਰਸੇ ਚੱਲ ਕੇ ਮਹਾਰਾਜ ਬੀਕਾਨੇਰ ਦੇ ਇਲਾਕੇ 'ਚੋਂ ਹੁੰਦੇ ਹੋਏ ਫਿਰ ਇੱਧਰ ਦੱਖਣ ਨੂੰ ਜਾਂਦੇ ਸੀ। ਇੱਕ ਸਰੇਵੜੇ ਨਾਲ ਫਿਰ ਚਰਚਾ ਹੋਈ ਤੇ ਉਹਨਾਂ ਦੇ ਧਾਰਮਿਕ ਨਿਯਮਾਂ ਦੇ ਸੰਬੰਧ 'ਚ ਮਹਾਰਾਜ ਨੇ ਸ਼ਬਦ ਉਚਾਰ ਕੇ ਸਾਰਾ ਦੱਸਿਆ ਕਿ ਇਹਨਾਂ ਦਾ ਹੈਗਾ ਕਿ ਜੀਵ ਹਿੰਸਾ ਨਹੀਂ ਕਰਨੀ। ਤੇ ਇਹ ਫਿਰ ਜਦੋਂ ਬਰਸਾਤ ਹੋਵੇ ਬਾਹਰ ਨਿਕਲਦੇ, ਪਾਣੀ 'ਚ ਨਹੀਂ ਵੜਦੇ, ਨਹਾਉਂਦੇ ਧੋਂਦੇ ਨਹੀਂ। ਤੇ ਮਹਾਰਾਜ ਨੇ ਸਿੱਖਿਆ ਦਿੱਤੀ ਹੈ ਵੀ ਪਾਣੀ ਨਾਲ ਹੀ ਤਾਂ ਸਾਰਾ ਕੁਝ ਹੁੰਦਾ, ਪਾਣੀ ਸਾਰਿਆਂ ਦਾ ਮੂਲ ਆ। ਸ਼ਲੋਕ ਮਹਲਾ ਪਹਿਲਾ। ਸਿਰ ਖੁਆਏ ਪੀਐ ਮਲਵਾਣੇ ਝੂਠਾ ਮੰਗ ਖਾਹੀ, ਫੁੱਲ ਫਦੀਹਤ ਮੋਏ ਲੈਣ ਪੜਾਸਾ ਪਾਣੀ ਦੇਖ ਸਗਾਹੀ। ਭੇਡਾਂ ਮੰਗੇ ਸਿਰ ਖੁਹਾਨ ਭਰੀਨ ਹੱਥ ਸੁਆਹੀ, ਮਾਊ ਪੀਊ ਕਿਰਤ ਗਵਾਨ ਟੱਬਰ ਉਨ ਤਾਹੀ। ਉਹਨਾਂ ਪਿੰਡ ਨਾ ਪੱਤਲ ਗਿਰਿਆ ਨਾ ਦੀਵਾ, ਮੋਏ ਕਥਾਉ ਜਾਹੀ। 8 ਦੀ ਦਿਨ ਨਾ ਟੋਈ ਬ੍ਰਾਹਮਣ ਅੰਨ ਨਾ ਖਾਹੀ। ਸਦਾ ਕਚੀਲ ਰਹਿ ਦਿਨ ਰਾਤੀ ਮੱਥਾ ਟੇਕੇ ਨਾ, ਚੁੰਡੀ ਪਾਏ ਬਹਿਨ ਨਿਤ ਮਰਨ ਦੜਦੀ ਬਣ ਨਾ ਜਾਹੀ। ਲੱਕੀ ਕਾਸੇ ਹੱਥੀਂ ਫੁੰਮਣ ਅੱਗੋਂ ਪਿੱਛੀ ਜਾਹੀ। ਨਾ ਹੋਵੇ ਜੋਗੀ ਨਾ ਹੋਵੇ ਜੰਗਮ, ਨਾ ਹੋਵੇ ਕਾਜੀ ਮੁੱਲਾਂ। ਦਈ ਬਗੋਏ ਫਿਰ ਹੈ ਬਗੁੱਤੇ ਪਿੱਟਾ ਬੱਤੇ ਗੱਲਾਂ। ਗੁਰੂ ਸਮੁੰਦ ਨਦੀ ਸਭ ਸਿੱਖੀ ਨਾਤੈ ਜਿਤ ਵਡਿਆਈ। ਨਾਨਕ ਜੇ ਸਿਰ ਕੁੱਥੇ ਨਾਵਣ ਨਾਹੀ, ਤਾਂ 7 ਚੱਟੇ ਸਿਰ ਛਾਈ। ਇਸ ਤਰ੍ਹਾਂ ਮਹਾਰਾਜ ਨੇ ਜਿਹੜੇ ਸਰੇਵੜੇ ਸੀ ਜੀਵ ਹਿੰਸਾ ਦੇ ਭਰਮ ਨੂੰ ਦੂਰ ਕਰਕੇ ਸ੍ਰੇਸ਼ਟ ਮਾਰਗ ਲਾਇਆ ਤੇ ਫਿਰ ਕੌਡੇ ਰਾਖ ਦੀ ਕਲਿਆਣ ਵਾਸਤੇ ਚਲ ਗਿਆ। ਕੌਡਾ ਜਿਹੜਾ ਬਿੰਦੀਆਂ ਚੱਲਦੇ ਹੇਠਾਂ ਦੱਖਣੀ ਜੰਗਲਾਂ 'ਚ ਰਹਿੰਦਾ ਸੀ, ਬੜਾ ਆਦਮਖੋਰ ਭੀਲ ਕੌਮ ਦਾ ਮੁਖੀ ਸੀਗਾ। ਇਹਦੇ ਕੰਮ ਸੀ ਡਾਕੇ ਮਾਰਨੇ, ਆਦਮੀਆਂ ਨੂੰ ਮਾਰ ਕੇ
ਖਾਣਾ। ਇਹਦੀ ਸੁਧਾਰ ਲਈ ਮਹਾਰਾਜ ਉੱਥੇ ਗਏ। ਮਰਦਾਨੇ ਨੂੰ ਫੜ ਲਿਆ, ਤੇਲ 'ਚ ਤਲ ਕੇ ਖਾਣ ਲਈ ਤਿਆਰੀ ਕਰਨ ਲੱਗਾ। ਅਤੇ ਗੁਰੂ ਮਹਾਰਾਜ ਨੇ ਜਦੋਂ ਕੜਾਹੇ ਵੱਲ ਨਿਗਾਹ ਕੀਤੀ ਅਤੇ ਉਹ ਠੰਡਾ ਹੋ ਗਿਆ। ਅਤੇ ਮਹਾਰਾਜ ਸ਼ਕਤੀ ਦੇਖ ਕੇ ਚਾਨਣ ਡਿੱਪਿਆ ਕਿ ਜਿਹਨੇ ਆਪਣੀ ਆਤਮ ਸ਼ਕਤੀ ਨਾਲ ਐਸਾ ਕੀਤਾ। ਅਤੇ ਮਹਾਰਾਜ ਨੇ ਕਿ ਇਹ ਕੰਮ ਨਹੀਂ ਕਰਨੇ, ਕਿਰਤ ਕਰੋ, ਕਿਰਤ ਕਰਕੇ ਖਾਓ, ਵੰਡ ਛਕੋ। ਅਤੇ ਫਿਰ ਇਸ ਤਰ੍ਹਾਂ ਜੀਵ ਨੂੰ ਮਾਰ ਕੇ ਖਾਣਾ ਇਹ ਠੀਕ ਨਹੀਂ। ਫਿਰ ਨਾਮ ਸਿਮਰਨ ਦਾ ਉਪਦੇਸ਼ ਦੇ ਕੇ ਅਤੇ ਉਹਨੂੰ ਰਾਖਸ਼ ਤੋਂ ਦੇਵਤਾ ਬਣਾ ਕੇ ਮਹਾਰਾਜ ਅੱਗੇ ਚੱਲੇ। ਕੂੜਾ ਕੋ ਰੱਖਿਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖਿਆ ਹੋਏ ਸੰਤ। ਫਿਰ ਸੰਗਲਾਦੀਪ ਜਿਹੜਾ ਰਾਜਾ ਸ਼ਿਵਨਾਭ ਸੀ, ਇਹ ਜੋਗੀਆਂ ਦਾ ਚੇਲਾ ਸੀਗਾ। ਕੋਡੇ ਦਾ ਆਧਾਰ ਕਰਕੇ ਮਹਾਰਾਜ ਅੱਗੇ ਨਦੀਆਂ, ਪਹਾੜਾਂ, ਨਗਰਾਂ, ਸ਼ਹਿਰਾਂ, ਜਾੜਾਂ 'ਚੋਂ ਲੰਘ ਕੇ ਮਹਾਰਾਜ ਫਿਰ ਬੇਅੰਤ ਜੀਵਾਂ ਦੀ ਕਲਿਆਣ ਕਰਦੇ ਹੋਏ ਆਪਣੇ ਨਾਗਾਪਟਮ ਸਮੁੰਦਰ ਦੇ ਕਿਨਾਰੇ ਫਿਰ ਮੇਸ਼ਰ ਗਏ। ਇੱਥੇ ਲੰਕਾ ਨੂੰ ਜਾਣ ਲਈ ਜਦ ਰਾਮ ਚੰਦਰ ਨੇ ਸਮੁੰਦਰ ਦੇ ਪੁਲ ਬੰਨ੍ਹਿਆ ਸੀ, ਉਹਨੇ ਆਪਣੇ ਇਸ਼ਟ ਗੁਰੂ ਦੀ ਪੂਜਾ ਕੀਤੀ ਸੀ। ਅਤੇ ਮੰਦਰ ਦੇ ਨਾਮ ਉੱਤੇ ਇਹ ਨਗਰ ਦਾ ਨਾਂ ਰੱਖਿਆ ਸੀ। ਉਹਦਾ ਨਾਂ ਰਮੇਸ਼ਰ ਪ੍ਰਸਿੱਧ ਸੀਗਾ। ਰਮੇਸ਼ਰ ਤੋਂ ਫਿਰ ਸਮੁੰਦਰ ਪਾਰ ਕਰਕੇ ਸੰਗਲਾਦੀਪ ਗਏ। ਜਿੱਥੇ ਮਹਾਰਾਜ ਇੱਕ ਸਿੱਖ ਭਾਈ ਸਨਮੁਖ ਲਾਹੌਰ ਤੋਂ ਵਪਾਰ ਕਰਨ ਗਿਆ ਸੀ। ਉਹਦੀ ਬੇਨਤੀ ਤੋਂ ਮਹਾਰਾਜ ਇੱਥੇ ਆਏ। ਰਾਜਾ ਸ਼ਿਵਨਾਭ ਵੀ ਚਰਨ 'ਚ ਆਇਆ, ਨਿਹਾਲ ਹੋਇਆ। ਅਤੇ ਸ਼ਿਵਨਾਭ ਨੇ ਗੁਰੂ ਦੀ ਪਰਖ ਵਾਸਤੇ ਬੜਾ ਕੁਛ ਕੀਤਾ। ਅਖੀਰੀ ਫਿਰ ਮਹਾਰਾਜ ਚਰਨਾਂ 'ਚ ਡਿੱਗ ਕੇ ਖਿਮਾ ਮੰਗੀ। ਫਿਰ ਆਗਿਆ ਅਨੁਸਾਰ ਸਤਸੰਗ ਲਈ ਧਰਮਸ਼ਾਲਾ ਬਣਾਏ, ਸਤਸੰਗ ਦੀ ਨੀਂਹ ਰੱਖੀ। ਇੱਥੇ ਫਿਰ ਸ਼ਿਵਨਾਭ ਜਿਹੜਾ ਹੱਠ ਜੋਗੀ ਸੀ, ਪ੍ਰਾਣਾਯਮ ਸਮਝਾਉਣ ਵਾਸਤੇ ਗੁਰੂ ਨੇ ਪ੍ਰਾਣ ਸੰਗਲੀ ਗ੍ਰੰਥ ਉਚਾਰਿਆ। ਅਤੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਬੀੜ ਸਮੇਂ ਗੁਰੂ ਅਰਜਨ ਸਾਹਿਬ ਨੇ ਉਹ ਪੋਥੀ ਭਾਈ ਪੈੜੇ ਤੋਂ ਸੰਗਲਾਦੀਪ ਤੋਂ ਮੰਗਵਾਈ ਸੀ। ਅਤੇ ਇਸ ਵਾਸਤੇ ਅੱਜ ਕੱਲ੍ਹ ਉਹ ਸੰਤ ਸਪੂਰਨ ਸਿੰਘ ਜਿਹੜੇ ਨਿਰਮਲੇ ਸੀ, ਉਹਨਾਂ ਨੇ ਉਹ ਪ੍ਰਾਣ ਸੰਗਲੀ ਛਪਾ ਕੇ ਉਹਦਾ ਅਨੁਵਾਦ ਵੀ ਕੀਤਾ। ਉਹ ਪੁਰਾਣੇ ਸਥਾਨਾਂ 'ਤੇ ਉਹ ਪ੍ਰਾਣ ਸੰਗਲੀ ਗ੍ਰੰਥ ਮਿਲਦਾ ਸੀ। ਇੱਥੇ ਫਿਰ ਸ਼ਿਵਨਾਭ ਰਾਜੇ ਦੀ ਮਹਾਰਾਜ ਨੇ ਕਲਿਆਣ ਕੀਤੀ। ਇੱਥੋਂ ਕਜਲੀ ਵਨ 'ਚ ਜਿਹੜਾ ਭਰਥਰੀ ਜੋਗੀ ਸੀ, ਜਿਹਦਾ ਛੋਟਾ ਭਰਾ ਬਿਕਰਮਾ ਜੀ ਸੀ, ਅਜੈਨਪੁਰੀ ਦਾ ਰਾਜਾ, ਅਤੇ ਉਹਦਾ ਬਿਕਰਮੀ ਸੰਮਤ ਚੱਲਦਾ ਹੈ। ਭਰਥਰੀ ਦਾ ਵੱਡਾ ਭਰਾ ਸੀ। ਮਸੂਰ ਪ੍ਰਦੇਸ਼ ਤੋਂ ਬੀਜਾਪੁਰ ਦੇ ਇਲਾਕੇ 'ਚ ਸੰਘਣੇ ਜੰਗਲਾਂ 'ਚ ਜਿਹੜਾ ਜੰਗਲ ਉਹਨੂੰ ਕਜਲੀ ਵਨ ਕਹਿੰਦੇ ਆ। ਜੋਗੀਆਂ ਦਾ ਇੱਥੇ ਬੜਾ ਅੱਡਾ ਸੀ। ਸੰਗਲਾਦੀਪ ਤੋਂ ਮਹਾਰਾਜ ਫਿਰ ਜਿਹੜੇ ਆ ਰਹੇ ਸੀ, ਆਪ ਜੀ ਫਿਰ ਇਹਨਾਂ ਦੇ ਆਸ਼ਰਮ ਗਏ। ਜੋਗੀਆਂ ਮੁਖੀ ਜਿਹੜਾ ਭਰਥਰੀ ਸੀ, ਉਹਨਾਂ ਪ੍ਰਸ਼ਨ ਉੱਤਰ ਹੋਏ ਯੋਗ ਬਾਰੇ। ਮਹਾਰਾਜ ਸ਼ੰਕੇ ਦੂਰ ਕੀਤੇ ਅਤੇ ਭਰਥਰੀ ਮਹਾਰਾਜ ਦਾ ਸੇਵਕ ਬਣ ਗਿਆ। ਇੱਥੋਂ ਫਿਰ ਨਾਮ ਪੁੱਛ ਕੇ ਭਰਥਰੀ ਕਹਿਣ ਲੱਗਾ ਯੋਗ ਧਾਰੋ, ਅਤੇ ਬਿਰਤੀ ਟਿਕ ਜਾਂਦੀ ਹੈ। ਮਹਾਰਾਜ ਕਹਿੰਦੇ ਆਪਣੇ ਇਸ਼ਟ ਦੇ ਸੇਵਾ ਕਰਨ ਸਭ ਕੁਝ ਮਿਲ ਜਾਂਦਾ। ਮਹਾਰਾਜ ਕਹਿੰਦੇ ਯੋਗ ਨਾਲ ਸਰੀਰ ਨੂੰ ਕਸ਼ਟ ਹੁੰਦਾ। ਸਰੀਰ ਨੂੰ ਕਸ਼ਟ ਹੋਣ ਕਰਕੇ ਮਨ 'ਚ ਯੋਗ ਤੋਂ ਹੀ ਭੱਜਦਾ ਹੈ। ਪਰ ਤੁਸੀਂ ਮਨ ਨੂੰ ਤੰਗ ਕਰਕੇ ਦੁਖੀ ਕਰਦੇ ਹੋ, ਪਰਮਤਾ ਦੀ ਪ੍ਰਾਪਤੀ ਵੀ ਔਖੀ ਹੋ ਜਾਂਦੀ ਹੈ। ਭਰਤ ਨੇ ਪੁੱਛਿਆ ਤੁਹਾਡੇ ਸਿੱਖ ਪਰਮ ਗਤੀ ਕਿਵੇਂ ਪ੍ਰਾਪਤ ਕਰਦੇ? ਪਾਤਸ਼ਾਹ ਕਹਿੰਦੇ ਸਾਡਾ ਯੋਗ ਤਾਂ ਇਹ ਹੈ ਕਿ ਅਸੀਂ ਆਪਣੀ ਦੇਵ ਨਿਰੰਕਾਰ ਨਾਲ ਜੋੜਦੇ ਹਾਂ ਸ਼ਬਦ ਦੁਆਰਾ, ਔਰ ਸਰੀਰ ਨੂੰ ਕੋਈ ਕਸ਼ਟ ਨਹੀਂ, ਮਨ ਖਿੜਿਆ ਰਹਿੰਦਾ, ਸਰੀਰ ਵੀ ਜਿਹੜਾ ਹੈ ਚੱਲਦਾ ਰਹਿੰਦਾ। ਪਰਮਾਤਮਾ ਦੀ ਸਭ ਸਲਾਹ ਕਰਨੀ, ਨਾਮ ਸਿਮਰਨ ਕਰਨਾ, ਸੁਣਨਾ ਔਰ ਵਿਚਾਰ ਕਰਨੀ, ਬਿਰਤੀ ਸੌਖੀਆਂ ਜੁੜ ਜਾਂਦੀ ਹੈ।
ਫਿਰ ਆਪਣੇ ਇਹ ਅਵਸਥਾ ਨੂੰ ਅਸੀਂ ਸਹਿਜ ਯੋਗ ਕਹਿੰਦੇ ਹਾਂ। ਇਹ ਭਾਰਤੀ ਕਹਿਣ ਲੱਗਾ ਮੇਰਾ ਅਸ਼ਟਾਂਗ ਯੋਗ ਧਾਰਨ ਕਰਕੇ ਰਾਗ ਯੋਗ ਕਮਾਉਂਦੇ ਹਾਂ। ਤੁਸੀਂ ਰਾਜ ਯੋਗ ਕਿਵੇਂ ਕਮਾਉਂਦੇ ਹੋ? ਪਾਤਸ਼ਾਹ ਕਹਿੰਦੇ ਆ ਕਿ ਅਸੀਂ ਤਾਂ ਕਹਿੰਦੇ ਹਾਂ ਚਾਹੇ ਵਿਅੰਗਮ ਹੈ ਚਾਹੇ ਗ੍ਰਸਤੀ ਹੈ, ਜਿਹੜਾ ਸਿਮਰਨ ਕਰਦਾ ਉਹ ਮਾਇਆ ਤੋਂ ਨਿਰਲੇਪ ਹੋ ਜਾਂਦਾ ਅਤੇ ਪਦਾਰਥਾਂ ਦੇ ਵਿੱਚ ਨਹੀਂ ਖੁੱਭਦੇ, ਮਨ ਨੂੰ ਆਪਣੇ ਮਾਲਕ ਨਾਲ ਜੋੜਦੇ ਹਾਂ। ਅਸੀਂ ਇਸ ਅਵਸਥਾ ਨੂੰ ਰਾਜ ਯੋਗ ਕਹਿੰਦੇ ਹਾਂ। ਭਾਰਤੀ ਕਹਿਣ ਲੱਗਾ ਮਹਾਰਾਜ ਅਸੀਂ ਮਦ ਦਾ ਸ਼ਰਾਬ ਦਾ ਪਿਆਲਾ ਵੀ ਖੰਡ ਸਮਾਧੀ ਲਾਉਂਦੇ ਹਾਂ, ਅਲੱਖ ਨਿਰੰਜਨ ਦੇ ਦਰਸ਼ਨ ਕਰਦੇ ਹਾਂ। ਤੁਹਾਨੂੰ ਮਦਪਾਨ ਕੀਤੇ ਬਿਨਾਂ ਸਹਿਜ ਯੋਗ ਵਿੱਚ ਦਰਸ਼ਨ ਕਿਵੇਂ ਹੋ ਸਕਦੇ? ਮਹਾਰਾਜ ਕਹਿਣ ਲੱਗੇ ਭਾਈ ਅਸੀਂ ਝੂਠੇ ਮਦ ਨਹੀਂ ਪੀਂਦੇ, ਅਸੀਂ ਤਾਂ ਗਿਆਨ ਧਿਆਨ ਰੂਪੀ ਗੁੜ ਅਤੇ ਸਕਾਂ ਨਾਲ ਤਿਆਰ ਕੀਤਾ ਪ੍ਰੇਮ ਰੂਪੀ ਅੰਮ੍ਰਿਤ ਦਾ ਰਸ ਪੀਂਦੇ ਹਾਂ ਔਰ ਸਦਾ ਉਹਦੇ ਦਰਸ਼ਨ ਕਰਦੇ ਹਾਂ। ਸਾਨੂੰ ਸਮਾਧੀ ਲਾਉਣ ਦੀ ਲੋੜ ਨਹੀਂ ਪੈਂਦੀ। ਅਤੇ ਭਾਰਤੀ ਦੇ ਪ੍ਰਸ਼ਨ ਦੇ ਉੱਤਰ 'ਚ ਗੁਰੂ ਮਹਾਰਾਜ ਨੇ ਸ਼ਬਦ ਵੀ ਬਖਸ਼ਿਆ। ਆਸਾ ਮਹਲਾ ਪਹਿਲਾ। ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਨੀ ਕਾ ਸਫਾਈ ਹੈ। ਪਾਠੀ ਪਵਨ ਪ੍ਰੇਮ ਕਾ ਪੋਚਾ, ਇਹ ਤੇਰਾ ਸਮਿਓ ਚੁਆਈ ਹੈ। ਬਾਬਾ ਮਨ ਮੁਤਵਾਰੋ ਨਾਮ ਰਸ ਪੀਵੈ, ਸਹਿਜ ਰੰਗ ਰਚ ਰਹਿਆ। ਐਨਸ ਬਣੀ ਪ੍ਰੇਮ ਲਿਵ ਲਾਗੀ, ਸਬਦਾਂ ਨਾਦ ਗਹਿਆ ਰਹੋ। ਪੂਰਾ ਸਾਚ ਪਿਆਲਾ ਸਹਿਜੇ, ਤਿਸੈ ਪਿਆਏ ਜਾ ਕੋ ਨਦਰ ਕਰੇ। ਅੰਮ੍ਰਿਤ ਦਾ ਵਪਾਰੀ ਹੋਵੇ, ਕਿਆ ਮਦ ਛੂਛੇ ਭਾਉ ਧਰੇ। ਗੁਰ ਕੀ ਸਾਖੀ ਅੰਮ੍ਰਿਤ ਬਾਣੀ, ਪੀਵਤੀ ਪ੍ਰਵਾਨ ਪਾਇਆ। ਦਰ ਦਰਸ਼ਨ ਕਾ ਪ੍ਰੀਤਮ ਹੋਵੇ, ਮੁਕਤ ਬਕੁੰਠਾ ਕਰੇ ਕਿਆ। ਸਿਫਤੀ ਰਤਾ ਸਦਾ ਵਿਰਾਗੀ, ਜੂਏ ਜਨਮ ਨੂੰ ਹਾਰਾ। ਕੋ ਨਾਨਕ ਸੁਨ ਭਰਤੀ ਜੋਗੀ, ਖੀਵਾ ਅੰਮ੍ਰਿਤ ਹਾਰਾ। ਮਤਲਬ ਕਿ ਨਾਮ ਰਸ ਦੇ ਪੀਣ ਸਦਾ ਆਪਣੇ ਪ੍ਰੀਤਮ ਦੇ ਰੰਗ ਵਿੱਚ ਉਹ ਗੁਰਮੁਖ ਸਮਾਏ ਰਹਿੰਦੇ ਹੈ। ਦਿਨ ਰਾਤ ਉਹਦੇ ਪਿਆਰ ਵਿੱਚ ਲਿਵ ਜੋੜੀ ਰੱਖਦੇ ਹੈ। ਅਨਾਹਦ ਸ਼ਬਦ ਉਹਨਾਂ ਨੂੰ ਪ੍ਰਾਪਤ ਹੁੰਦਾ, ਜਿਹਦੀ ਹੱਦ ਸੀਮਾ ਨਹੀਂ। ਇੱਕ ਰਸ ਪਰਮਾਤਮਾ ਦੀ ਸਿਫਤ ਕਰਨ ਵਾਲਾ ਸਦਾ ਬਰਾਗੀ ਹੈ। ਮਾਇਆ ਵਿੱਚ ਲੱਗ ਕੇ ਜਨਮ ਉਹ ਨਿਸਫਲ ਨਹੀਂ ਗਾਉਂਦਾ। ਪਰ ਤ੍ਰਿਜੋਗੀ ਐਸਾ ਮਸਤ ਹੋਇਆ ਕਿ ਫਿਰ ਉਹ ਪੁਰਸ਼ ਆਤਮ ਸਰੂਪ ਦਰਸ਼ਨ ਰੂਪੀ ਅੰਮ੍ਰਿਤ ਨੂੰ ਪ੍ਰਾਪਤ ਕਰ ਲੈਂਦਾ। ਇਸ ਕਰਕੇ ਕਹਿੰਦੇ ਨਿਰਣਾ ਸੱਚੇ ਮਦ ਦਾ, ਸਹਿਜ ਸਮਾਧੀ ਦਾ, ਹਾਂਜੀ ਨਿਤ ਦਰਸ਼ਨ ਦਾ ਸੁਣ ਕੇ ਪਰਥਰੀ ਮਹਾਰਾਜ ਨੇ ਸਿਰ ਝੁਕਾਇਆ। ਅਤੇ ਹੋਰ ਜੋਗੀ ਜਿਹੜੇ ਪਰਥੇ ਬੈਠੇ ਚਰਚਾ ਸੁਣਦੇ ਸੀ, ਉਹਨੇ ਪੁੱਛਿਆ ਗ੍ਰਸਥ ਰਹਿ ਕੇ ਪਰਮੇਸ਼ਰ ਪ੍ਰਾਪਤੀ ਕਿਵੇਂ ਹੁੰਦੀ ਹੈ? ਤੇ ਮਹਾਰਾਜ ਕਹਿੰਦੇ ਭਈ ਇਹ ਤਾਂ ਗ੍ਰਸਥ ਨੂੰ ਤਿਆਗ ਕੇ ਯੋਗ ਸਾਧਨ ਦੁਆਰਾ ਹੋ ਸਕਦੀ ਹੈ। ਅਤੇ ਮਹਾਰਾਜ ਕਹਿੰਦੇ ਭਾਈ ਜਿਹੜਾ ਪੁਰਸ਼ ਨੇਕ ਕਮਾਈ ਕਰਦਾ, ਆਪ ਖਾਵੇ ਦੂਆਂ ਲੋੜਾਂ ਨੂੰ ਖਵਾਵੇ, ਪ੍ਰੇਮਾ ਭਗਤੀ ਦੁਆਰਾ ਪਰਮਾਤਮਾ ਦਾ ਭਜਨ ਕਰਕੇ ਮਨ ਨੂੰ ਉਹਦੇ ਨਾਲ ਜੋੜੇ, ਇਸ ਤਰ੍ਹਾਂ ਜਿਹੜਾ ਜੀਵਨ ਵਿੱਚ ਬਤੀਤ ਕਰਦਾ ਉਹ ਗ੍ਰਸਥੀ ਰਹਿ ਕੇ ਵੀ ਪ੍ਰਾਪਤ ਕਰ ਲੈਂਦਾ। ਇਸ ਤਰ੍ਹਾਂ ਅਨੇਕਾਂ ਪੁਰਸ਼ ਨੂੰ ਉੱਤਰ ਸਿੱਧਾ ਨਾ ਹੋਏ ਅਤੇ ਮਹਾਰਾਜ ਅੱਗੇ ਉਹਨਾਂ ਨੂੰ ਸਿਰ ਝੁਕਾਉਣਾ ਪਿਆ। ਅਤੇ ਸਤਿਗੁਰ ਬਚਨਾਂ ਨੂੰ ਸਤ ਬਚਨ ਕਿਹਾ। ਇਹ ਬਹਾਵਲ ਵਰਜਾ ਪੀਰ ਮਖਦੂਮ ਬਹਾਵਦੀਨ ਕੁਰੈਸ਼ੀ ਸੀ, ਉਹਨੂੰ ਮਿਲੇ। ਇੱਥੋਂ ਮਹਾਰਾਜ ਕਜਲੀਵੰਤ ਤੋਂ ਚੱਲ ਕੇ ਫਿਰ ਸਮੁੰਦਰ ਦੇ ਪੱਛਮੀ ਘਾਟ ਦੇ ਨਾਲ ਨਾਲ ਹਾਂਜੀ ਮਾਲਾਬਾਰ, ਗੁਜਰਾਤ, ਬੰਬਈ ਆਦਿ ਇਹਨਾਂ ਇਲਾਕਿਆਂ 'ਚ ਵਿਚਰਦੇ ਸਤਿਨਾਮ ਦਾ ਉਪਦੇਸ਼ ਦਿੰਦੇ ਹੋਏ ਸਿੰਧ ਵਿੱਚ ਉੱਚ ਦੇ ਪੀਰਾਂ ਕੋਲ ਬਹਾਵਲਪੁਰ ਆਏ। ਉੱਚ ਦਾ ਪੀਰ ਜਿਹੜਾ ਬਹਾਵਦੀਨ ਸੀ ਨਾ, ਉਹ ਰਿੱਧੀਆਂ ਸਿੱਧੀਆਂ ਕਰਾਮਾਤਾਂ ਉੱਤੇ ਬਹੁਤ ਭਰੋਸਾ ਰੱਖਦਾ ਸੀ। ਮਹਾਰਾਜ ਕਹਿੰਦੇ ਪੀਰ ਜੀ ਇਹਨਾਂ ਕਰਾਮਾਤਾਂ ਨਾਲ ਲੋਕਾਂ ਨੂੰ ਭਰਮਾ ਕੇ ਮਾਇਆ ਇਕੱਠੀ ਕਰਾਉਣੀ ਜਾਂ ਪੂਜਾ ਕਰਾਉਣੀ, ਹਾਂਜੀ ਇਹ ਮਾਇਆ ਤਾਂ ਭਾਸ਼ਾ ਕਹਿੰਦੇ ਮੁਰਦਾ ਆ। ਮੁਰਦਾ ਖਾਣਾ ਦਾ ਨੀਚਾਂ ਦਾ ਕੰਮ ਹੈ। ਤੁਸੀਂ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਬਣੋ, ਬੰਦਗੀ ਕਰਨ ਵਾਲੇ ਹੰਸ ਬਣੋ। ਪਰਮਾਤਮਾ ਦੇ ਨਾਮ ਰੂਪੀ ਮੋਤੀ ਨੂੰ ਚੋਗੋ, ਤ੍ਰਿਪਤ ਰਹੋ। ਐਸੇ ਵਜਨ ਵਿੱਚ ਸੁਣੇ ਪੀਰ ਨੇ ਗੁਰੂ ਮਹਾਰਾਜ ਸ਼ਰਧਾਲੂ ਹੋਇਆ ਅਤੇ ਇੱਥੋਂ ਚੱਲ ਕੇ ਮਹਾਰਾਜ ਅਨੇਕ ਪੁਰਾਣੀਆਂ ਨਾਮਦਾਨ ਦੀਆਂ ਦਾਤਾਂ ਦਿੰਦੇ। ਸੁਲਤਾਨਪੁਰ ਲੋਧੀ ਅਤੇ ਧੰਨ ਧੰਨ ਬੇਬੇ ਨਾਨਕੀ ਜੀ ਨੂੰ ਮਿਲ ਕੇ ਫਿਰ ਆਪਣੇ ਪਰਿਵਾਰ ਦੇ ਕੋਲ
करतारपुर महाराज फिर चले गए सच्चे पातशाह। फिर तीसरी उदासी महाराज ने उत्तर दिशा समेर पर्वत वल की थी संमत 1573 तो 1575। दक्षिण दिशा चों फिर वापस आके महाराज कुछ महीने अपने परिवार करतारपुर आए। दिन वेले संगत इकट्ठी होंगी, कथा कीर्तन सत्संग होंदा सी, संगतां निहाल होंदियां रहियां। फिर तारन वास्ते महाराज जी उत्तर देहे लोगों नूं तारन लई अपणियां पाछियां चींबां असू लोहार नूं लैके सिद्धां दे ठिकाणे समेर पर्वत ते चले गए। करतारपुर तो जम्मू के रास्ते वे महाराज जी बटन साहब चश्मे इत्थे ठहरे। इत्थे श्रीनगर तो 40 मील पूर्व असकरद किले के कोल आ। इत्थे मटनवे सतगुरु का एक ब्रह्मदास कश्मीरी ब्राह्मण सी, उन्होंने मारे चर्चा हुई। वो सालग्राम का पाशी ब्रह्मदास ने गुरु महाराज उपदेश धारण करके सालग्राम पूजा छड्ड के निरंकार दी पूजा करन लग पिया। इस इलाके का प्रचारक उन्होंने थापिया। इत्थे महाराज याद विच गुरुद्वारा साहब बने हैं। ते मटन तो फिर महाराज अपने बद्रीनाथ सप्त सिंह हेमकुंड का समेर पर्वत कैलाश पर्वत उत्ते सिद्ध मंडली मानसरोवर उत्थे पहुंचे। सिद्ध जड़े देख के बड़े हैरान हुए कि भले केड़ी शक्ति जड़ा तू इत्थे आ गया, बड़ा नां की है। महाराज कहते मैं तो सारिया शक्तियों का जड़ा मुंड है ना परमात्मा उसकी प्रेम भगती कर रहा, उसकी शक्ति नाल मैं इत्थे पहुंचा। मेरा नाम नानक निरंकारी है। भाई गुरदास ने अपनी 12 चो लिखा भी है। बाबे डिठी पृथ्वी नवै खंड जिथे तक आई, फिर जाए चढ़िया समेर पर सिद्ध मंडली दृष्टि आई। 84 सिद्ध गोर खाद मन अंदर गणती वरताई। सिद्ध भूषण सुन वालिया कौन शागत तुहे थे लियाई। हौंजा पिया परमेसरो भाव पग संगताली लाई। आखण सिद्ध सुन वालिया अपना नाव तुम दे बताई। नानक अखे नास जी नानक नाम जपे गत पाई। नीच कहाए ऊच कर आए। फिर सिद्ध कहने लगे मात लोग की वरतारा। पाशाह ने मात लोग झूठ की काली बोली रात छाई है। सच का चंद्रमा किते दिस नहीं रहा। तुसीं परबंधां जाके लोके बह गए। जगदा पार तारा दसो कौन करूगा। भगत लोग रासां द्वारा नाच रंगां च रुझे हुए। कहते धर्म की सिक्ख्या कौन देवे। ब्राह्मण घर घर पूजा च लगे हुए, दान लेंदे लोगों के। काजी वड्डियां लैके बेइंसाफी कर रहा है। इस तरह सारे संसार के जीवन का बुरा हाल होया। इन्हां दी कल्याण कौन करे। वो भाई गुरदास जी ने फिर सारा पौड़ी च दसिया वरतारा। कालिया कुत्ते मुही काज हुआ मरदार गुसाई। राजे पाप कमाम दे उल्टी बाढ़ खेत को खाई। पर जान दी ज्ञान बिन कूड़ को सत मुखों आलाई। चेले साज बजाएं दे नचन गुरु बहुत विद भाई। चेले बैठन घरां विच गुर उठ करी तनाड़े जाई। काजी हुए रिश्वती बड़ी लैके हक गवाई। इस्तरी पुरखा दाम हित पावें आए कथाओं जाई। वरत्या पाप सब जग माही। इस तरह मात लोक दे विच कूड़ कुसत दा वरतारा हो रहा। महाराज कहने तुहाडा सिद्ध लोकां दा ये हाल है। सिद्ध शब बैठे पर्वती कौन जगत को पार उतारा। और जोगी ज्ञान भी होने निस दिन अंग लगाए निशारा। वाहिगुरु डुबा संसारा। पातशाह कहने लगे जिन्ना संसार है इहदी कल्याण करनी सी, सच्चे राह ते तोरना सी। तुसीं सिद्ध लोग पहाड़ां जाके डेरे ला के लोके बह गए। लोकां दी कौन सहायता करेगा। तो फिर चर्चा तो सिद्ध जड़े अपनी करामतां दिखा के मारन भी बस करने का यतन करिए। पर किसी तरह भी हाँ जी उन्होंने सफलता न मिली। आखिर
ਉੱਠ ਕੇ ਲੱਖ ਲੱਖ ਰੋਂਦੇ। ਇੱਧਰ ਉੱਧਰ ਖਿੰਡ ਫੁੰਡ ਗਏ। ਸੁਮੇਰਪੁਰ ਤੋਂ ਮਹਾਰਾਜ ਫਿਰ ਨੇਪਾਲ, ਸਿੱਕਮ, ਭੂਟਾਨ ਹੁੰਦੇ ਅਤੇ ਫਿਰ ਤਿੱਬਤ ਔਰ ਉਹਦੇ ਆਸ ਪਾਸ ਸਾਰੇ ਜੀਵਾਂ ਦੇ ਕਲਿਆਣ ਕਰਦੇ। ਤਿੱਬਤ ਤੋਂ ਵਾਪਸ ਕਸ਼ਮੀਰ, ਜੰਮੂ ਇੱਧਰ ਆ ਗਏ। ਜੰਮੂ ਤੋਂ ਜਸਰੋਟੇ, ਮਾਧੋਪੁਰ, ਸੁਜਾਨਪੁਰ, ਪਠਾਨਕੋਟ, ਗੁਰਦਾਸਪੁਰ ਹੁੰਦੇ। ਬਿਆਸ ਭਰ ਕੇ ਬੇਬੇ ਨਾਨਕੀ ਕੋਲ ਮਹਾਰਾਜ ਸੁਲਤਾਨਪੁਰ ਸਾਹਿਬ ਆ ਗਏ। ਸੁਲਤਾਨਪੁਰ ਤੋਂ ਮਹਾਰਾਜ ਸੱਚੇ ਪਾਤਸ਼ਾਹ 2 ਦਿਨ ਪਿੱਛੋਂ ਕਰਤਾਰਪੁਰ। ਹਾਂਜੀ, ਜਦੋਂ ਤੁਰਨ ਲੱਗੇ ਬੇਬੇ ਜੀ ਕਹਿਣ ਲੱਗ, ਵੀਰ ਜੀ ਮੇਰਾ ਸਰੀਰ ਤਾਂ ਹੁਣ ਹਾਂਜੀ ਬਿਰਧ ਹੋ ਗਿਆ ਅਤੇ ਹੁਣ ਫਿਰ ਜਿਵੇਂ ਸਰੀਰ ਤਿਆਗਣਾ ਪੈਣਾ। ਤੁਸੀਂ 3 ਦਿਨ ਹੋਰ ਮੇਰੇ ਕੋਲ ਰਹੋ। ਬੇਬੇ ਜੀ ਦਾ ਵਚਨ ਮੰਨ ਕੇ ਮਹਾਰਾਜ ਫਿਰ ਉੱਥੇ ਰਹੇ। ਉਪਰੋਂ ਦੂਜੇ ਦਿਨ ਬੇਬੇ ਜੀ ਪ੍ਰਲੋਕ ਗਮਨ ਕਰ ਗਏ। ਤੀਜੇ ਦਿਨ ਭਜਿਆ ਜੈ ਰਾਮ ਵੀ ਇਸੇ ਤਰ੍ਹਾਂ ਸੁਧਾਰਨ ਜਿਵੇਂ ਹਾਂਜੀ। ਅਤੇ ਬੁਖਾਰ ਜਿਹਾ ਹੋਇਆ ਮਾੜਾ ਜਿਹਾ, ਉਹ ਵੀ ਸਰੀਰ ਤਿਆਗ ਪ੍ਰਲੋਕ ਚਲ ਗਏ। ਅਤੇ ਗੁਰੂ ਮਹਾਰਾਜ ਇਹਨਾਂ ਦਾ ਸੰਸਕਾਰ ਕਰਕੇ ਅਜਿੱਥੇ ਰੰਧਾਵੇ ਕੋ ਉੱਥੋਂ ਕਰਤਾਰਪੁਰ ਆਪਣੇ ਪਰਿਵਾਰ ਕੋ ਆ ਗਏ। ਇਸ ਤਰ੍ਹਾਂ ਸੰਮਤ 1575 ਵਿੱਚ ਇਹ ਤੀਜੀ ਉਦਾਸੀ ਜਿਹੜੀ ਮਹਾਰਾਜ ਨੇ ਸੰਪੂਰਨ ਕੀਤੀ ਹੈ। ਫਿਰ ਮਹਾਰਾਜ ਚੌਥੀ ਉਦਾਸੀ ਪੱਛਮ ਦੀ ਹੈ, ਸੰਮਤ 1575 ਤੋਂ 1579। ਕਟਾਸ਼ ਰਾਜ ਉੱਤਰ ਦਿਸ਼ਾ ਦੀ ਯਾਤਰਾ ਤੋਂ ਆ ਕੇ ਮਹਾਰਾਜ ਫਿਰ ਆਪਣੇ ਦਰਸ਼ਨ ਉਪਦੇਸ਼ ਕਰਦੇ ਹੋਏ ਪ੍ਰੇਮੀ ਸੰਗਤਾਂ ਨਿਹਾਲ ਕਰਕੇ ਫਿਰ ਕਰਤਾਰਪੁਰ ਰਹੇ। ਸੰਮਤ 1575 ਨੂੰ ਪਿਛਲੇ ਪਕਸ਼ 'ਤੇ ਮਹਾਰਾਜ ਕਰਤਾਰਪੁਰ ਤੋਂ ਚੱਲ ਕੇ ਤਲਵੰਡੀ ਗਏ। ਤਲਵੰਡੀ ਤੋਂ ਵਿਸਾਖੀ 1576 ਦਾ ਮੇਲਾ ਕਟਾਸ ਰਾਜ ਕੀਤਾ। ਕਟਾਸ ਰਾਜ ਪਿੰਡ ਦਾਦਨ ਖਾਂ ਦੇ ਨੇੜੇ ਜ਼ਿਲ੍ਹਾ ਜੇਹਲਮ ਆ। ਇੱਥੋਂ ਮਹਾਰਾਜ ਜੋਗੀਆਂ ਅਤੇ ਸੰਨਿਆਸੀਆਂ ਨੂੰ ਸੱਚਾ ਬਰਾਗ ਦੱਸਿਆ, ਮੰਦ ਬਰਾਗ ਦਾ ਨਿਰਣਾ ਕਰਕੇ ਸਮਝਾਇਆ। ਔਰ ਜਿਹੜੇ ਲੋਕ ਗ੍ਰਹਿ ਦੇ ਦੁੱਖਾਂ ਦੀ ਤਕਲੀਫਾਂ ਤੋਂ ਭੱਜ ਕੇ ਹਾਂਜੀ ਲੋੜਾਂ ਪੂਰੀਆਂ ਕਰਨ ਲਈ ਇਹਨਾਂ ਦੇ ਘਰਾਂ 'ਚ ਫਿਰਦੇ ਸੀ, ਉਹਨਾਂ ਨੂੰ ਉਪਦੇਸ਼ ਦਿੱਤਾ। ਫਿਰ ਜਿਹੜੇ ਮੰਦ ਬਰਾਗੀ ਹਾਂਜੀ, ਇਹਦਾ ਫਲ ਥੋੜ੍ਹਾ ਹੁੰਦਾ। ਦੂਜੇ ਲੋਕ ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਆ ਪਦਾਰਥਾਂ ਦੀ ਪੂਰਤੀ ਲਈ ਹਾਂਜੀ, ਅਤੇ ਘਰ ਦੇ ਸਾਰੇ ਸੁੱਖ ਹੁੰਦੇ ਆ, ਸਭ ਤੋਂ ਉਪਰਾਮ ਹੋ ਜਾਂਦੇ ਆ, ਉਹ ਸੱਚੇ ਬਰਾਗੀ। ਸੰਨਿਆਸੀ ਨੂੰ ਸੱਚਾ ਬਰਾਗ ਧਾਰਨਾ ਕਰਨਾ ਚਾਹੀਦਾ, ਦਿਖਾਵੇ ਨਾਲ ਗੱਲ ਨਹੀਂ ਬਣਦੀ। ਫਿਰ ਰੋਹਤਾਸ ਟਿੱਲਾ ਜਿਹੜਾ ਸੀ ਬਾਲ ਗੰਧਾਈ ਦਾ, ਕੰਨ ਪੜਾਏ ਜੋਗੀਆਂ ਦਾ ਸਥਾਨ ਸੀ ਨਾ, ਕੰਨ ਪਾਟਿਆਂ ਦਾ। ਕਟਾਸ ਪਿੰਡ ਤੋਂ ਦਾਦਨ ਖਾਂ ਦੇ ਰਸਤੇ ਮਹਾਰਾਜ ਫਿਰ ਰੋਹਤਾਸ ਕੰਨ ਪਾਟੇ ਜੋਗੀਆਂ ਦੇ ਕੋਲ ਟਿੱਲਾ ਜਿਹੜਾ ਬਾਲ ਗੰਧਾਈ ਉੱਥੇ ਆ ਗਿਆ। ਇੱਥੇ ਜਿਹੜਾ ਇਹ ਸਥਾਨ ਆ ਦੀਨਾ ਰੇਲਵੇ ਸਟੇਸ਼ਨ ਜ਼ਿਲ੍ਹਾ ਜੇਹਲਮ ਤੋਂ 3 ਮੀਲ ਦੂਰ ਪੱਛਮ ਦਿਸ਼ਾ ਹੈਗਾ। ਇੱਥੇ ਉਸ ਸਮੇਂ ਜੋਗੀ ਜਿਹੜਾ ਰਹਿੰਦਾ ਸੀ ਤਾਂ ਉਹ ਆਪ ਪਖੜੇ ਦੀ ਰੋਟੀ ਆਟਾ ਬਣਾ ਕੇ ਉਹਦੀ ਰੋਟੀ ਖਾਂਦਾ ਸੀ। ਆਪਣੇ ਡੇਰੇ ਆਏ ਅਤੇ ਸੀ ਸਾਧੂ ਸੰਤਾਂ ਦੀ ਭੋਜਨ ਪਾਣੀ ਨਾਲ ਬਸਤਰ ਚੰਗਾ ਦਿੰਦਾ ਸੀ, ਬਹੁਤ ਸੇਵਾ ਕਰਦਾ ਸੀ। ਇਹਦੀ ਕਰਨੀ ਦੇ ਮਹਾਰਾਜ ਬੜੇ ਖੁਸ਼ ਹੋਏ ਕਿ ਇਹਨੇ ਆਪਣੀਆਂ ਬਾਸ਼ਨਾਂ 'ਤੇ ਕਾਬੂ ਪਾਇਆ। ਉਹਨੂੰ ਕਿਹਾ ਨਿਰੰਕਾਰ ਨਾਮ ਜਪੋ, ਸਿਮਰਨ ਕਰੋ, ਆਪਣੀ ਬਿਰਤੀ ਨੂੰ ਮਾਲਕ ਨਾਲ ਜੋੜੋ। ਇੱਥੋਂ ਫਿਰ ਚੋਹਾ ਸਾਹਿਬ ਅਤੇ ਇਸ ਟਿੱਲੇ ਤੋਂ ਉੱਤਰ ਕੇ ਫਿਰ ਮਹਾਰਾਜ ਪਹਾੜੀ ਦੇ ਹੇਠ ਗੁਰੂ ਮਹਾਰਾਜ ਸਿੱਖ ਭਗਤੂ ਜਿਹੜਾ ਸੀ ਉਹ ਬੇਨਤੀ ਕਰਦਾ ਸੀ। ਅਤੇ ਇੱਥੇ ਫਿਰ ਪੱਥਰ ਚੁੱਕ ਕੇ ਮਹਾਰਾਜ ਨੇ ਪਾਣੀ ਦਾ ਪ੍ਰਵਾਹ ਚਲਾਇਆ। ਉਹ ਅੱਜ ਤਾਈਂ ਜਾਰੀ ਹੈ ਅਤੇ ਸਰੋਵਰ ਆ, ਗੁਰਦੁਆਰਾ ਆ। ਇੱਥੋਂ ਚੱਲ ਕੇ ਮਹਾਰਾਜ ਫਿਰ ਕਈ ਸਥਾਨਾਂ 'ਚ ਚਰਨ ਪਾਉਂਦੇ ਹੋਏ ਫਿਰ ਮਹਾਰਾਜ ਇਸਮਾਈਲ ਖਾਂ, ਡੇਰਾ ਗਾਜੀ ਖਾਂ ਔਰ ਜਾਮਪੁਰ, ਮੀਰਾਂਪੁਰ, ਨਸ਼ਹਿਰੇ, ਰਾਜਨਪੁਰ ਅਤੇ ਮਿਠਨਕੋਟ ਔਰ ਜਿੱਥੇ 5 ਦਰਿਆ ਇਕੱਠੇ ਹੁੰਦੇ ਆ ਇੱਥੇ ਆਏ। ਇੱਥੋਂ ਸੱਖਰ ਪੱਖਰ ਅਤੇ ਕੋੜੀ ਜੀਵਾਂ ਦੀ ਕਲਿਆਣ ਕੀਤੀ ਹੈ।
ਫਿਰ ਰੋੜੀ ਤੋਂ ਸਾਧ ਵੇਲੇ ਆਏ। ਇੱਕ ਬੋੜ ਥੱਲੇ ਬਹਿ ਕੇ ਮਹਾਰਾਜ ਨੇ ਵਿਸ਼ਰਾਮ ਕੀਤਾ। ਇੱਥੋਂ ਲੜਕਾਣਾ ਆਦਿਕ ਸਿੱਧ, ਸਿੰਧ ਦੇਸ਼, ਅਮਰਕੋਟ, ਟਾਂਡਾ, ਹੈਦਰਾਬਾਦ, ਉਡਿਆਰੇ, ਸਿੰਧ ਕਿਨਾਰੇ ਇੱਥੇ ਵੀ ਗਏ। ਫਿਰ ਠੱਟੇ, ਰਾਜਘਾਟ ਤੋਂ ਕਰਾਚੀ ਤੋਂ ਹਾਜੀਆਂ ਨਾਲ ਮਿਲ ਕੇ ਫਿਰ ਮਹਾਰਾਜ ਮੱਕੇ ਸ਼ਹਿਰ ਗਏ, ਜਿੱਥੇ ਗੁਰੂ ਮਹਾਰਾਜ ਨੇ ਹਾਂਜੀ ਭਾਈ ਮਰਦਾਨੀ ਦੀ ਬੇਨਤੀ ਤੋਂ ਫਿਰ ਮੱਕਾ ਮਦੀਨਾ ਦਿਖਾਉਣ ਲਈ ਬੇਨਤੀ ਕੀਤੀ ਸੀ। ਫਿਰ ਮਹਾਰਾਜ ਨੇ ਮੱਕੇ ਦੇ ਜਿਹੜੇ ਹਾਜੀ ਉਹਨਾਂ ਨੂੰ ਫਿਰ ਮਹਾਰਾਜ ਦੀ ਚਰਚਾ ਹੋਈ। ਮੱਕੇ ਪਹੁੰਚ ਕੇ ਮਹਾਰਾਜ ਨੇ ਬੜਾ ਕੌਤਕ ਰਚਿਆ ਅਤੇ ਰਾਤ ਸਮੇਂ ਕਾਬੇ ਵੱਲ ਚਰਨ ਭਰ ਕੇ ਲਿਟ ਗਏ। ਸਵੇਰੇ ਜਿਹੜੇ ਮੂੰਹ ਨੇਰਾ ਸੀ ਉਹ ਜਿਹੜਾ ਉੱਥੇ ਦਾ ਸੇਵਾਦਾਰ ਜੀਵਨ ਸੀ ਝਾੜੂ ਦੇਣ ਆਇਆ, ਉਹਨੂੰ ਦੇਖਿਆ ਕਾਬੇ ਵੱਲ ਕੌਣ ਚਰਨ ਕਰਕੇ ਲੇਟਿਆ। ਗੁੱਸੇ 'ਚ ਫਿਰ ਕਿ ਕੌਣ ਤੂੰ? ਕਾਫਰ ਹੈ, ਖੁਦਾ ਦੇ ਘਰ ਵੱਲ ਹਾਂਜੀ ਚਰਨ ਕਰਕੇ ਸੁੱਤਾ ਪਿਆ। ਅਤੇ ਗੁਰੂ ਮਹਾਰਾਜ ਨੇ ਬੜੇ ਧੀਰਜ ਨੇ ਕਿਹਾ, ਭਾਈ ਇਹ ਲੰਮੇ ਸਫ਼ਰ ਤੋਂ ਆਏ ਸੀ, ਥੱਕੇ ਸੀ ਅਤੇ ਪਤਾ ਨਹੀਂ ਲੱਗਿਆ ਤੂੰ ਉੱਧਰ ਚਰਨ ਕਰਦੇ ਜਿੱਧਰ ਖੁਦਾ ਦਾ ਘਰ ਨਹੀਂ। ਹਾਂਜੀ ਅਤੇ ਜਦੋਂ ਫਿਰ ਉਸਨੇ ਹਾਂਜੀ ਵੇਖ ਤਾਂ ਪਹਿਲੀ ਵਾਰੀ ਆਏ ਹਾਂ, ਗੁੱਸੇ 'ਚ ਆ ਗਿਆ। ਮਹਾਰਾਜ ਚਰਨ ਫੜ ਕੇ ਅਤੇ ਘੜੀਸ ਕੇ ਦੂਏ ਪਾਸੇ ਕਰਨ ਲੱਗਾ। ਜਿੱਧਰ ਦੇਖੇ ਉੱਧਰ ਹੀ ਕਾਬਾ ਨਜ਼ਰ ਆਇਆ। ਫਿਰ ਮਹਾਰਾਜ ਚਰਨਾਂ 'ਚ ਡਿੱਗ ਪਿਆ ਅਤੇ ਮਾਫੀ ਮੰਗੀ। ਸੋ ਇਸ ਵਾਸਤੇ ਫਿਰ ਇੱਥੇ ਭਾਈ ਗੁਰਦਾਸ ਨੇ ਵੀ ਇੱਥੇ ਦਾ ਹਾਲ ਦਿੱਤਾ ਹੈ 12 ਵਿੱਚ। ਇਹ ਮੱਕੇ ਦੀ ਯਾਤਰਾ। ਬਾਬਾ ਫਿਰ ਮੱਕੇ ਗਿਆ। ਨੀਲ ਵਸਤਰ ਧਰੇ ਬਨਵਾਰੀ, ਆਸਾ ਹੱਥ ਕਿਤਾਬ ਕਛ ਕੂਜਾ ਬਾਂਗ ਮਸੱਲਾ ਧਾਰੀ। ਬੈਠਾ ਜਾਏ ਮਸੀਤ ਵਿੱਚ ਜਿੱਥੇ ਹਾਜੀ ਹਜ ਗੁਜ਼ਾਰੀ। ਜਾਂ ਬਾਬਾ ਸੁੱਤਾ ਰਾਤ ਨੂੰ ਬਲ ਮਿਹਰਾਬੇ ਪਾਏ ਪਸਾਰੀ। ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਗੁਫਾਰੀ। ਲੱਤਾਂ ਵੱਲ ਖੁਦਾਏ ਦੇ ਕਿਉਂ ਕਰ ਪਿਆ ਹੋਈ ਬਜਗਾਰੀ। ਟੰਗੋਂ ਪਕੜ ਘਸੀਟਿਆ ਫੇਰਿਆ ਮੱਕਾ ਕਲਾ ਦਿਖਾਰੀ। ਹੋਏ ਹੈਰਾਨ ਕਰਨ ਜੁਹਾਰੀ। ਇਹਦੇ ਮਹਾਰਾਜ ਨੇ ਦੱਸਿਆ ਕਿ ਭੇਸ ਧਾਰਿਆ ਸੀ ਜਿਹੜਾ ਕਿ ਉਹਦਾ ਕਿ ਮਹਾਰਾਜ ਨੀਲੇ ਕੱਪੜੇ ਪਹਿਨੇ ਸੀ, ਹੱਥ ਵਿੱਚ ਆਸਾ, ਬਗਲ ਵਿੱਚ ਇੱਕ ਪੋਥੀ ਸੀ, ਲੋਟਾ ਅਤੇ ਮਸੱਲਾ ਨਵਾਜ਼ ਪੜ੍ਹਨ ਵਾਸਤੇ ਜਿਵੇਂ ਹੇਠ ਵਜਾਉਣ ਲਈ ਉਹ ਸਫ ਜਿਹੀ ਹੁੰਦੀ ਹੈ ਕੋਲ ਸੀ। ਇਹ ਹਾਜੀਆਂ ਦੇ ਭੇਜ ਮਹਾਰਾਜ ਉੱਥੇ ਪਹੁੰਚੇ। ਮਸੀਤ ਜਿੱਥੇ ਹਾਜੀ ਰਹਿੰਦੇ ਸੀ ਉੱਥੇ ਬੈਠੇ। ਰਾਤ ਹੋਈ, ਕਾਬੇ ਵੱਲ ਪੈਰ ਕਰਕੇ ਪੈ ਗਏ ਅਤੇ ਜੀਵਨ ਜਿਲਿਆ ਜ਼ੋਰ ਦੀ ਲੱਤ ਮਾਰੀ ਵੀ ਕਿਹੜਾ ਕੁਫਰ ਖੁਆਰੀ ਸੁੱਤਾ ਹੈ। ਜਦੋਂ ਫੜ ਕੇ ਚਰਨ ਤੋਂ ਘੜੀਸਿਆ, ਸ਼ਕਤੀ ਦਿਖਾਈ ਅਤੇ ਫਿਰ ਨਮਸਕਾਰਾਂ ਕਰਨ ਚਰਨ ਡਿੱਗ ਪਿਆ। ਅਤੇ ਫਿਰ ਚਰਚਾ ਲਿਆ ਗਿਆ ਪੁੱਛਣ ਗਲਾ ਮਨ ਦੀ ਕਾਜੀ ਮੁੱਲਾਂ ਇਕੱਠੇ ਹੋਈ। ਵੱਡਾ ਸਿੰਘ ਵਰਤਾਇਆ ਲੱਖ ਨਾ ਸਕੇ ਕੁਦਰਤ ਕੋਈ। ਪੁੱਛਣ ਖੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਏ। ਅਤੇ ਗੁਰੂ ਮਹਾਰਾਜ ਕਹਿਣ ਲੱਗੇ, ਬਾਬਾ ਆਖੇ ਹਾਜੀਆਂ ਸ਼ੁਭ ਅਮਰਾਂ ਬਾਜੋਂ ਦੋਨੋਂ ਰੋਈ। ਹਿੰਦੂ ਮੁਸਲਮਾਨ ਦੋਏ ਦਰਗੇ ਅੰਦਰ ਲੈਣ ਨਾਲ ਢੋਈ। ਔਰ ਕੱਚਾ ਰੰਗ ਕੁਸੁੰਭ ਕਾ ਪਾਣੀ ਤੋਤਾ ਥਿਰ ਨਾ ਰੋਈ। ਕਰਨ ਵਕੀਲੀ ਆਪ ਵਿੱਚ ਰਾਮ ਰਹੀਮ ਹਾਂਜੀ ਕੁਥਾਏ ਅਲੋਈ। ਰਾਹ ਸ਼ੈਤਾਨੀ ਦੁਨੀਆ ਗੋਈ। ਪਾਤਸ਼ਾਹ ਕਹਿਣ ਲੱਗੇ ਇਹ ਜਿਹੜੇ ਸੱਚੇ ਵਜੇ ਕਾਜੀ ਸੁਣ ਕੇ ਫਿਰ ਨਮਸਕਾਰਾਂ ਕੀਤੀਆਂ ਅਤੇ ਫਿਰ ਮਹਾਰਾਜ ਦੀ ਜਿਹੜੀ ਕੜਾਮਾਂ ਸੀ ਉਹ ਫਿਰ ਨਿਸ਼ਾਨੀ ਵਜੋਂ ਰੱਖੀਆਂ। ਫਿਰ ਮੱਕੇ ਦੇ ਵਿੱਚ ਇਹ ਐਸੀ ਮਹਾਰਾਜ ਦੀ ਵਿਜੈ ਹੋਈ। ਧਰੀ ਨਿਸ਼ਾਨੀ ਕੌਸ ਦੀ ਮੱਕੇ ਅੰਦਰ ਪੂਜ ਕਰਾਈ। ਜਿੱਥੇ ਜਾਏ ਜਗਤ ਵਿੱਚ ਕਾਬੇ ਆਵਾਜ਼ ਨਾ ਖਾਲੀ ਜਾਏ, ਬਾਬੇ ਆਵਾਜ਼ ਨਾ ਖਾਲੀ ਜਾਏ। ਜਿੱਥੇ ਜਾਏ ਜਗਤ ਵਿੱਚ ਬਾਬੇ ਆਵਾਜ਼ ਨਾ ਖਾਲੀ ਜਾਏ। ਘਰ ਘਰ ਬਾਬਾ ਪੂਜੇ ਹਿੰਦੂ ਮੁਸਲਮਾਨ ਗਵਾਈ। ਛੱਬੇ ਨਾ ਛੁਪਾਇਆ ਚੜ੍ਹਿਆ ਸੂਰਜ ਜਗ ਰੁਸ਼ਨਾਈ। ਬੁਕਿਆ ਸਿੰਘ ਝਾੜ ਵਿੱਚ ਸਭ ਮਰਗਾਵਲ ਪੰਨੀ ਜਾਈ। ਚੜ੍ਹਿਆ ਚੰਦਨ ਲੋਕੇ ਕੱਢ ਗੁਨਾ ਲਈ ਜੋਤ ਛੁਪਾਈ। ਉਗਣੋਂ ਤੇ ਹੱਥ ਬਣੋ ਨੌ ਖੰਡ ਪਿਰਥਵੀ ਸਭ ਝੁਕਾਈ। ਜਗ ਅੰਦਰ ਕੁਦਰਤ ਵਰਤਾਈ। ਇਸ ਤਰ੍ਹਾਂ ਮੱਕੇ ਮਦੀਨੇ ਦੇ ਹਾਜੀਆਂ ਨੂੰ ਬੁਲਾਉਣਾ
ਚਰਚਾ ਕਰਕੇ ਉਹਨਾਂ ਨੂੰ ਸਮਾਧ ਦਿੱਤੀ। ਉਹਨੇ ਸੱਚਾ ਦਰਵੇਸ਼ ਨੂੰ ਨਮਸਕਾਰਾਂ ਕੀਤੀਆਂ, ਸਤਿਕਾਰ ਕੀਤਾ। ਬੱਕਰੇ ਜਾਦਰ ਸੈਯਦ ਰੋਕਮਦੀਨ ਜਿਹੜਾ ਉੱਚ ਸ਼ਰੀਫ ਤੋਂ ਹਜ ਕਰਨ ਆਏ ਸੀ, ਅਤੇ ਉਹਨਾਂ ਨਾਲ ਹਾਜੀਆਂ ਦੀ ਮੁਖੀ ਜਿਹੜੇ ਚਰਚਾ ਕੀਤੀ। ਫਿਰ ਆਪ ਇੱਥੋਂ ਨਿਸ਼ਾਨੀ ਵਜੋਂ ਖੜਾਵਾਂ ਉਹਨੇ ਰੱਖੀਆਂ, ਅਤੇ ਅੱਜ ਉਹ ਉੱਚ ਪੀਰਾਂ ਦੀ ਗੱਦੀ ਕੋਲ ਆ ਬਹਾਵਲਰਾਸਤ, ਜਿੱਥੇ ਉੱਚ ਪਿੰਡ ਆ। ਇੱਥੋਂ ਮਦੀਨਾ ਗਏ ਅਤੇ ਬਗਦਾਦ ਗਏ। ਜਦ ਮਹਾਰਾਜ ਸਤਿਨਾਮ ਦੀ ਬਾਂਗ ਦਿੱਤੀ ਅਤੇ ਉਹ ਨਗਰੀ ਸੁਨਮਨ ਹੋ ਗਈ। ਦਾਸ ਪੀਰ ਹੈਰਾਨ ਹੋ ਗਿਆ ਅਤੇ ਜਦੋਂ ਜਾ ਕੇ ਦੇਖਿਆ ਕੌਣ ਆ, ਪਤਾ ਲੱਗਾ ਇਹ ਮਸਤਾਨਾ ਫਕੀਰ ਆ। ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾ ਕੇ ਅਸਥਾਨਾ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਦਿੱਤੀ ਵਾਂਗ ਨਵਾਜ ਕਰ ਸੁਨ ਸਮਾਨ ਹੋਆ ਜਹਾਨਾ। ਸੁਨਮਨ ਪਈ ਨਗਰੀ ਦੇਖ ਪੀਰ ਪਾਇਆ ਹੈਰਾਨਾ। ਵੇਖਿਆ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ। ਪੁੱਛਿਆ ਫਿਰ ਕਹਿ ਦਸਤਗੀਰ ਕੌਣ, ਫਕੀਰ ਕਿਸ ਕਾ ਕਰ ਕਰਿਆਣਾ। ਨਾਨਕ ਕਲ ਵਿੱਚ ਆਇਆ ਰੱਬ ਫਕੀਰ ਕੋ ਪਹਿਚਾਨਾ। ਤਰਤ ਆਕਾਸ ਹਾਂਜੀ ਚੌਂ ਦਿਸ ਜਾਨਾ। ਫਿਰ ਮਹਾਰਾਜ ਦਸਤਗੀਰ ਜਿਹੜਾ ਸੀ ਉਹ ਮਹਾਰਾਜ ਕੋ ਆਇਆ, ਪੁੱਛਿਆ ਤੇਰਾ ਭੇਖ ਕੀ ਹੈ, ਨਾਮ ਕੀ ਹੈ। ਅਤੇ ਮਰਦਾਨੇ ਨੇ ਕਿਹਾ ਇਹ ਧੰਨ ਗੁਰੂ ਨਾਨਕ ਕਲਯੁਗ ਵਿੱਚ ਆਏ, ਇੱਕ ਰੱਬ ਦੇ ਭੇਖ ਨੂੰ ਮੰਨਣ ਵਾਲੇ ਸਾਰੇ ਪ੍ਰਤੀਕ ਚੌਂ ਕੁੰਟਾਂ 'ਚ ਪ੍ਰਸਿੱਧ ਹੈ। ਪੀਰ ਨੇ ਕਈ ਪੁਰਸ਼ ਨੂੰ ਉੱਤਰ ਪੁੱਛਿਆ ਤੂੰ ਜਿਹੜਾ ਕਿਹਾ ਲੱਖਾਂ ਪਤਾਲ ਆਕਾਸ ਆਪਣੀ ਕਲਾਮ 'ਚ ਗਾਇਆ, ਇਹ ਕਿਸ ਤਰ੍ਹਾਂ ਕਹਿੰਦੇ। ਸਾਡੇ ਮੁਹੰਮਦ ਸਾਹਿਬ ਨੇ ਅਤੇ ਹਾਂਜੀ ਤਿੰਨ ਆਕਾਸ ਤਿੰਨੇ ਪਤਾਲ ਕਹੇ ਹਿੰਦੂ ਮਤ ਵਾਲੇ। ਹਾਂਜੀ ਸੱਤ ਆਕਾਸ ਸੱਤ ਪਾਲਾ ਮੰਨਦੇ। ਤੁਹਾਡੀ ਗੱਲ ਸਾਡੇ ਮਨ 'ਚ ਨਹੀਂ ਲੱਗਦੀ, ਝੂਠ ਬੋਲਿਆ। ਅਤੇ ਉਹ ਫਿਰ ਸੰਗ ਮਾਰ ਕਰੋ, ਉਹ ਬਾਂਹ ਜੜ ਹੋ ਗਈਆਂ। ਅਤੇ ਫਿਰ ਇਹਦੇ ਚੇਲੇ ਨੂੰ ਅੱਖਾਂ ਮਿਟਾ ਕੇ ਸਾਰਾ ਕੁਛ ਦਿਖਾਇਆ ਵੀ। ਫਿਰ ਕਹਿੰਦੇ ਬਈ ਸੋਝੀ ਜਿੰਨੀ ਜਿਹਨੇ ਰੱਬ ਨੂੰ ਦਿੱਤੀ ਹੈ, ਜਿਹਨੂੰ ਤਿੰਨਾਂ ਦੀ ਸੋਝੀ ਸੱਤਾਂ ਹੀ ਨਹੀਂ ਉਹਨੇ ਕਹਿਤੇ, ਸਾਨੂੰ ਕਰਤਾਨ ਜੋ ਸੋਝੀ ਦਿੱਤੀ ਹੈ ਅਸੀਂ ਉਤਨੇ ਕਹਿਤੇ। ਸੋ ਇਸ ਵਾਸਤੇ ਵੀ ਦੇਖਣੇ ਦਿਖਾ ਦਿੰਦੇ। ਫਿਰ ਕਹਿੰਦੇ ਮੇਰੇ ਪੁੱਤਰ ਨੂੰ ਖਾਓ ਚੇਲੇ ਨੇ, ਅਤੇ ਗੁਰੂ ਮਹਾਰਾਜ ਨੇ ਅੱਖ ਦੇ ਫੁਰਕ ਵਿੱਚ ਸਾਰਾ ਕੁਛ ਦਿਖਾਇਆ। ਅਤੇ ਫਿਰ ਉਹ ਮਹਾਰਾਜ ਦੇ ਸਾਧਕ ਬਣੇ। ਅਤੇ ਫਿਰ ਸੰਗਤ ਜੁੜੀ ਸੀ, ਕੜਾਹ ਪ੍ਰਸ਼ਾਦ ਜਿਹੜਾ ਅੰਮ੍ਰਿਤ ਰਿਹਾ ਉਹ ਵੀ ਲਿਆਂਦਾ। ਕੱਚ ਕੌਲ ਜਿਹੜਾ ਸੀ ਮਿੱਟੀ ਦਾ ਠੂਠਾ, ਅਤੇ ਜਿਹੜੇ ਪੀਰ ਨੂੰ ਦਿੱਤਾ, ਤਸੱਲੀ ਕਰਾਈ। ਹੁਣ ਦੱਸਿਆ ਵੀ ਜੋ ਕਹਿੰਦੇ ਠੀਕ ਆ, ਪਤਾਲਾਂ ਆਕਾਸ਼ਾਂ ਦਾ ਕੋਈ ਅੰਤ ਨਹੀਂ, ਬੇਅੰਤੋ ਹੀ ਬੇਅੰਤ ਹੈ। ਭਾਈ ਗੁਰਦਾਸ ਨੇ ਲਿਖਿਆ, ਪੁੱਛਿਆ ਪੀਰ ਤਕਰਾਰ ਕਰ ਇਹ ਫਕੀਰ ਵੱਡਾ ਆਤਾਈ, ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ। ਪਾਤਾਲਾਂ ਆਕਾਸ਼ ਲਖ ਓੜਕ ਪਾਲੀ ਖਬਰ ਸੁਣਾਈ। ਫਿਰ ਹਾਂਜੀ ਦੁਰਾਇਣ ਦਸਤਗੀਰ ਅਸੀਂ ਪੇ ਵੇਖਾਂ ਜੋ ਤੋਹੇ ਪਾਈ। ਨਾ ਲੀਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ। ਲੱਖ ਆਕਾਸ਼ ਪਤਾਲ ਲੱਖ ਅੱਖ ਫੁਰਕ ਵਿੱਚ ਸਭ ਦਿਖਲਾਈ। ਪਰ ਕਚ ਕੌਲ ਪ੍ਰਸ਼ਾਦ ਦਾ ਤੁਰੋਂ ਪਤਾਲੋਂ ਲਈ ਕੜਾਹੀ। ਜ਼ਾਹਰ ਕਰਾ ਨਾ ਛਪੇ ਛਪਾਈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਇਹ ਜਿਹੜੀ ਕਰਾਮਾਤ ਸੀ ਦਿਖਾਈ। ਇੱਥੇ ਬੈਠ ਕੇ ਪੀਰ ਜਿਹੜਾ ਬਹਿਲੋਲ ਨਾਲ ਚਰਚਾ ਕਰਕੇ ਵਧੇ ਦਿੱਤਾ। ਉੱਥੇ ਯਾਦਗਾਰ 'ਚ ਥੜਾ ਬਣਿਆ, ਔਰ ਜਿਹਦੀ ਚਾਰ ਦੀਵਾਰੀ ਦੇ ਵਿੱਚ ਸਿਲ ਲੱਗੀ ਹੈ। ਸਿਲ ਉੱਤੇ ਗੁਰੂ ਜੀ ਦੇ ਬੈਠਣ ਦਾ ਹਾਂਜੀ ਹਿਜਰੀ ਜਿਹੜਾ 917 ਜਾਂ 927 ਲਿਖਿਆ ਆ। ਹਿਜਰੀ ਸਨ 927, ਬਿਕਰਮੀ ਸੰਮਤ 1577 ਦੇ ਬਰਾਬਰ ਬਣਦਾ। ਆਪ ਜੀ ਪੱਛਮ ਯਾਤਰਾ ਦਾ ਠੀਕ ਸਮਾਂ
ਸਾਰੇ ਇਤਿਹਾਸਕਾਰ ਬਗਦਾਦ ਦੀ ਫੇਰੀ ਨੂੰ ਚੌਥੀ ਉਦਾਸੀ ਸੰਮਤ 1575 ਤੋਂ 1579 ਦਾ ਸਮਾਂ ਇਹ ਮੰਨਦੇ ਆ ਵਿਦਵਾਨ ਜਿੰਨੇ ਵੀ ਹੈਗੇ ਆ। ਇੱਥੋਂ ਫਿਰ ਮਹਾਰਾਜ ਇਰਾਨ, ਤੁਰਕਸਤਾਨ ਤੇ ਕਾਬਲ ਦੇਸ ਇਰਾਕ ਦੇ ਸ਼ਹਿਰ ਬਗਦਾਦ ਤੋਂ ਚੱਲ ਕੇ ਮਹਾਰਾਜ ਫਿਰ ਇਰਾਨ ਦੇ ਤਹਿਰਾਨ ਆਏ। ਰੂਮ ਦੇ ਇਲਾਕੇ 'ਚ ਫਿਰ ਤੁਰਕਸਤਾਨ ਸ਼ਹਿਰ ਤਾਸ਼ਕੰਦ, ਸਮਰਕੰਦ, ਬਾਬਰ ਦਾ ਤਾਖਤਾਨ ਇੱਥੇ ਔਰ ਬੁਖਾਰੇ ਆਦਿ ਸ਼ਹਿਰਾਂ 'ਚ ਹੁੰਦੇ। ਫਿਰ ਅਫਗਾਨਿਸਤਾਨ ਸ਼ਹਿਰ ਕਾਬਲ ਪੁੱਜੇ। ਲੁੰਡੇ ਦਰਿਆ ਤੋਂ ਪਾਰ ਪਹਾੜੀ 'ਤੇ ਬੈਠੇ। ਇੱਥੇ ਗੁਰੂ ਮਹਾਰਾਜ ਜਹਾਜ਼ 'ਚ ਗੁਰਦੁਆਰਾ ਬਣਿਆ। ਪਹਾੜੀ ਉੱਤੇ ਇੱਕ ਚਸ਼ਮਾ ਮਹਾਰਾਜ ਨਾਨਕ ਪ੍ਰਸਿੱਧ ਆ। ਨੌ ਚੰਦੇ ਐਤਵਾਰ ਮੇਲਾ ਲੱਗਦਾ, ਕੜਾਹ ਪਛਾ ਵਰਤਾਇਆ ਜਾਂਦਾ। ਇੱਥੇ ਮਹਾਰਾਜ ਨੇ ਇੱਕ ਪਠਾਨ ਨੂੰ ਉਪਦੇਸ਼ ਦਿੱਤਾ ਕਿ ਪੜ੍ਹਿਆ ਹੋਇਆ ਉਹ ਜਿਹਦੇ ਅੰਦਰ ਪਰਮੇਸ਼ਰ ਨਾਮ ਵਸਦਾ, ਕਿਉਂਕਿ ਵਿਦਿਆ ਦਾ ਨਿਚੋੜ ਪਰਮੇਸ਼ਰ ਨਾਮ ਆ। ਨਾਮ ਜਪਣ ਵਾਲਾ ਚੰਗਾ ਹੈ, ਛੋਟਾ ਹੋਵੇ ਭਾਵੇਂ ਵੱਡਾ ਹੋਵੇ। ਇੱਥੋਂ ਫਿਰ ਪੰਜਾ ਸਾਹਿਬ, ਬਲੀ ਕੰਧਾਰੀ। ਕਾਬਲ ਤੋਂ ਚੱਲ ਕੇ ਮਹਾਰਾਜ ਖੈਬਰ ਦਰੇ ਤੋਂ ਲੰਘ ਕੇ ਪੇਸ਼ਾਵਰ ਆਣ ਕੇ ਗੰਜ ਮਹੱਲੇ ਵਿਸ਼ਰਾਮ ਕੀਤਾ। ਇੱਥੇ ਆਪ ਜੀ ਦਾ ਜਹਾਜ਼ ਧਰਮਸ਼ਾਲਾ ਬਣੀ ਆ ਅਤੇ ਜਿਹੜੀ ਧਰਮਸ਼ਾਲਾ ਬਾਬਾ ਸ੍ਰੀ ਚੰਦ ਕਰਕੇ ਪ੍ਰਸਿੱਧ ਆ। ਪੇਸ਼ਾਵਰ ਤੋਂ ਨਸ਼ਹਿਰੇ ਰਸਤੇ ਹਸਨ ਅਬਦਾਲ ਆਏ। ਪਿੰਡ ਦੇ ਵੱਲ ਪਹਾੜੀ ਕੋਈ ਬਹਿ ਗਿਆ। ਪਹਾੜੀ ਉੱਤੇ ਇੱਕ ਫਕੀਰ ਕੰਧਾਰੀ ਰਹਿੰਦਾ ਸੀ, ਜਿਹੜਾ ਬੜਾ ਰਿੱਧੀਆਂ ਸਿੱਧੀਆਂ ਅਤੇ ਹੰਕਾਰ ਬੜਾ ਸੀ। ਇੱਥੇ ਆਉਣ ਦਾ ਸੰਮਤ 1577 ਤਬਾਰੀਖ ਵਾਲੇ ਨੇ ਲਿਖਿਆ। ਅਤੇ ਇੱਥੇ ਫਿਰ ਹਾਂਜੀ ਮਹਾਰਾਜ ਕੋਈ ਦਿਨ ਬੈਠੇ ਅਤੇ ਉਹ ਜਿਹੜਾ ਹੰਕਾਰੀ ਸੀ ਉਹਨੂੰ ਸ਼ਕਤੀ ਦਾ ਬੜਾ ਮਾਣ ਸੀ। ਉਹਦਾ ਮਾਣ ਤੋੜਨਾ ਚਾਹੁੰਦੇ ਸੀ ਅਤੇ ਪਹਾੜੀ ਦੀ ਚੋਟੀ 'ਤੇ ਪਾਣੀ ਦਾ ਇੱਕ ਚਸ਼ਮਾ ਨਿਕਲਦਾ ਸੀ। ਉੱਥੇ ਬਲੀ ਕੰਧਾਰੀ ਦਾ ਉਹ ਡੇਰਾ ਸੀ। ਮਹਾਰਾਜ ਤਾਂ ਜਾਣੀ ਜਾਣ ਸੀ। ਮਰਦਾਨੇ ਨੂੰ ਪਾਣੀ ਲੈਣ ਭੇਜਿਆ ਅਤੇ ਬੜੇ ਤਾਲੇ ਕੱਢੇ ਪਰ ਉਹਨੂੰ ਪਾਣੀ ਨਹੀਂ ਪਿਲਾਇਆ। ਕਹਿੰਦੇ ਤੂੰ ਆਪਣੇ ਮੁਸਲਮਾਨ ਹੋ ਕੇ ਤੂੰ ਇਸ ਤਰ੍ਹਾਂ ਘੁੰਮ ਰਿਹਾ ਹਾਂ ਕਾਫਰਾਂ ਦੇ ਨਾਲ। ਫਿਰ ਮਹਾਰਾਜ ਨੇ 3 ਵਾਰੀ ਮਰਦਾਨੇ ਨੂੰ ਭੇਜਿਆ ਪਰ ਨਹੀਂ। ਅਖੀਰੀ ਫਿਰ ਉਸ ਨੇ ਆਪਣਾ ਚਟਾਨ ਚੁੱਕ ਕੇ ਮਾਰੀ ਅਤੇ ਜਿਹੜੇ ਆਈ ਮਹਾਰਾਜ ਨੇ ਉਹਦੇ 'ਤੇ ਪੰਜਾ ਲਾਤਾ। ਪਾਣੀ ਵੀ ਨਾਲੇ ਖਿੱਚਿਆ ਗਿਆ। ਫਿਰ ਉਹ ਬਲੀ ਕੰਧਾਰੀ ਆ ਕੇ ਮਹਾਰਾਜ ਚਰਨਾਂ ਡਿੱਗਿਆ, ਮਾਫੀ ਮੰਗੀ। ਉਸ ਵੇਲਾ 'ਚ ਅੱਜ ਵੀ ਮਹਾਰਾਜ ਪੰਜਾ ਲੱਗਾ। ਉਹਦਾ ਨਾਂ ਹੈ ਪੰਜਾ ਸਾਹਿਬ ਆ। ਸਰੋਵਰ ਵੀ ਬਣਿਆ। ਸੰਗਤਾਂ ਇਸ਼ਨਾਨ ਕਰਨ ਬੜਾ ਸਵੱਛ ਪਵਿੱਤਰ ਜਾ ਲਿਆ। ਹੁਣ ਤਾਂ ਉਹ ਵਿਸਾਖੀ ਨੂੰ ਮੇਲਾ ਲੱਗਦਾ ਅਤੇ ਬਾਕੀ ਸੰਗਤਾਂ ਦਰਸ਼ਨ ਨੂੰ ਜਾਂਦੀਆਂ ਸਮੇਂ ਨੂੰ। ਅਤੇ ਅੱਜ ਤਾਂ ਫਸਲਾਂ ਨੂੰ ਵੀ ਪਾਣੀ ਉੱਥੋਂ ਲੱਗ ਰਿਹਾ। ਬਲੀ ਕੰਧਾਰੀ ਦਾ ਫਿਰ ਹੰਕਾਰ ਤੋੜਿਆ। ਫਿਰ ਸਾਧੂਆਂ ਵਾਸਤੇ ਇਸ ਤਰ੍ਹਾਂ ਹੰਕਾਰ ਕਰਨਾ ਠੀਕ ਨਹੀਂ ਹੈ। ਫਿਰ ਉਹਨੂੰ ਵੀ ਸਮੱਤ ਦਿੱਤੀ। ਇਹ ਹਸਨ ਅਬਦਾਲ ਜ਼ਿਲ੍ਹਾ ਕੈਂਬਲਪੁਰ ਪਾਕਿਸਤਾਨ 'ਚ ਗੁਰਦੁਆਰੇ ਦਾ ਨਾਮ ਪੰਜਾ ਸਾਹਿਬ ਹੈ, ਕਿਉਂਕਿ ਮਹਾਰਾਜ ਦਾ ਪੰਜਾ ਉੱਥੇ ਲੱਗਾ ਹੋਇਆ ਹੈ। ਫਿਰ ਸਿਆਲਕੋਟ ਮੂਲਾ ਜਿਹੜਾ ਸੀਗਾ, ਕੋਈ ਦਿਨ ਮਹਾਰਾਜ ਫਿਰ ਹਸਨ ਅਬਦਾਲ ਰਹਿ ਕੇ ਬਲੀ ਕੰਧਾਰੀ ਹੰਕਾਰ ਤੋੜ ਕੇ ਹਾਂਜੀ ਉਹਨੂੰ ਉਪਦੇਸ਼ ਦਿੱਤਾ। ਇਹ ਜਿਹੜੀ ਖਲਕਤ ਆ ਪਰਮਾਤਮਾ ਦਾ ਰੂਪ ਆ। ਸਾਰਿਆਂ ਪਰਮੇਸ਼ਰ ਦੇਖੋ ਅਤੇ ਪੱਖਵਾਦ ਤੋਂ ਉੱਪਰ ਉੱਠੋ। ਫਿਰ ਰਾਵਲਪਿੰਡੀ, ਮਰੀ ਕੂਟਾ, ਜੇਲਮ, ਬੀਰਪੁਰ, ਜਲੰਧਰ ਤੋਂ ਹੁੰਦੇ ਫਿਰ ਸਿਆਲਕੋਟ ਆਏ। ਸਿਆਲਕੋਟ ਦੂਜੀ ਵਾਰੀ ਜਿਹੜੇ ਆਏ ਅਤੇ ਮਹਾਰਾਜ ਨੇ ਜਿਹੜਾ ਮੂਲਾ ਕਹਿੰਦਾ ਸੀ ਮਰਨਾ ਸਾਜੀ ਨਾ ਝੂਠ ਆ, ਜਿਹੜੇ ਭੇਜਿਆ ਉਹਦੇ ਘਰ ਵਾਲੀ ਨੇ ਲੁਕੋਤਾ ਤੈਨੂੰ ਨਾਲ ਲੈ ਜਾਣਗੇ। ਉਹ ਫਿਰ ਉੱਥੇ ਸੱਪ ਲੜ ਕੇ ਮਰ ਗਿਆ। ਫਿਰ ਆ ਕੇ ਬੇਨਤੀਆਂ ਕਰਨ
ਕਹਿੰਦੇ ਹੁਣ ਫਿਰ 10 ਜੰਮੇ ਕਲਿਆਣ ਕਰਾਂਗੇ। ਉੱਥੇ ਮਹਾਰਾਜ ਸ਼ਬਦ ਉਚਾਰਨ ਸਲੋਕ ਨਾਲ ਕਰਾਣਾ ਦੋਸਤੀ ਕੂੜਾ ਕੁੜੀ ਪਾਏ ਮਰਨਾ ਜਾਵੇ ਮੂਲਿਆ ਆਵੇ ਕਿਤੇ ਜਾਏ। ਫਿਰ 10ਵੇਂ ਪਾਤਸ਼ਾਹ ਜਿਲੇ ਹਜ਼ੂਰ ਸਾਹਿਬ ਗਏ, ਉੱਥੇ ਸ਼ਹਿਦ ਦਾ ਸ਼ਿਕਾਰ ਖੇਲਿਆ। ਅਤੇ ਫਿਰ ਜਿਸ ਵੇਲੇ ਮਹਾਰਾਜ ਪੁੱਛਿਆ, ਕਹਿੰਦੇ ਮੂਲਾ ਘਰਾੜ ਸੀਗਾ ਜਿਹੜਾ ਲੋਕ ਗਿਆ ਸੀ, ਉਹਦੀ ਗਤੀ ਕੀਤੀ। ਫਿਰ ਇੱਥੇ ਸੈਦਪੁਰ ਅਹਿਮਦਾਬਾਦ ਭਾਈ ਲਾਲੋ ਕੋ ਆ ਗਿਆ। ਸਿਆਲਕੋਟ ਤੋਂ ਚੱਲ ਕੇ ਮਹਾਰਾਜ ਫਿਰ ਸੈਦਪੁਰ ਭਾਈ ਲਾਲੋ ਕੋ ਆ ਗਿਆ। ਇੱਥੇ ਆ ਕੇ ਫਿਰ ਮਹਾਰਾਜ ਨੇ ਆਪਣੀ ਦੂਰ ਦ੍ਰਿਸ਼ਟੀ ਨੂੰ ਦੇਖਿਆ ਵੀ ਪਿੰਡਾਂ ਦੀ ਤਬਾਹੀ ਹੋਣ ਵਾਲੀ ਹੈ। ਆਪ ਨੇ ਭਾਈ ਲਾਲੋ ਨੂੰ ਕਿਹਾ ਵੀ ਭਾਈ ਹੁਣ ਆਪ ਤੂੰ ਬਾਹਰ ਆ ਜਾ। ਉੱਥੇ ਫਿਰ ਮਹਾਰਾਜ ਨੇ ਸ਼ਬਦ ਉਚਾਰਿਆ, ਜੇ ਅਸੀਂ ਮੈਂ ਆਵੇ ਖਸਮ ਬਾਣੀ ਤੈਸਰਾ ਕਰੀ ਗਿਆਨ ਵੇ ਲਾਲੋ ਪਾਪ ਕੀ ਜਾਂਚ ਲੈ ਕਾਬਲੋਂ ਤਾਇਆ ਜੋਰੀ ਮੰਗਾ ਦਾਨ ਵੇ ਲਾਲੋ ਸਰਮ ਧਰਮ ਦੋਸ਼ ਛਪ ਖਲੋਏ ਕੂੜ ਫਿਰੇ ਪ੍ਰਦਾਨ ਵੇ ਲਾਲੋ ਕਾਜੇ ਬਾਮਣ ਕੀ ਗਲਤਾ ਕੀ ਅਗਦ ਪੜੇ ਸੈਤਾਨ ਵੇ ਲਾਲੋ ਮੁਸਲਮਾਨੀਆਂ ਪੜੇ ਕਤੇ ਮੋ ਕਸ਼ਟ ਨਾ ਕਰੇ ਖੁਦਾਏ ਵੇ ਲਾਲੋ ਜਾਤ ਸਨਾਤੀ ਹੋਰ ਹਿੰਦਵਾਣੀਆਂ ਇਹ ਪੀ ਲੇਖੇ ਲਾਏ ਵੇ ਲਾਲੋ खून के सोहले गाविए नानक रत का कुंगू पाए वे लालो साहिब के गुण नानक गावे मासपुरी विच आख मसोला जेनो पाई रंग रवाई बैठा वेखे बखा केला सच्चा सो साहिब सच तपाव सचरा न्याओ करे गो मसोला काया कपा टुक टुक हो सी हिंदुस्तान संभाल सी बोला आवन ठतरे जानस्तान में होर पीठ सी मर्द का चेला सच की बाणी नानक आखे सच सुनाई सी सच की वेला। ਇਹ ਭਵਿੱਖ ਦਿਵਾਉਣੀ ਕੀਤੀ। ਪਿੱਛੋਂ ਫਿਰ ਸੰਮਤ 1578 'ਚ ਬਾਬਰ ਫੌਜ ਲੈ ਕੇ ਕਾਬਲ ਤੋਂ ਚੜ੍ਹ ਕੇ ਸੈਦਪੁਰ ਆ ਗਿਆ। ਸੈਦਪੁਰ ਪਠਾਣਾ ਆਗਮਨ ਨਾਲ ਮੁਕਾਬਲਾ ਕੀਤਾ, ਪਰ ਬਾਬਰ ਦੀਆਂ ਫੌਜਾਂ ਕੇ ਪਠਾਨ ਜਿਹੜੇ ਸੀ ਕੋਈ ਉਹਨਾਂ ਦਾ ਪੇਸ਼ ਨਹੀਂ ਗਈ। ਬਾਬਰ ਦੀਆਂ ਫੌਜ ਸ਼ਹਿਰ 'ਚ ਬੜਾ ਕੁਤਲਾਮ ਕੀਤਾ, ਲੁੱਟ ਪੁੱਟ ਕੇ ਬਰਬਾਦ ਕੀਤਾ। ਹਿੰਦੂ ਮੁਸਲਮਾਨ ਸਭ ਇਸਤਰੀਆਂ ਬਹੁਤ ਬੇਪੁੱਤੀ ਹੋਈ, ਬੱਚੇ ਬੁੱਢੇ ਬੜੇ ਕਤਲ ਹੋਏ, ਕਿ ਕੁਝ ਬਚ ਗਏ ਕੈਦੀ ਬਣਾ ਲਏ। ਅਤੇ ਮਹਾਰਾਜ ਨੇ ਭਾਈ ਮਰਦਾਨਾ ਦੀਨ ਮਰਦ ਕੈਦੀਆਂ ਨਾਲ ਫੜੇ ਗਏ ਅਤੇ ਕੈਦੀਆਂ ਦੇ ਸਿਰਾਂ 'ਤੇ ਲੁੱਟ ਦਾ ਮਾਲ ਚੁਕਾਇਆ। ਮੁਗਲ ਫੌਜੀ ਲਾਹੌਰ ਨੂੰ ਲੈ ਕੇ ਤੁਰੇ। ਕੈਦੀ ਇਸਤਰੀਆਂ ਹਾਂਜੀ ਸਿਰ ਮੂੰਹ ਰਸਤੇ ਧੂੜ ਨਾਲ ਭਰੇ ਹੋਏ, ਬੁਰਾ ਹਾਲ ਦੇਖ ਕੇ ਅਤੇ ਬੜੀ ਖਰਾਬੀ ਹੋਈ। ਗੁਰੂ ਮਹਾਰਾਜ ਨੇ ਫਿਰ ਇੱਥੇ ਵੀ ਸ਼ਬਦ ਉਚਾਰਿਆ ਸੀ। ਸੱਚੇ ਪਾਤਸ਼ਾਹ ਨੇ ਰਾਗ ਆਸਾ ਮਹੱਲਾ ਪਹਿਲਾ ਅਸ਼ਟਪਦੀ ਦਾ ਘਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜਿਨ ਸਿਰ ਚੂਨ ਪਟੀਆਂ ਮੰਗੀ ਪਾਏ ਸੰਦੂਰ ਸੇ ਸਿਰ ਖਾਤੀ ਮੁਨੀਨ ਗਲ ਵਿੱਚ ਆਵਿਆ ਧੂੜ ਮਹਿਲਾਂ ਅੰਦਰ ਹੁੰਦੀਆਂ ਹੁਣ ਬਹਿਣ ਮਿਲਣ ਹਦੂਰ ਆਦੇਸ਼ ਬਾਬਾ ਆਦੇਸ਼ ਆਦਿ ਪੁਰਖ ਤੇਰਾ ਅੰਤ ਨੂੰ ਪਾਇਆ ਕਰ ਕਰ ਦੇਖਿਆ ਵੇਸ ਰਾਹ ਜਦੋਂ ਸੀਆਂ ਵਿਆਹੀਆਂ ਲਾੜੇ ਸੋਹਣ ਪਾਸ ਹੀ ਡੋਲੀ ਚੜ੍ਹ ਆਈਆਂ ਦੰਦ ਖੰਡ ਕੀਤੇ ਰਾਸ ਉੱਪਰੋਂ ਬਾਣੀ ਵਾਰੀ ਹੈ ਚੱਲੇ ਚਿਮਗਨ ਪਾਸ 1 ਲੱਖ ਲੈਣ ਬੇਟੀਆ ਲੱਖ ਲੈਣ ਖੜੀਆ ਗਰੀ ਸਵਾਰੇ ਖਾਂਦੀਆਂ ਮਾਣਨ ਸੇਜੜੀਆ ਤਿੰਨ ਗਲ ਸਿਲਕਾਂ ਪਾਈਆ ਟੁੱਟਣ ਮੋਤ ਸਰੀਆ ਤਨ ਜੋਗਨ ਦੋਏ ਵੈਰੀ ਹੋਏ ਜਿਨੀ ਰੱਖੇ ਰੰਗ ਲਾਏ ਦੂਤਾਂ ਨੂੰ ਫਰਮਾਇਆ ਲੈ ਚੱਲੇ ਪਤ ਗਵਾਏ ਜੋ ਤਿਸ ਭਾਵੈ ਜੇ ਤਿਸ ਭਾਵੈ ਦੇ ਵਡਿਆਈ ਜੇ ਭਾਵੈ ਦੇ ਸਜਾਏ ਅੱਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸਜਾਏ ਸਾਹ ਸੁਰਤ ਗਵਾਈਆ ਰੰਗ ਤਮਾਸ਼ੇ ਚਾਏ ਬਾਬਰ ਮੁਣੀ ਫਿਰ ਗਈ ਕੋਈ ਨਾ ਰੋਟੀ ਖਾਏ ਇੱਕ ਨਾ ਵਕਤ ਖੁਆਈ ਹੈ ਇੱਕ ਨਾ ਪੂਜਾ ਜਾਏ ਇੱਕ ਨਾ ਚੌਕੇ ਬਿਨ ਹਿੰਦਵਾਣੀਆਂ ਕਿਉਂ ਟਿੱਕੇ ਕੱਢ ਹੈ ਨਾਏ ਰਾਮ ਨਾ ਕਹੂੰ ਚੇਤਿਓ ਹੁਣ ਕਹਿਣਾ ਮਿਲਣ ਖੁਦਾਏ ਇੱਕ ਰਾਵੈ ਆਪਣੇ ਇੱਕ ਮਿਲ ਪੁੱਛਿਆ ਸੁੱਖ ਇੱਕ ਨਾ ਇਹੋ ਲਿਖਿਆ ਬਹਿ ਰੋਵੈ ਦੁੱਖ ਜੇ ਤਿਸ ਭਾਵੈ ਸੋ ਥੀਐ ਜੋ ਤਿਸ ਭਾਵੈ ਸੋ ਥੀਐ ਨਾਨਕਿਆ ਮਨੁੱਖ। ਇਹ ਸ਼ਬਦ ਉਚਾਰਿਆ ਸਾਰੇ ਕੈਦੀਆਂ ਨੇ ਇਉਂ ਜਪਿਆ ਜਿਵੇਂ ਉਹਨਾਂ ਦੇ ਦੁੱਖਾਂ ਨੂੰ ਦੂਰ ਕਰਨ ਦੀ ਕੋਈ ਹਮਦਰਦੀ ਆ ਗਿਆ। ਸਾਰੇ ਕੈਦੀਆਂ ਦੇ ਧਿਆਨ ਜਦ ਗੁਰੂ ਵੱਲ ਹੋ ਗਿਆ ਉਹਨੇ ਦੇਖਿਆ ਅਤੇ ਫਿਰ ਗੁਰੂ ਮਹਾਰਾਜ ਦੇ ਜਿਹੜੀ ਪੰਡ ਸੀ ਸਿਰਾਂ ਤੋਂ ਹਾਂਜੀ
ਗਿੱਠ ਉੱਚੀ ਆ ਰਹੀ ਸੀ। ਅਤੇ ਫਿਰ ਮਰਦਾਨੇ ਨੂੰ ਚੜ੍ਹਾਇਆ। ਘੋੜਾ ਆਪਣੇ ਆਪ ਉਹਦੇ ਪਿੱਛੇ ਤੁਰਿਆ ਆਉਂਦਾ ਸੀ। ਬਾਬਰ ਦੇ ਨੌਕਰ ਨੇ ਜਦੋਂ ਦੇਖਿਆ ਫਿਰ ਬਾਬਰ ਨੂੰ ਦੱਸੀ ਕਿ ਕੈਦੀ ਮਹਾਂਪੁਰਖ ਹੋਈ ਤੇਰੀ ਕੈਦ 'ਚ ਆ ਗਿਆ। ਉਹਨਾਂ ਦੇ ਸਿਰਾਂ 'ਤੇ ਪੰਡਾਂ ਉੱਚੀਆਂ ਜਾ ਰਹੀਆਂ। ਇਲਾਹੀ ਰੰਗ ਵਿੱਚ ਉਹ ਸਾਜ਼ ਵਜਾਉਂਦੇ ਗਾਉਂਦੇ ਜਾ ਰਹੇ ਆ। ਇਹ ਸੁਣ ਕੇ ਬਾਬਰ ਫਿਰ ਆਪ ਆਇਆ। ਜਦੋਂ ਦੇਖਿਆ ਦਰਸ਼ਨ ਕੀਤੇ ਫਿਰ ਕਾਮਲ ਫਕੀਰ ਨਮਸਕਾਰ ਕੀਤੀ, ਮਾਫੀ ਮੰਗੀ ਔਰ ਹੁਕਮ ਕਰੋ ਤੁਹਾਡੀ ਸੇਵਾ ਕਰਾਂ। ਮਹਾਰਾਜ ਕਹਿੰਦੇ ਸਾਡੀ ਸੇਵਾ ਇਹ ਹੈ ਸਾਰੇ ਕੈਦੀਆਂ ਨੂੰ ਛੱਡ ਦੇ, ਇਹਨਾਂ ਦਾ ਲੁੱਟਿਆ ਮਾਲ ਵਾਪਸ ਕਰ ਦੇ, ਫੇਗਾਂ ਤੋਂ ਇਸ ਤਰ੍ਹਾਂ ਜ਼ੁਲਮ ਨਹੀਂ ਕਰਨਾ, ਇਸਤਰੀਆਂ ਦੀ ਬੇਪੱਤੀ ਨਹੀਂ ਕਰਨੀ। ਇਸਤਰੀਆਂ ਪਰ ਰਿਹਾਅ ਕਰ ਦਿੱਤੇ, ਉਹਨਾਂ ਦਾ ਸਮਾਨ ਮੋੜਤਾ ਅਤੇ ਕੈਦੀ ਜਿਹੜੇ ਸੀ ਵਾਪਸ ਸੈਦਪੁਰ ਚਲਾ ਗਿਆ। ਸੈਦਪੁਰ ਦੀ ਤਬਾਹੀ ਦਾ ਹਾਲ ਜਿਹੜਾ ਉਹ ਵੀ ਮਹਾਰਾਜ ਨੇ ਇਸ ਤਰ੍ਹਾਂ ਲਿਖਿਆ ਹੈ। ਆਸਾ ਮਹਲਾ ਪਹਿਲਾ। ਕਹਾਂ ਸੋ ਖੇਲ ਤਵੇਲਾ ਘੋੜੇ ਕਹਾਂ ਪੇਰੀ ਸਹਿਨਾਈ, ਕਹਾਂ ਸੋ ਤੇਗਬੰਦ ਗਾ ਡੇਰੜ, ਕਹਾਂ ਸੋ ਲਾਲ ਕਵਾਈ, ਕਹਾਂ ਸੋ ਆਰਸੀਆਂ ਮੁਖ ਬਾਂਕੇ, ਇੱਥੇ ਦੇ ਸਹਿਨਾਈ ਇਹ ਜਗ ਤੇਰਾ ਤੂੰ ਗੁਸਾਈ, ਇਹ ਘੜੀ ਮੈਂ ਥਾਪੋ ਥਾਪੇ ਜਾਰ ਵੰਡ ਦੇਵੈ ਭਾਈ ਰਾਹੋ, ਕਹਾਂ ਸੋ ਕਰਦਰ ਮੰਡਪ ਮਹਿਲਾ, ਕਹਾਂ ਸੋ ਬੰਕ ਸਰਾਈ, ਕਹਾਂ ਸੇ ਸਖਾਲੀ ਕਾਮਣ ਜਿਸ ਦੇਖ ਨੀਂਦ ਨ ਪਾਈ, ਕਹਾਂ ਸੋ ਪੰਤ ਬੋਲੀ ਹਰਮਾ ਹੋਈਆਂ ਛਾਈ ਮਾਈ। ਇਸ ਜਰ ਕਾਰਨ ਕਣੀ ਭੁਗਤੀ, ਇਨ ਜਰ ਕਣੀ ਖੁਆਈ, ਪਾਪਾਂ ਵਜੋਂ ਹੋਵੇ ਨਾਹੀਂ ਮੋਇਆ ਸਾਥ ਨ ਜਾਈ, ਜਿਹਨੂੰ ਆਪ ਖੁਆਏ ਕਰਤਾ ਖੁਸ਼ ਲੈ ਚੰਗਿਆਈ, ਕੋਟੀ ਨੂੰ ਪੀਰ ਵਰਜ ਰਹਾ ਹੈ ਜਾਂ ਮੀਰ ਸੁਣਿਆ ਤਾਇਆ, ਥਾਨ ਮੁਕਾਮ ਜਲੇ ਬਿਜ ਮੰਦਰ ਮੁਛ ਮੁਝ ਕੋਈ ਰੋ ਰਾਇਆ, ਕੋਈ ਮੁਗਲ ਨਾ ਹੁਆ ਅੰਧਾ ਕਿ ਨ ਪਰਚਾ ਲਾਇਆ, ਮੁਗਲ ਪਠਾਣਾ ਪਈ ਲੜਾਈ, ਰਣ ਮੈਂ ਤੇਗ ਬਗਾਈ, ਓਨੀ ਤੁਪ ਕਤਾਨ ਚਲਾਈ, ਓਨੀ ਹਸਤ ਚੜਾਈ, ਜਿਨ ਕੀ ਚੀਰੀ ਦਰ ਗਏ ਪਾਟੀ ਤਿਨਾ ਮਰਣਾ ਪਾਈ, ਇੱਕ ਹੰਦਵਾਣੀ ਅਵਰ ਤੁਰ ਖਾਣੀ, ਪਟਿਆਣੀ ਠੁਕਰਾਣੀ, ਇੱਕ ਨਾ ਪੇਰਨ ਸਿਰ ਖੁਰ ਪਾਟੇ, ਇੱਕ ਨਾ ਬਾਸ ਮਸਾਣੀ, ਜਿਨ ਕੇ ਬਾਂਕੇ ਕਰੀ ਨਾ ਆਇਆ, ਤਿਨ ਕਿਉ ਰਹਿਣ ਬਿਹਾਣੀ, ਆਪੇ ਕਰੇ ਕਰਾਏ ਕਰਤਾ ਕਿਹਨੂੰ ਆਖ ਸੁਣਾਈਐ, ਦੁੱਖ ਸੋ ਤੇਰਾ ਪਾਣੇ ਹੋਵੇ ਕਿਸ ਥੈ ਜਾਏ ਰੁਆਈਐ, ਹੁਕਮੇ ਹੁਕਮ ਚਲਾਏ ਵਿਕਸੈ ਨਾਨਕ ਲਿਖਿਆ ਪਾਈਐ। ਫਿਰ ਗੁਰੂ ਮਹਾਰਾਜ ਬਾਬਰ ਨੂੰ ਮਿਲੇ। ਸੈਦਪੁਰ ਦੇ ਲੋਕਾਂ ਦੀ ਇਹੋ ਜਿਹੀ ਦਰਦ ਹਾਲ ਦੇਖ ਕੇ ਇਹ ਪਤਾ ਕਰਕੇ ਕੁਝ ਪਿੰਡਾਂ ਦੀਆਂ ਇਸਤਰੀਆਂ ਮਰਦ ਉਹਦੇ ਸਿਪਾਹੀਆਂ ਕਹਿ 'ਚ ਬਾਬਰ ਨੇ ਫਿਰ ਬਾਬਰ ਨੂੰ ਰਾਵੀ ਦੇ ਕੰਢੇ ਪਿੰਡ ਆਵਾਨ ਢਾਏ ਜਿੱਥੇ ਉਹਦਾ ਡੇਰਾ ਸੀ ਜਾ ਕੇ ਮਿਲੇ। ਦੱਸਿਆ ਕਿ ਤੇਰੀ ਫੌਜ ਨੇ ਬੇਗੁਨਾਹ ਇਸਤਰੀਆਂ ਬੱਚਿਆਂ ਵੱਡਿਆਂ ਜ਼ੁਲਮ ਕੀਤੇ ਆ, ਸਗਨਾਂ 'ਚ ਕੋਈ ਪਰਮਾਤਮਾ ਇਹਨਾਂ 'ਤੇ ਤਰਸ ਤੈਨੂੰ ਕਿਉਂ ਨਹੀਂ ਆਇਆ। ਉੱਥੇ ਮਹਾਰਾਜ ਨੂੰ ਸੰਬੋਧਨ ਕਰਕੇ ਮਹਾਰਾਜ ਨੇ ਕਿਹਾ, ਆਸਾ ਮੋਲਾ ਪਹਿਲਾਂ ਖੁਰਾਸਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ ਨਾ ਦੇਈ ਕਰਤਾ, ਜਮ ਕਰ ਮੂਲ ਚੜਾਇਆ, ਇਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ, ਕਰਤਾ ਤੂੰ ਸਭਨਾ ਕਾ ਸੋਈ, ਜੇ ਸਕਤਾ ਸਕਤੇ ਕੋ ਮਾਰੇ ਤਾਮਨ ਰੋਸ਼ਨ ਹੋਈ ਰਹੋ, ਸਕਤਾ ਸੀ ਮਾਰੇ ਪੈ ਬਗੈ ਕਸਮੇ ਸਾਪੁਰ ਸਾਈ, ਰਤਨ ਵਿਗਾੜ ਬੁਏ ਕੁੱਤੀ ਮੋਇਆ ਸਾਰ ਨ ਖਾਈ, ਆਪੇ ਜੋੜ ਵਿਛੋੜੇ ਆਪੇ ਵੇਖ ਤੇਰੀ ਵਡਿਆਈ, ਜੇ ਕੋ ਨਾ ਉਤਰਾਏ ਵੱਡਾ ਸਾਧ ਕਰੇ ਮਨ ਭਾਣੇ, ਕਸਮੇ ਨਜ਼ਰੀ ਕੀੜਾ ਆਵੇ ਜਿੱਤੇ ਜੋਗਾ ਦਾਣੇ, ਮਰ ਮਰ ਜੀਵੈ ਤਾਂ ਕਿਛ ਪਾਏ ਨਾਨਕ ਨਾ ਬਖਾਣੇ। ਇਹ ਸ਼ਬਦ ਸੁਣ ਕੇ ਬਾਬਰ ਦਾ ਹਿਰਦਾ ਫਿਰ ਕੰਬ ਗਿਆ। ਸਾਰੇ ਕੈਦੀ ਛੱਡਤੇ ਅਤੇ ਫਿਰ ਇੱਥੋਂ ਫੌਜ ਲੈ ਕੇ ਵਾਪਸ ਕਾਬਲ ਨੂੰ ਮੁੜ ਗਿਆ। ਹਾਂਜੀ, ਵਾਪਸੀ ਦੇ ਪਿੱਛੋਂ ਬਾਬਰ ਫਿਰ 1583-84 ਫਿਰ ਚੜ੍ਹਾਈ ਕਰਕੇ ਦਿੱਲੀ ਦਾ ਬਾਦਸ਼ਾਹ ਵੇਲੇ ਬ੍ਰਹਮ ਲੋਧੀ ਸੀ, ਪਾਣੀਪਤ ਦੇ ਮੈਦਾਨ 'ਚ ਫਿਰ ਉਹਨੂੰ ਹਾਰ ਦੇ ਕੇ ਉਹਨੇ ਦਿੱਲੀ 'ਤੇ ਕਬਜ਼ਾ ਕਰ ਲਿਆ। ਫਿਰ ਵਾਪਸ ਮਹਾਰਾਜ ਕਰਤਾਰਪੁਰ ਆ ਗਏ। ਸੈਦਪੁਰ ਤੋਂ ਫਿਰ ਸਰੂਰ ਦੇ ਰਸਤੇ ਸੰਮਤ 1579 'ਚ ਮਹਾਰਾਜ ਕਰਤਾਰਪੁਰ ਪਰਿਵਾਰ ਕੋ ਆ ਗਏ। ਇਹ ਫਕੀਰੀ ਭੇਸ ਦੇਖ ਕੇ ਇਹ ਕੱਪੜੇ ਉਤਾਰ ਕੇ ਫਿਰ ਗ੍ਰਸਤੀ ਬਣ ਤਾਰਿਆ। ਇਹਦੇ ਪਰਸਾਏ ਭਾਈ ਗੁਰਾਂ ਲੈ ਗਿਆ। ਫਿਰ ਬਾਬਾ ਆਇਆ ਕਰਤਾਰਪੁਰ ਭੇਸ ਉਹਦਾ ਸੀ ਜਗ ਸਗਲੋ ਤਾਰਾ, ਪੈਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ, ਗ੍ਰਸਤੀਆਂ ਦੇ ਕੱਪੜੇ ਪਾ ਗੁਰੂ ਮਹਾਰਾਜ ਫਿਰ ਸਾਧੂ ਸੰਤ ਸਿੱਖ ਸੇਵਕਾਂ ਦੀ ਲੰਗਰ ਵਾਸਤੇ ਖੇਤੀ ਕਰਨੀ ਆਰੰਭ ਕਰਤੀ। ਅੰਨ ਦਾਣਾ ਉਪਜਾਉਂਦਾ ਸੀ, ਲੰਗਰ ਲੱਗਾ ਰਹਿੰਦਾ ਸੀ, ਛਕਣ ਲਈ ਵਰਤਾਇਆ ਜਾਂਦਾ ਸੀ ਸਭ ਨੂੰ ਏਕਤਾ ਨਾਲ। ਬੇਅੰਤ ਸਿੱਖ ਦਰਸ਼ਨ ਲਿਆਉਂਦੇ, ਲੰਗਰ ਭੋਜਨ ਛਕਦੇ।
ਜਿਹੜੇ ਗੁਰਸਿੱਖ ਤੇ ਫਿਰ ਆਪ ਧਨ ਪੇਟਾ ਕਰਦੇ ਉਹ ਵਾਪਸ ਕਰ ਦਿੰਦੇ, ਅੰਗੀਨਾ ਹੀ ਕਰਦੇ। ਅਤੇ ਇਸ ਤਰ੍ਹਾਂ ਫਿਰ ਨਾਨਕ ਪ੍ਰਕਾਸ਼ ਵੀ ਲਿਖਿਆ, ਮਨ ਮਿਲੇ ਅਨੇਕ ਹਜ਼ਾਰਾਂ, ਸਰਬ ਦੇਗ ਤੇ ਖਾਏ ਆਹਾਰਾਂ। ਔਰ ਭੋਜਨ ਸਾਰੇ ਲੰਗਰ ਛਕਦੇ ਸੀ। ਦਰਬ ਪੈਨਾ ਨੇ ਕੋਈ ਕਿਸਤੇ ਲੇਹਨ ਫੇਰ ਸੋਈ। ਜਿਹੜੇ ਗੁਰੂ ਮਹਾਰਾਜ ਧਨ ਪੇਟ ਕਰਦੇ ਸੀ, ਗੁਰੂ ਮਹਾਰਾਜ ਕਿਸੇ ਪਾਸੋਂ ਨਹੀਂ ਕੀ ਕਾਲ ਕਰਦੇ, ਵਾਪਸ ਕਰ ਦਿੰਦੇ ਸੀ ਜਿਹੜਾ ਧਨ ਪੇਟ ਕਰਦਾ ਸੀ। ਇਸ ਵਾਸਤੇ ਸੁਨਹਿਰੀ ਯੁੱਗ ਸੀ ਜਿਹੜਾ ਗੁਰੂ ਨੇ ਸਾਨੂੰ ਦੱਸਿਆ ਕਿ ਗ੍ਰਸਤੀ ਨੂੰ ਪੂਜਾ ਦਾ ਤਾਨ ਨਹੀਂ ਲੈਣਾ ਚਾਹੀਦਾ, ਸੌ ਕਿਰਤ ਕਰਕੇ ਖਾਣਾ ਖਵਾਉਣਾ ਚਾਹੀਦਾ ਹੈ। ਸੋ ਇਸ ਤਰ੍ਹਾਂ ਮਹਾਰਾਜ ਨੇ ਇਹ ਐਸੀਆਂ ਮਿਹਰਾਂ ਕੀਤੀਆਂ। ਪਿਆਚਲ ਬਟਾਲੇ ਸ਼ਿਵਰਾਤ ਦਾ ਮੇਲਾ ਸੀ ਅਤੇ ਇੱਥੇ ਵੀ ਮਾਰੀ ਸ਼ਿਵਰਾਤਰੀ ਨੂੰ ਮੇਲਾ ਸੀ ਆ ਗਿਆ। ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ, ਦਰਸ਼ਨ ਦੇਖਣ ਕਾਰਨ ਸਗਲੀ ਉਲਟ ਪਈ ਲੁਕਾਈ। ਲੱਗੀ ਬਰਸਨ ਲਛਮੀ ਰਿਦ ਸਿੱਧ ਨੌ ਨਿਧ ਸਵਾਈ, ਜੋਗੀ ਦੇ ਚਰਿੱਤਰ ਨੂੰ ਮਨ ਵਿੱਚ ਰਿਸਕ ਹਨੇਰੀ ਖਾਈ। ਭਗਤੀਆਂ ਪਾਈ ਭਗਤੀਆਂ ਲੋਟਾ ਜੋਗੀ ਲਿਆ ਛੁਪਾਈ, ਭਗਤੀਆਂ ਲਈ ਭਗਤ ਭੁੱਲ ਲੋਟੇ ਅੰਦਰ ਸੁਰਤ ਭੁਲਾਈ। ਬਾਬਾ ਜਾਣੀ ਜਾਣ ਪਰ ਕੱਢਿਆ ਲੋਟਾਂ ਜਾਂ ਲੁਕਾਈ, ਵੇਖ ਚਰਿੱਤਰ ਜੋਗੀ ਹੁਣ ਸਾਈ। ਇੱਥੇ ਸੁਣ ਕੇ ਫਿਰ ਮਹਾਰਾਜ ਅਟਲ ਬਟਾਲੇ ਆਏ, ਦਰਸ਼ਨ ਕਰਨ ਮੇਲੇ 'ਚ ਬਹੁਤ ਦੁਨੀਆ ਆਈ। ਅਤੇ ਉੱਥੇ ਲੋਟਾ ਜਿਹੜਾ ਮਾਇਆ ਦਾ ਸੀ ਉਹ ਸਿੱਧਾ ਨੇ ਛੁਪਾ ਲਿਆ। ਉਹ ਰਾਸਧਾਰੀ ਸੀ ਅਤੇ ਉਹ ਕਹਿਣ ਵੀ ਇਹਨਾਂ ਨੇ ਛੁਪਾਇਆ। ਉਹ ਹਵਾ ਦਾ ਬੋਲਾ ਅਤੇ ਜੋਗੀ ਲੁਕੋਈ ਬੈਠਾ ਸੀ। ਅਤੇ ਜਦੋਂ ਫਿਰ ਬੜੇ ਸ਼ਰਮਿੰਦੇ ਹੋਏ ਅਤੇ ਕਿਉਂ ਵਡਿਆਈ ਜਰਨੀ ਔਖੀ ਹੈ। ਫਿਰ ਇੱਥੇ ਸਿੱਧਾ ਨੂੰ ਗੋਸ਼ਟੀ ਹੋਈ। ਖਾਦੀ ਹੁਣ ਜਗੀਰ ਨਾਲ ਗੋਸ਼ਟ ਕਰਨ ਸਭੇ ਉੱਠ ਆਈ। ਪੁੱਛਿਆ ਜੋਗੀ ਪੰਗਰ ਨਾ ਤੋਏ ਦੁੱਧ ਵਿੱਚ ਕਿਉਂ ਕਾਂਜੀ ਪਾਈ। ਫੇਟਿਆ ਚਾਟਾ ਦੁੱਧ ਦਾ ਰਿੜ ਗਿਆ ਮੱਖਣ ਹੱਥ ਨਾ ਆਈ। ਫੇਖੋ ਤਾਰਾ ਦਾਹ ਦਾ ਬਤ ਕਿਉਂ ਸੰਸਾਰੀ ਰੀਤ ਚਲਾਈ। ਨਾਨਕ ਆਖੇ ਪੰਗਰ ਨਾ ਤੇਰੀ ਮਾਂ ਕੁਛ ਅਜੀ ਆਹੀ। ਭਾਂਡਾ ਧੋਏ ਨਾ ਜਾਤਿਓਨ ਪਾਏ ਕੁਛ ਅਜੈ ਫੁੱਲ ਸੜਾਈ। ਹੋਇਆ ਤੀਤ ਗ੍ਰਹਿਤਾ ਫਿਰ ਉਹਨੂੰ ਕੇ ਕਰ ਮੰਗਣ ਜਾਈ। ਬਿੰਦ ਤੇ ਛਾਤਨ ਹੋਈ। ਫਿਰ ਇੱਥੇ ਮਹਾਰਾਜ ਨੇ ਹਾਂਜੀ ਅਤੇ ਜਦੋਂ ਚੱਲ ਆ ਗਏ ਭੰਗਰ ਨਾ ਜੋਗੀ ਕਹਿੰਦਾ ਤੁਸੀਂ ਦੁੱਧ ਕਾਂਜੀ ਪਾਈ ਹੈ। ਦੁੱਧ ਦਾ ਮਟਕਾ ਫਿੱਟ ਗਿਆ ਅਤੇ ਰਗਣਾ ਮੱਖਣ ਨਹੀਂ ਨਿਕਲਦਾ। ਭਾਵ ਸੰਨਿਆਸੀ ਭੇਖ ਤੇ ਆ ਕੇ ਗ੍ਰਸਤੀ ਦੀ ਰੀਤੀ ਕਾਂਜੀ ਪਾਤੀ, ਹੁਣ ਗਿਆਨ ਰੂਪੀ ਮੱਖਣ ਨਹੀਂ ਨਿਕਲੇਗਾ। ਇਹ ਹੋਇਆ ਤੁਸੀਂ ਭੇਖ ਉਤਾਰ ਕੇ ਉਦਾਸ ਬਤ ਕਿਉਂ ਸੰਸਾਰੀ ਰੀਤ ਚਲਾਈ। ਉਦਾਸੀ ਭੇਖ ਦਾ ਭਰਾਵਾ ਲਾ ਕੇ ਗ੍ਰਸਤੀਆਂ ਵਾਲਾ ਕਿਉਂ ਪਾਇਆ। ਮਹਾਰਾਜ ਕਹਿੰਦੇ ਭੰਗਰ ਨਾਥਾਂ ਤੇਰੀ ਮਾਂ ਕਚਜੀ ਹੈ, ਜਿਨ ਭਾਂਡਾ ਚੰਗੀ ਧੋਤਾ ਨਹੀਂ ਅਤੇ ਦੁੱਧ ਨੂੰ ਜਾਗ ਲਾਤੀ। ਤੇਰੀ ਆਪਣੀ ਬੁੱਧ ਖਰਾਬ ਹੈ ਜਿਹਦੇ ਕਰਕੇ ਤੈਨੂੰ ਅਸਲੀਅਤ ਸਮਝ ਨਹੀਂ ਆਉਂਦੀ। ਗ੍ਰਸਤੀ ਆ ਕੇ ਫਿਰ ਗ੍ਰਸਤੀਆਂ ਘਰਾਂ 'ਚ ਮੰਗਦੇ ਹਾਂ। ਇਸ ਵਾਸਤੇ ਆਪਣੇ ਕੋਲੋਂ ਤਾਂ ਕੋਈ ਦਿੰਦੇ ਨਹੀਂ, ਬਿਨਾਂ ਦਿੱਤੇ ਕੋਈ ਮਿਲਦਾ ਨਹੀਂ। ਇਸ ਵਾਸਤੇ ਤੁਸੀਂ ਘਰਾਂ 'ਚ ਮੰਗਦੇ ਫਿਰਦੇ ਹਾਂ। ਗ੍ਰਸਤੀ ਹਾਂਜੀ ਜਿਹੜੇ ਉਹ ਤੁਹਾਡੀ ਸੇਵਾ ਕਰਦੇ ਆ ਅਤੇ ਇਹਨਾਂ ਨੂੰ ਫਿਰ ਬੜਾ ਸ਼ਰਮਿੰਦਾ ਕੀਤਾ। ਫਿਰ ਇਸ ਤਰ੍ਹਾਂ ਇਹ ਜਿਹੜੇ ਉੱਤਰ ਸੁਣਿਆ ਗੁੱਸੇ ਜਾ ਕੇ ਫਿਰ ਇਹ ਭਿਆਨਕ ਰੂਪ ਪ੍ਰਾਪਤ ਧਾਰ ਕੇ ਕੋਈ ਸ਼ਕਤੀਆਂ ਸ਼ੁਕਤੀਆਂ ਦਿਖਾਉਣ ਲੱਗੇ। ਇਹ ਸੁਣ ਬਚਨ ਜਗੀਸਰਾ ਮਾਰ ਕੇ ਲਖਬਾਉ ਰੂਏ ਉਠਾਈ। ਖੜ ਦਰਸ਼ਨ ਕੋ ਖੇਦਿਆ ਕਲਯੁਗ ਨਾਨਕ ਬੇਦੀ ਆਈ। ਸਿੱਧ ਬੋਲਣ ਸਭ ਔਖਦੀਆਂ ਤੰਤਰ ਮੰਤਰ ਕੀ ਤੁਹਾਨੂੰ ਚੜਾਈ। ਰੂਪ ਉਠਾਏ ਜੋਗੀਆਂ ਸਿੰਘ ਬਾਗ ਬਹੁ ਚਲ ਦਿਖਾਈ। ਇੱਕ ਪਾਰ ਕਰਕੇ ਉਡਰਨ ਪੰਖੀ ਜਿਵੇਂ ਰਹੇ ਲੀਲਾਈ। ਇੱਕ ਨਾਗ ਹੋਏ ਪੌਣ ਛੇੜਿਆ, ਇੱਕ ਨੰਬਰ ਖਾਗ ਨੂੰ ਵਰਸਾਈ। ਤਾਰੇ ਤੋੜੋ ਭੰਗਰਨਾਥ ਇੱਕ ਚੜ ਮਿਰਗਾਨੀ ਜਲ ਤਰ ਜਾਈ। ਸਿੱਧਾਂ ਅਗਨ ਬੁਝ ਵਜਾਈ। ਇਹ ਫਿਰ ਇਸ ਤਰ੍ਹਾਂ ਜਿਹੜੇ ਕਰਾਮਾਤਾਂ ਦਿਖਾਉਣ ਲੱਗੇ। ਕੋਈ ਆਕਾਸ਼ ਅੱਗ ਵਰਸਾ ਰਿਹਾ, ਕੋਈ ਪੰਛੀਆਂ ਉੜਿਆ ਫਿਰਦਾ, ਕੋਈ ਸ਼ੇਰ ਸੱਪ ਬਣ ਕੇ ਮੂੰਹ 'ਚੋਂ ਅੱਗ ਕੱਢ ਕੇ ਦਿਖਾਉਂਦਾ। ਅਤੇ ਜੇ ਤਾਰਨ ਦਾ ਕਹਿੰਦੇ ਮਾਰਾ ਕਿਸ ਤਰ੍ਹਾਂ ਲੋਕ ਡਰ ਰਹੇ। ਫਿਰ ਮਾਰਨ ਆਪਣੀ ਖੜਾਮ ਛੱਡੀ, ਸਾਰਿਆਂ ਦੇ ਟੋਟਰਾਂ 'ਚ ਵੱਜੀ ਜਾ ਕੇ ਸਾਰੇ ਲਾ ਲੈ। ਸਿੱਧ ਬੋਲਣ ਸੁਣ ਨਾਨਕਾ ਤੋਹੇ ਜਗ ਨੂੰ ਕਰਾਮਾਤ ਦਿਖਾਈ। ਕੋਈ ਵਿਖਾ ਲਿਆ ਸਾਨੂੰ ਤੋਹੇ ਕਿਉਂ ਹਾਂਜੀ ਢਿੱਲ ਜੇ ਇਹੀ ਲਾਈ।
ਫਿਰ ਮਹਾਰਾਜ ਨੇ ਉੱਤਰ ਦਿੱਤਾ, ਬਾਬਾ ਬੋਲੇ, ਨਾਥ ਜੀ, ਅਸ ਵੇਖਣ ਜੋਗੀ ਵਸ ਨ ਖਾਈ, ਗੁਰ ਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਹੈ ਰਾਈ। ਕਹਿੰਦੇ, ਨਾਥ ਜੀ, ਆ ਤਾਂ ਸਾਡੇ ਪਾਸ ਤੁਹਾਡੀਆਂ ਜੋਗੀਆਂ ਦੇ ਵੇਖਣ ਵਾਲੀ ਕੋਈ ਚੀਜ਼ ਕਰਾਮਾਤ ਨਹੀਂ, ਸਾਨੂੰ ਤਾਂ ਸਾਧ ਸੰਗ ਵਾਹਿਗੁਰੂ ਦੀ ਬਾਣੀ ਤੋਂ ਬਿਨਾਂ ਹੋਰ ਕੋਈ ਆਸਰਾ ਨਹੀਂ। ਸ਼ਿਵ ਰੂਪੀ ਕਰਤਾ ਪੁਰਖ ਚੱਲੇ ਨਾਹੀਂ ਤਰਤ ਚਲਾਈ, ਸਿੱਧ ਮੰਤਰ ਤੰਤਰ ਕਰ ਝੜ ਪੜੇ, ਸ਼ਬਦ ਗੁਰੂ ਕਲਾ ਛਪਾਈ। ਦਦੇ ਦਾਤਾ ਗੁਰੂ ਹੈ, ਕੱਕੇ ਕੀਮਤ ਕਿਨ ਨ ਪਾਈ, ਸੋ ਦੀਨ ਨਾਨਕ ਸਤਿਗੁਰ ਸਰਨਾਈ। ਫਿਰ ਮਹਾਰਾਜ ਗੁਰੂ ਨਾਨਕ ਸਿੰਘ ਨੇ ਆਪ ਕਰਤਾ ਪੁਰਖ ਦਾ ਰੂਪ ਆ, ਧਰਤੀ ਵਾਂਗ ਡੋਲ ਰਿਹਾ, ਸਿੱਧਾਂ ਨੇ ਬੜੇ ਜੰਤਰ ਮੰਤਰ ਤੰਤਰ ਕੀਤੇ, ਪੇਸ਼ ਨਹੀਂ ਗਈ। ਫਿਰ ਹਾਂਜੀ ਆ ਕੇ ਚਰਨੀ ਡਿੱਗ ਪਏ, ਦੀਨ ਮਨੇ ਹੋ ਗਏ। ਫਿਰ ਇਹਨਾਂ ਨੂੰ ਸਤਿਨਾਮ ਦਾ ਉਪਦੇਸ਼ ਦਿੱਤਾ। ਬਾਬਾ ਬੋਲੇ, ਨਾਥ ਜੀ, ਸ਼ਬਦ ਸੁਣੋ ਸੱਚ ਮੁਖੋਂ ਲਾਈ, ਬਾਝੋਂ ਸੱਚੇ ਨਾਮ ਦੇ, ਹੋਰ ਕਰਾਮਾਤ ਅਸਾਂ ਤੇ ਨਾਹੀਂ। ਬਸਤਰ ਪੈਰੇ ਅਗਨ ਕਹਿ, ਬਰਫ ਮਾਲੇ ਮੰਦਰ ਛਾਈ, ਕਰੋ ਰਸੋਈ ਸਾਰ ਦੀ, ਸਗਲੀ ਧਰਤੀ ਨੱਥ ਚਲਾਈ। ਏਵੜ ਕਰੀ ਵਿਥਾਰ ਕੋ, ਸਗਲੀ ਧਰਤੀ ਹਕੀ ਜਾਈ। ਹਾਂਜੀ ਤੋਲੀ ਧਰਤ ਆਕਾਸ ਤੋਏ, ਪਿਛੇ ਛਾਬੇ ਟੰਗ ਚੜਾਈ। ਇਹ ਬਲ ਰੱਖਾਂ ਆਪ ਵਿੱਚ, ਜਿਸ ਆ ਰੱਖਾਂ ਤਿਸ ਪਾਸ ਕਰਾਈ। ਸਤ ਬੇਨ ਸਤਨਾਮ ਬਿਨ ਬਾਦਰ ਛਾਈ। ਬਾਰਾਂ ਕਹਿੰਦੇ ਤੁਹਾਨੂੰ ਸੱਚ ਦੱਸਦੇ ਹਾਂ, ਸਾਡੇ ਕੋਲ ਪਰਮੇਸ਼ਰ ਨਾਮ ਤੋਂ ਬਿਨਾਂ ਕਰਾਮਾਤ ਨਹੀਂ। ਸਾਡੇ ਕੋਲ ਇਤਨਾ ਬਲ ਵੀ ਹੋਵੇ, ਅੱਗ ਦੇ ਵਸਤਰ ਪਹਿਨ ਲਈਏ, ਹਿਮਾਲੇ ਦੀ ਬਰਫ ਵਿੱਚ ਰਹਿਣ ਕਰ ਲਈਏ, ਲੋਹੇ ਦਾ ਖਾਣਾ ਕਰ ਲਈਏ, ਧਰਤੀ ਨੂੰ ਘੋੜੇ ਵਾਂਗ ਮਰਜ਼ੀ ਨਾਲ ਚਲਾ ਲਈਏ, ਇੰਨਾ ਵਿਸਤਾਰ ਵੀ ਕਰ ਲਈਏ, ਧਰਤੀ ਨੂੰ ਧੱਕ ਕੇ ਅੱਗੇ ਲਾ ਲਈਏ, ਜਿੱਧਰ ਚਾਹੇ ਧਰਤੀ ਕਾਂ ਨੂੰ ਤਕੜੀ ਪਾ ਕੇ ਬਟਿਆਂ ਨਾਲ ਤੋਲ ਲਈਏ। ਆਪਣੇ ਹੋਰ ਕੀ ਇੰਨਾ ਬਲ ਰੱਖਦਾ ਹੈ ਜੀ, ਕਿਸੇ ਪਾਸੋਂ ਚਾਹੋਂ ਕਰਾ ਲਈਏ। ਫਿਰ ਵੀ ਕਹਿੰਦੇ ਸਮਝਦੇ ਆ ਸਭ ਗੱਲਾਂ ਸਤਨਾਮ ਤੋਂ ਬੱਦਲਾਂ ਦੀ ਸ਼ਾਮ ਝੂਠੀਆਂ ਆ, ਹਾਂਜੀ ਸਥਿਰ ਰਹਿਣ ਵਾਲੀਆਂ ਨੇ। ਸਿੱਧਾ ਨਵੇਂ ਗੋਸ਼ਟੀ ਰਾਮਕਲੀ ਮਹੱਲੇ ਪਹਿਲੇ 'ਚ ਵੀ ਦੱਸਿਆ, ਸਿੱਧ ਸਵਾ ਕਰ ਆਸਣ ਬੈਠੇ, ਸੰਤ ਸਵਾ ਜੈਕਾਰੋ, ਤੇ ਸਾਗੈ ਰਸ ਮਾਰੇ, ਸਾਚਾ ਪ੍ਰਭਾਰੋ। ਬਸਤ ਕਾਟ ਧਰੀ ਤੇ ਸਾਗੈ, ਤਨ ਮਨ ਆਗੇ ਦਿਓ, ਨਾਨਕ ਸੰਤ ਮਿਲੈ ਸੱਚ ਪਾਈਏ, ਸਹਿਜ ਪਾਏ ਜਸ ਲਿਓ। ਇਹ ਸਿੱਧੂ ਵਾਲੀਆਂ 73 ਪੌੜੀਆਂ, 73 ਪੌੜੀਆਂ ਅੰਤ ਇਹ ਦੱਸਿਆ। ਵਿਨਾਸੀ ਪ੍ਰਭ ਖੇਲ ਰਚਾਇਆ, ਗੁਰਮੁਖ ਸੋਝੀ ਹੋਈ, ਨਾਨਕ ਸਭ ਜੋ ਆਪੇ ਵਰਤਾ, ਦੂਜਾ ਵਰ ਨ ਕੋਈ। ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿ, ਸਾਰਾ ਖੇਲ ਕਰਤੇ ਪੁਰਖ ਦਾ, ਉਹਦੀ ਇੱਛਾ 'ਚ ਰਚਾਇਆ, ਅਤੇ ਉਹਦੇ ਕੌਤਕਾਂ ਦੀ ਇਹ ਬਿਰਲੇਪਨ ਨੂੰ ਸੋਝੀ ਹੁੰਦੀ ਹੈ। ਕਰਦਾ ਉਹ ਸਾਰੇ ਸਮਾਂ 'ਚ ਆਪੇ ਵਰਤ ਵਰਤਾਰਿਆ, ਅਤੇ ਉਹ ਤੋਂ ਬਿਨਾਂ ਐਸਾ ਹੋਰ ਕੋਈ ਨਹੀਂ। ਜਦੋਂ ਫਿਰ ਸਿੱਧਾਂ ਨੇ ਹਾਰ ਮੰਨ ਲਈ, ਆਦੇਸ਼ ਕਰਕੇ ਤੇ ਫਿਰ ਤੁਰ ਗਏ। ਬਾਬੇ ਕੀਤੀ ਸਿੱਧ ਉਠ ਸ਼ਬਦ ਸ਼ਾਂਤ ਸਿੱਧਾਂ ਵਿੱਚ ਆਈ। ਇਹ ਚਰਚਾ ਕਰਕੇ ਜਦੋਂ ਠੰਡੇ ਹੋ ਗਏ ਨਾ, ਫਿਰ 6 ਬਰਾਤ ਦਾ ਮੇਲਾ ਹੀ ਮਹਾਰਾਜ ਜਿੱਤਿਆ, ਅਤੇ ਸਾਧੂਆਂ ਦੇ 6 ਪੈਗ ਸੰਨਿਆਸੀ, ਜੈਨੀ, ਜੰਗਮ, ਵੈਸ਼ਨੂੰ, ਬਰਾਗੀ, ਜੋਗੀ ਜਿੰਨੇ ਸੀ, ਨਮਸਕਾਰਾਂ ਕਰਕੇ ਤੁਰਦੇ ਬਣੇ। ਕਹਿੰਦੇ ਹੈ ਨਾਨਕ ਤੇਰੀ ਕਮਾਈ ਵੱਡੀ ਹੈ, ਧੰਨ ਨਾਨਕ ਤੇਰੀ ਵੱਡੀ ਕਮਾਈ। ਕੱਲ੍ਹ ਜੋ ਵੱਡੇ ਪੁਰਖ ਪ੍ਰਗਟ ਹੋਏ ਆ, ਜਿਨ੍ਹਾਂ ਨੇ ਨਾਮ ਦੀ ਜੋਤ ਜਗਾਤੀ ਹੈ। ਇਹ ਚੱਲ ਬਟਾਲੇ ਬੈਠ ਕੇ ਗੋਸ਼ਟ ਕੀਤੀ ਹੈ, ਉੱਥੇ ਮਹਾਰਾਜ ਦਾ ਪਵਿੱਤਰ ਸਥਾਨ ਗੁਰਦੁਆਰਾ ਬਣਿਆ ਹੈ। ਫਿਰ ਮੁਲਤਾਨ ਦੀ ਯਾਤਰਾ, ਮੇਲੋਂ ਬਾਬਾ ਉੱਠਿਆ, ਮੁਲਤਾਨੇ ਦੀ ਇਜਾਰਤ ਜਾਈ, ਅੱਗੋਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ। ਬਾਬੇ ਕੱਢ ਕਰ ਬਗਲ ਤੇ ਚੰਬੇਲੀ ਦੁੱਧ ਵਿੱਚ ਮਲਾਈ, ਜਿਉਂ ਸਾਗਰ ਵਿੱਚ ਗੰਗ ਸਮੇਂ ਜ਼ਿਲ੍ਹੇ ਇੱਥੇ ਗਏ, ਅਤੇ ਉਹਨੇ ਕਿਹਾ ਵੀ ਪੀਰੀ ਪੋਰਿਆ, ਉਹ ਕਟੋਰਾ ਦੁੱਧ ਦਾ ਭਰ ਲੈ, ਵੀ ਇੱਥੇ ਰਹਿਣ ਦੀ ਲੋੜ ਨਹੀਂ ਤੁਹਾਡੀ, ਅੱਗੇ ਪੀਰ ਬਹੁਤ ਆ। ਮਹਾਰਾਜ ਨੇ ਚਮੇਲੀ ਦਾ ਫੁੱਲ ਰੱਖਤਾ, ਨਾ ਦੁੱਧ ਉਛਲਿਆ, ਸੁਗੰਧੀ ਵਿੱਚ ਛੱਡਦੀ। ਕਹਿੰਦੇ ਜਿਵੇਂ ਫੁੱਲ ਨਰਲੇ ਪਿਆ, ਪੀਰੋ ਐਵੇਂ ਭਰਮੋ ਨਾ, ਅਸੀਂ ਐਵੇਂ ਨਰਲੇਪ ਰਹਾਂਗੇ, ਤੁਹਾਨੂੰ ਕੋਈ ਕਸ਼ਟ ਨਹੀਂ ਦਿੰਦੇ। ਫਿਰ ਸਾਰਿਆਂ ਨੂੰ ਮਾਫੀ ਮੰਗੀ, ਸਾਰੇ ਮਹਾਰਾਜ ਦੇ ਚਰਨਾਂ ਦੇ ਵਿੱਚ ਝੁਕ ਗਏ। ਅਤੇ ਅੱਗੇ ਫਿਰ ਮਹਾਰਾਜ ਮੁੜ ਕੇ ਕਰਤਾਰਪੁਰ ਆਏ ਆ। ਜ਼ਿਆਰਤ ਕਰ ਮੁਲਤਾਨ ਦੀ, ਫਿਰ ਕਰਤਾਰਪੁਰ ਨੂੰ ਆਇਆ। ਚੜ੍ਹੇ ਸਵਾਈ ਦੇਹ ਦੀਹੀ, ਕਲਯੁਗ ਨਾਨਕ ਨਾਮ ਤੇ ਆਇਆ। ਬਿਨ ਆਵੇ ਹੋਰ ਮੰਗਣਾ, ਸਿਰ ਦੁੱਖਾਂ ਦੀ ਦੁੱਖ ਸਵਾਇਆ। ਮਾਰਿਆ ਸਿੱਖਾਂ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਇਹ ਯਾਤਰਾ ਕੇ ਮੁਲਤਾਨ ਨੂੰ ਕਰਤਾਰਪੁਰ ਆ ਗਿਆ। ਫਿਰ ਆਪਣੇ ਕਲਯੁਗ 'ਚ ਕਰਤਾਰ ਦਾ ਨਾਮ ਜਪਾਇਆ। ਦਿਨ ਰਾਤ ਧੂਣ ਵਡਿਆਈ
ਦੂਣੀ ਚੋਣੀ ਹੋ ਰਹੀ ਹੈ। ਨਾਮ ਤੋਂ ਬਿਨਾਂ ਮੰਗਣਾ ਦੁੱਖਾਂ ਦਾ ਕਾਰਿਆ। ਗੁਰੂ ਮਹਾਰਾਜ ਨੇ ਨਾਮ ਦਾ ਸਿੱਕਾ ਚਲਾਇਆ, ਉੱਤਮ ਪੰਥ ਰਚਿਆ, ਕਰਤਾਰ ਨੂੰ ਮੰਨਣ ਵਾਲਾ ਪੰਥ ਚਲਾਤਾ। ਕਰਤਾਰਪੁਰ 'ਚ ਪਹਿਲਾਂ ਮੰਗੋ ਹਾਂਜੀ, ਅਤੇ ਰੌਣਕਾਂ ਹੋਈਆਂ, ਦੀਵਾਨ ਸਜਣ ਲੱਗੇ, ਲੰਗਰ ਚੱਲਦੇ, ਬੀਹਰਾਂ ਕੱਤ ਕੇ ਸੰਗਤਾਂ ਦਰਸ਼ਨੂ ਦੀਆਂ ਸਿੱਖ ਸੰਗਤਾਂ ਫਿਰ ਲੰਗਰ ਛਕ ਕੇ ਤ੍ਰਿਪਤ ਹੁੰਦੀਆਂ ਅਤੇ ਮਹਾਰਾਜ ਸਾਰਿਆਂ ਦੇ ਮਿਹਰ ਕਰਦੇ ਹੈ। ਫਿਰ ਸਿੱਖੀ ਦੀ ਪਰਖ ਕੀਤੀ। 17 ਹਾੜ ਹਾਂਜੀ ਸੰਮਤ 1596 ਨੂੰ ਗੱਦੀ 'ਤੇ ਆਪਣੇ ਥਾਂ ਸਥਾਪਨ ਕੀਤਾ। ਭਾਈ ਲਹਿਣੇ ਨੂੰ ਤਾਪਿਆ ਲੈਣਾ ਜੀਵ ਦੇ ਗੁਰਿਆਈ ਸਿਰ ਛਤਰ ਫਰਾਇਆ। ਜੋਤੀ ਜੋ ਮਿਲਾ ਕੇ ਸਤਿਗੁਰੂ ਨਾਨਕ ਰੂਪ ਬਟਾਇਆ। ਲੱਖ ਨਾ ਕੋਈ ਸਕੇ ਆਚਾਰਯ ਨੂੰ ਅਰਚਲ ਦਿਖਾਇਆ। ਕਾਇਆ ਪਲਟ ਸਰੂਪ ਬਣਾਇਆ। ਇਸ ਵਾਸਤੇ ਫਿਰ ਮਹਾਰਾਜ ਨੇ ਜਿਹੜੇ ਪਰਖ ਕੀਤੀ, ਪਰਖਾਂ 'ਚ ਭਾਈ ਲਹਿਣਾ ਜੀ ਪੂਰੇ ਉਤਰੇ ਅਤੇ ਬਾਬੇ ਬੁੱਢੇ ਤੋਂ ਤਿਲਕ ਦਵਾ ਕੇ ਆਪ ਪਰਿਕਰਮਾ ਕੀਤੀਆਂ। 5 ਪੈਨਲੇ ਰੱਖ ਕੇ ਅਤੇ ਲਹਿਣੇ ਨੂੰ ਆਪਣੇ ਛਾਤੀ ਨਾਲ ਲਾ ਕੇ ਬੇਰਾ ਆ ਗਿਆ। ਇਹਨਾਂ ਦਾ ਨਾਮ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਰੱਖ ਦਿੱਤਾ। ਲਹਿਣੇ ਤਰਿਉ ਨਛਤਰ ਸਿਰ ਅਸਮਾਨ ਕਿਆੜਾ ਛਿਕਿਉਨ। ਜੋਤ ਸਮਣੀ ਜੋਤ ਮਾਹਿ ਆਪ ਆਪੇ ਸੇਤੀ ਮਿਕਿਉਨ। ਸਿੱਖਾਂ ਪੁੱਤਰਾਂ ਕੋ ਕੈਸਾ ਮਤ ਵੇਖੋ ਜੇ ਕਿਉਂ ਜਾਂ ਸੁਦੋਸ ਤਾਂ ਲੈਣਾ ਟੇਕਣ। ਗੁਰੂ ਮਹਾਰਾਜ ਦਾ ਰੋਜ਼ ਦਾ ਕੀ ਕਰਮ ਸੀ। ਕਰਤਾਰਪੁਰ ਅੰਤਮ ਸਮੇਂ ਅੰਮ੍ਰਿਤ ਉੱਠ ਕੇ ਦਰਿਆ ਰਾਵੀ ਇਸ਼ਨਾਨ ਕਰਨਾ। ਵੀ ਆਤਮ ਸਰੂਪ ਵਿੱਚ ਆਪਣੇ ਜੁੜ ਕੇ ਬੈਠਦੇ ਸੀ। ਸੰਗਤ 'ਚ ਬਹਿ ਕੇ ਕੀਰਤਨ ਸੁਣਦੇ ਸੀ। ਆਈ ਸੰਗਤ ਨੂੰ ਉਪਦੇਸ਼ ਦਿੰਦੇ ਸੀ, ਕਰਤਾਰਤ ਕਰਦੇ ਸੀ। ਦੀਵਾਨ ਦੀ ਸਮਾਪਤੀ ਤੋਂ ਫਿਰ ਸਿੱਖ ਸੇਵਕਾਂ ਨੂੰ ਖੇਤੀ, ਵਾਹੁਣ ਬੀਜਣ, ਕਟਾਈ ਦਾ ਕੰਮ ਕਰਦੇ ਸੀ। ਲੰਗਰ ਤਿਆਰ ਹੁੰਦਾ ਸੀ, ਸਾਰਿਆਂ ਮਿਲ ਕੇ ਲੰਗਰ ਪ੍ਰਸ਼ਾਦ ਛਕਦੇ ਸੀ। ਫਿਰ ਕੰਮਾਂ 'ਚ ਲੱਗ ਜਾਂਦੇ ਸੀ। ਸੰਧਿਆ ਸਮੇਂ ਫਿਰ ਦੀਵਾਨ ਸਾਹਿਬ ਦਾ ਸੋਦਰ ਦਾ ਕੀਰਤਨ ਹੁੰਦਾ, ਰਹਿਰਾ ਪਾਠ। ਫਿਰ ਲੰਗਰ ਹਰ ਰਾਤ ਨੂੰ ਵਰਾਜਦੇ ਸੀ। ਖੇਤੀ ਦੀ ਆਮਦਨ ਤੋਂ ਆਪ ਜੀ ਲੰਗਰ ਚਲਾਉਂਦੇ ਸੀ। ਆਏ ਅਤਿਥੀ ਲੋੜਵੰਦਾਂ ਦੀ ਅੰਨ ਵਸਤਰ ਨਾਲ ਸੇਵਾ ਕਰਦੇ ਸੀ। ਇਸ ਤਰ੍ਹਾਂ ਸੱਚੇ ਪਾਤਸ਼ਾਹ ਕਿਸੇ ਪਾਸੋਂ ਨਗਦ ਮੈਂ ਭੇਟਾ ਪ੍ਰਵਾਨ ਕਰਦੇ। ਜਿਵੇਂ ਨਾਨਕ ਪ੍ਰਕਾਸ਼ ਲਿਖਿਆ, ਮਨ ਮਿਲੇ ਅਨੇਕ ਹਜ਼ਾਰਾਂ ਸਰਬ ਦੇ ਤੇ ਖਾਏ ਹਜ਼ਾਰਾਂ ਸਰਬ ਦੇ ਖਾਏ ਆਹਾਰਾਂ। ਦਰਬ ਪਾਉਣ ਨਾਨਕ ਕੇ ਕੋਈ ਕਿਸ 'ਤੇ ਲੇਹ ਨਾ ਫੇਰਿਆ ਸੋਈ। ਹਜ਼ਾਰਾਂ ਸਿੱਖ ਸੇਵਕ ਹੁੰਦੇ ਸੀ, ਲੰਗਰ ਛਕਦੇ ਸੀ ਹਾਂਜੀ। ਜਿਹੜੇ ਭੇਟਾ ਕਰਦੇ ਸੀ ਪ੍ਰਵਾਨ ਨਹੀਂ ਸੀ ਕਰਦੇ, ਮੋੜ ਦਿੰਦੇ ਸੀ। ਗੁਰੂ ਸਦਾਏ ਮੰਗਣ ਜਾਏ ਤਾਂ ਕਿ ਮੁੱਲ ਨਾ ਲੱਗੀਆ ਪਾਏ। ਕਾਲ ਖਾਏ ਕਿ ਛਤ ਹੁੰਦੇ ਨਾਨਕ ਰਾਹੋ ਪਛਾਣੇ ਸੇ। ਇਸ ਤਰ੍ਹਾਂ ਮਹਾਰਾਜ 9 ਖੰਡੇ ਪ੍ਰਿਥਵੀ ਜਿਹੜੀ ਪ੍ਰਾਣੀਵਾਦ ਨੂੰ ਨਾ ਬਣੇ ਦਾ ਉਪਦੇਸ਼ ਦਿੱਤਾ। ਖੇਤੀਬਾੜੀ ਦੀ ਕਿਰਤ ਕਮਾਈ, ਲੰਗਰ ਚਲਾ ਕੇ ਅੰਤਲੇ ਜਿਹੜੇ 15-16 ਸਾਲ ਆ ਕਰਤਾਰਪੁਰ ਬਤੀਤ ਕੀਤੇ। ਗੁਰੂ ਮਹਾਰਾਜ ਨੇ ਮੁਕਤ ਅਤੇ ਜੁਗਤ ਦੋਹਾਂ ਦਾ ਵਰਤ ਲਾਇਆ ਸੀ। ਮੁਕਤੀ ਵਾਲੇ ਮੁਕਤੀ, ਭੁਗਤ ਵਾਲੇ ਨੂੰ ਭੁਗਤ ਦਿੱਤਾ, ਭੋਜਨ ਪ੍ਰਾਪਤ ਹੁੰਦਾ ਸੀ। ਇਹ ਮਹਾਰਾਜ ਨੇ ਕਿਰਪਾ ਕੀਤੀ। ਔਰ ਭਾਰਤ ਦੇ ਪ੍ਰਸਿੱਧ ਸਥਾਨਾਂ ਔਰ ਬਰਿਆਈ ਦੇ ਅੱਡਿਆਂ 'ਤੇ ਪਹੁੰਚ ਕੇ ਮਹਾਰਾਜ ਨੇ ਪਖੰਡ ਦਾ ਖੰਡਨ ਕੀਤਾ। ਹੱਕ ਹਲਾਲ ਦੀ ਕਮਾਈ ਕਰਨ ਦਾ, ਨਾਮ ਸਿਮਰਨ ਦਾ ਉਪਦੇਸ਼ ਦਿੱਤਾ। ਅਤੇ ਲੰਮੇ ਸਫ਼ਰਾਂ ਵਾਸਤੇ ਮਹਾਰਾਜ ਅੱਜ ਵਾਂਗੂ ਸਵਾਰੀਆਂ ਦੇ ਪ੍ਰਬੰਧ ਨਹੀਂ ਸੀ। ਮਹਾਰਾਜ ਨੇ ਦੇਖੋ ਕਿੱਡੀ ਲੰਮੀ ਯਾਤਰਾ ਕੀਤੀ ਹੈ। ਔਰ ਭਾਰਤ ਵਰਸ਼ ਦੇ ਬਾਹਰ ਸਿਆਮ, ਲੰਕਾ, ਤਿੱਬਤ, ਚੀਨ, ਮੱਕਾ, ਮਦੀਨਾ, ਬਗਦਾਦ, ਤੁਰਕਸਤਾਨ, ਕਾਬਲ ਦੂਰ ਦੁਰਾਡੇ ਪਹੁੰਚ ਕੇ ਕਿਵੇਂ ਪ੍ਰਚਾਰ ਕੀਤਾ। ਬਾਬੇ ਡਿੱਠੀ ਪ੍ਰਿਥਵੀ 90 ਖੰਡ ਜਿੱਥੇ ਤੱਕ ਆਹੀ। ਗੁਰੂਆਂ ਨੇ ਸਾਰੇ 9 ਖੰਡ ਫਿਰ ਚੱਕਰ ਲਾ ਕੇ ਦੇਖੀ ਹੈ ਔਰ ਦੱਸਿਆ ਵੀ ਗਰੀਬੀ ਧਾਰਨਾ ਨਾਮ ਜਪਣ ਨਾਲ ਕਲਿਆਣ ਹੁੰਦੀ ਹੈ। ਜਾਲਬ ਭੱਟ ਨੇ ਵੀ ਲਿਖਿਆ, ਕੀਰਤ ਰਵ ਕਿਰਨ ਪ੍ਰਗਟ ਸੰਸਾਰ ਹੈ ਸਾਖ ਤਰੋਵਰ ਮਗਲ ਸਰਖ। ਉੱਤਰ ਦੱਖਣ ਹੈ ਪੋਬਰ ਪશ્ਚਿਮ ਜੈ ਜੈਕਾਰ ਜੋ ਪੰਥ ਨਰਾ। ਫਿਰ ਮਹਾਰਾਜ ਨੇ ਬਾਣੀ ਦੀ ਰਚਨਾ ਕੀਤੀ ਹੈ। ਲਗਭਗ ਸੱਚੇ ਪਾਤਸ਼ਾਹ 16 ਸਾਲ ਕਰਤਾਰਪੁਰ ਨਿਵਾਸ ਹੈ। ਬਾਣੀ ਦੀ ਬੇਅੰਤ ਰਚਨਾ ਕੀਤੀ। 12 ਮੋਹ ਤੁਖਾਰੀ ਰਾਗ ਦੀ ਰਚਨਾ ਪ੍ਰਸਿੱਧ ਹੈ। ਜਪਜੀ ਸਾਹਿਬ ਦੀਆਂ ਪੌੜੀਆਂ ਦੀ ਤਰਤੀਬ ਧੰਨ ਗੁਰੂ ਅੰਗਦ ਸਾਹਿਬ ਨੇ ਕਿਰਪਾ ਕੀਤੀ ਕਰਾਈ।
ਫਿਰ ਆਪਣੇ ਦੇਸ ਰੜਨ ਥਾਂ ਥਾਂ ਬਾਣੀ ਉਚਾਰੀ। ਉਹ ਵੀ ਸੰਗ੍ਰਹਿ ਕਰਕੇ ਬਾਬਾ ਉਡਾਦ ਪ੍ਰੇਮੀ ਸਿੱਖਾਂ ਤੋਂ ਲਿਖਾਈ। ਗੁਰੂ ਦਾ ਮੁੱਖ ਉਪਦੇਸ਼ ਕੀ ਸੀ? ਗੁਰੂ ਸਾਹਿਬ ਥਾਂ ਥਾਂ ਜਾ ਕੇ ਉਪਦੇਸ਼ ਬਚਨਾਂ ਨੂੰ ਧਿਆਨ ਨਾਲ ਵਿਚਾਰ ਕਰਨ ਹੁੰਦਾ। ਸਮੁੱਚਾ ਭਾਵ ਜੇ ਦੇਖੀਏ ਕੀ ਪ੍ਰਗਟ ਹੁੰਦਾ। ਪਹਿਲਾ ਤਾਂ ਹੈ ਪਖੰਡ ਦਾ ਅਤੇ ਹਉਮੈ ਦਾ ਤਿਆਗ ਕਰਨਾ। ਦੂਜਾ ਆਪਣੀ ਮਿਹਨਤ ਦੀ ਕਮਾਈ ਕਰਕੇ ਲੋੜਾਂ ਪੂਰੀਆਂ ਕਰਨੀਆਂ, ਲੋੜਵੰਦਾਂ ਦੀਨ ਦੁਖੀਆਂ ਦੀ ਸੇਵਾ ਕਰਨੀ। ਤੀਜਾ ਸਭ 'ਤੇ ਦਇਆ ਕਰਨੀ, ਨਿਮਰਤਾ ਧਾਰਨ ਕਰਨੀ। ਚੌਥਾ ਇੱਕ ਪਰਮਾਤਮਾ ਨੂੰ ਮੰਨਣਾ। ਪੰਜਵਾਂ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ। ਛੇਵਾਂ ਪਰਮਾਤਮਾ ਦੇ ਭਾਣੇ ਰਜ਼ਾ ਵਿੱਚ ਰਹਿਣਾ, ਭਾਣਾ ਮੰਨਣਾ। ਜੋਤੀ ਜੋਤ ਸਮੂਨ ਦਾ ਨਿਰੰਕਾਰੀ ਜੋਤ ਧੰਨ ਗੁਰੂ ਨਾਨਕ ਪਾਤਸ਼ਾਹ 70 ਸਾਲ 5 ਮਹੀਨੇ ਅਤੇ 7 ਦਿਨ ਇਸ ਸੰਸਾਰ ਵਿੱਚ ਸਤਿਨਾਮ ਦਾ ਚੱਕਰ ਚਲਾਇਆ। ਅਸੂਬਦੀ ਦਾਸ ਸੰਮਤ 1596 ਨੂੰ ਆਪਣੇ ਪ੍ਰਕਾਸ਼ ਰੂਪ ਜੋਤੀ ਦੇ ਵਿੱਚ ਜੋਤ ਸਮਾ ਗਈ। 4 ਉਦਾਸੀਆਂ ਦੇ ਪ੍ਰਸਿੱਧ ਅਸਥਾਨ ਹੈ। ਪਹਿਲੀ ਉਦਾਸੀ ਪੂਰਵ ਦੀ ਕੀਤੀ ਹੈ ਸੰਮਤ 1554 ਤੋਂ 1565 ਤੇ। ਸੁਲਤਾਨਪੁਰ, ਲਾਹੌਰ, ਸੈਦਪੁਰ, ਯਮਨਾਬਾਦ, ਤਲਵੰਡੀ, ਕਰਨਾਲ, ਪਾਣੀਪਤ, ਹਰਿਦੁਆਰ, ਦਿੱਲੀ, ਮਜਨੂ ਟਿੱਲਾ, ਮਥੁਰਾ, ਬਿੰਦਰਾਬਨ, ਨਾਨਕ ਮਤਾ, ਮਿੱਠਾ ਰੀਠਾ, ਬਨਾਰਸ, ਪਟਨਾ, ਗਇਆ, ਕਾਮਰੂਪ, ਗੁਹਾਟੀ, ਚਿੱਟਾਗਾਉਂ, ਜਗन्नाथपुरी, ਕਟਕ, ਆਗਰਾ, ਰੋਹਿਲਖੰਡ ਇਲਾਕਾ, ਸੁਲਤਾਨਪੁਰ ਲੋਧੀ, ਲਾਹੌਰ, ਤਲਵੰਡੀ, ਪਾਕਪਟਨ, ਦੀਪਾਲਪੁਰ, ਸੁਲਤਾਨਪੁਰ, ਕੀਰਤਪੁਰ, ਸਿਆਲਕੋਟ, ਮਿਠਨਕੋਟ, ਲਾਹੌਰ, ਪੱਖੋ, ਰੰਧਾਵੇ ਦੇ ਕੰਢੇ। ਫਿਰ ਕਰਤਾਰਪੁਰ ਨਗਰ ਦੀ ਨੀਂਹ ਰੱਖੀ ਸੰਮਤ 1565। ਦੂਜੀ ਦਾ ਅਸੀਂ ਦੱਖਣ ਦੇਸ਼ ਆਇਆ ਸੰਮਤ 1567 ਤੋਂ 1571। ਕਰਤਾਰਪੁਰ ਤੋਂ ਸਰਸਾ, ਬੀਕਾਨੇਰ, ਬਿੰਦੀਆਚਲ, ਦੱਖਣ ਦੇਸ਼ ਰਮੇਸ਼ਰ, ਸੰਗਲਾਦੀਪ, ਕਜਲੀਬਨ, ਬਹਾਵਲਪੁਰ, ਉੱਚ ਪੀਰਾਂ ਦੇ ਪਾਸ ਇਹ ਸੁਲਤਾਨਪੁਰ। ਤੀਜੀ ਦਾਸੀ ਜਿਹੜੀ ਉੱਤਰ ਦੇਸ਼ ਆਇਆ ਸੰਮਤ 1573 ਤੋਂ 1575। ਕਰਤਾਰਪੁਰ ਜੰਮੂ, ਸ੍ਰੀਨਗਰ, ਮਟਨ ਸਾਹਿਬ, ਬਦਰੀਨਾਥ, ਸਪਤ ਸਿੰਘ, ਸੁਮੇਰਪੁਰ, ਨੇਪਾਲ, ਸਿੱਕਮ, ਭੂਟਾਨ, ਤਿੱਬਤ, ਵਾਪਸ ਜੰਮੂ ਔਰ ਜਸਰੋਟੇ, ਮਾਧੋਪੁਰ, ਪਠਾਨਕੋਟ, ਗੁਰਦਾਸਪੁਰ, ਸੁਲਤਾਨਪੁਰ, ਕਰਤਾਰਪੁਰ। ਚੌਥੀ ਉਦਾਸੀ ਪੱਛਮ ਦੇ ਸੰਮਤ 1575 ਤੋਂ 1579। ਕਰਤਾਰਪੁਰ, ਤਲਵੰਡੀ, ਕਟਾਸਰਾਜ, ਰੋਹਤਾਸ, ਟਿੱਲਾ, ਬਾਲਕੁੰਦਾਈ, ਡੇਰਾ ਸਮਾਇਲ ਖਾਂ, ਡੇਰਾ ਗਾਜੀ ਖਾਂ, ਜਾਮਪੁਰ, ਨਸ਼ਹਿਰਾ, ਰਾਜਨਪੁਰ, ਬਿਠਨਕੋਟ, ਸੱਖਰ, ਪਖਰ, ਰੋੜੀ, ਸਾਧਵੇਲਾ, ਪੜਾਂ, ਲੜਕਾਣਾ, ਅਮਰਕੋਟ, ਹੈਦਰਾਬਾਦ, ਸਿੰਧ, ਉਡਿਆਰੇ, ਠੱਟਾ, ਰਾਜਕਾਟ, ਕਰਾਚੀ, ਮੱਕੇ ਮਦੀਨੇ, ਬਗਦਾਦ, ਤਹਿਰਾਨ, ਤਾਸ਼ਕੰਦ, ਬੁਖਾਰਾ ਆ ਤੋਂ ਕਾਬਲ, ਖੈਬਰ ਰਸਤੇ ਤੋਂ ਪੇਸ਼ਾਵਰ, ਹਸਨਬਦਾਲ, ਪੰਜਾ ਸਾਹਿਬ, ਸਿਆਲਕੋਟ, ਸੈਦਪੁਰ, ਨਿਮਨਾਬਾਦ, ਪਸੂਰੂ ਰਸਤੇ, ਫਿਰ ਕਰਤਾਰਪੁਰ। ਗੁਰੂ ਮਹਾਰਾਜ ਯਾਦਗਾਰੀ ਸਥਾਨ ਹਾਂਜੀ ਜਿਨ੍ਹਾਂ ਸਥਾਨਾਂ ਉੱਗੇ ਸਥਾਨ ਨਗਰਾਂ ਸ਼ਹਿਰਾਂ ਬਿਨਾਂ ਹੋਰ ਬੇਅੰਤ ਨਗਰ, ਗ੍ਰਾਮ, ਸ਼ਹਿਰ ਹਾਂਜੀ ਅਸਥਾਨ ਹੈਗੇ ਜਿੱਥੇ ਗੁਰੂ ਮਹਾਰਾਜ ਨੇ ਲਕਾਈ ਨੂੰ ਸੋਧਣ ਲਈ ਚਰਨ ਪਾਏ, ਜਿਵੇਂ ਕਿ ਹਬਸ਼ ਦੇਸ਼, ਐਬੇਸੀਨੀਆ, ਮਿਸਰ, ਚੀਨ ਵਿੱਚ ਆਪ ਦੀ ਯਾਤਰਾ ਦੀਆਂ ਨਿਸ਼ਾਨੀਆਂ ਯਾਦਗਾਰ ਰੱਖੀਆਂ ਨੇ। ਇਹਨਾਂ ਤੋਂ ਬਿਨਾਂ ਹੋਰ ਵੀ ਕਈ ਸਥਾਨ ਹੋਣਗੇ ਜਿੱਥੇ ਇਤਿਹਾਸਕਾਰ ਪੜ੍ਹਨ ਸੁਣਨ ਵਿੱਚ ਨਹੀਂ ਆ ਸਕੇ। ਇਤਿਹਾਸਕਾਰ ਕੇਵਲ ਇਹ ਸਥਾਨ ਲਿਖ ਸਕੇ ਜਿੱਥੇ ਗੁਰੂ ਸਾਹਿਬ ਦੀ ਯਾਦ ਵਜੋਂ ਕੋਈ ਯਾਦਗਾਰ ਕਾਇਮ ਔਰ ਯਾਦਗਾਰ ਵੀ ਉੱਥੇ ਕਾਇਮ ਹੋ ਸਕੀ ਹੋਏਗੀ ਜਿੱਥੇ ਗੁਰੂ ਜੀ ਦਾ ਨਵਾਜਿਆ ਕੋਈ ਜਦੋਂ ਕੋਈ ਅਤੀ ਸ਼ਰਧਾਲੂ ਪ੍ਰੇਮੀ ਸਿੱਖ ਰਹਿੰਦਾ ਹੋਏਗਾ। ਔਰ ਕਈ ਯਾਦਗਾਰ ਐਸੀਆਂ ਵੀ ਆ ਜਿਹੜੀਆਂ ਕਾਇਮ ਤਾਂ ਹਨ ਪਰ ਕਿਸੇ ਇਤਿਹਾਸਕਾਰ ਦੇ ਨੋਟਿਸ 'ਚ ਨਹੀਂ ਆ ਸਕੀਆਂ। ਜਿਵੇਂ ਰਾਵੀ ਦੇ ਸੱਜੇ ਕਿਨਾਰੇ ਪਿੰਡ ਸੌੜੀਆਂ ਆ, ਤਹਿਸੀਲ ਅਜਨਾਲਾ ਵਿੱਚ ਗੁਰੂ ਮਹਾਰਾਜ ਨਾਮ ਦੀ ਇੱਕ ਬੋਲੀ ਪ੍ਰਸਿੱਧ ਹੈ ਪਰ ਕਿਸੇ ਲਿਖਤ ਵੀ ਦੇਖਣੀ ਨਹੀਂ ਆਈ। ਇਹਦਾ ਪਤਾ ਕੇਵਲ ਸਥਾਨਕ ਲੋਕਾਂ ਨੂੰ। ਪਿੰਡ ਭੀਲੋਵਾਲ, ਇੱਥੇ ਇੱਕ ਫਕੀਰ ਨਾਲ ਚਰਚਾ ਹੋਈ ਹੈ, ਸੱਚਾ ਦਿਖਾਇਆ ਹਾਂਜੀ ਅਤੇ ਇੱਥੇ ਆਪ ਜਿਹਦੇ ਨਾਂ 'ਤੇ ਧਰਮਸ਼ਾਲਾ ਬਣੀ ਹੈ। ਅਤੇ ਮਹਾਰਾਜ ਦੇ ਜੀਵਨ ਦੇ ਇਹ ਇਸ ਤਰ੍ਹਾਂ 4 ਭਾਗ ਆ। ਸਮੁੱਚੇ ਹਿੰਦੂ ਮੱਤ ਦੀ ਉਮਰ ਜਿਹੜੀ ਹੈ ਉਹ 4 ਦਰਜੇ ਹੈ। ਬ੍ਰਹਮਚਰਜ, ਗ੍ਰਹਿਸਥ, ਬਾਣਪ੍ਰਸਥ, ਸੰਨਿਆਸ।
ਇਉਂ ਜੀਵਨ ਬਤੀਤ ਕਰਨਾ ਸਫਲਾ ਦੱਸਿਆ। ਇਹਨਾਂ ਨਿਯਮਾਂ ਦਾ ਪਾਲਣ ਕਰਨਾ ਆਮ ਜਨਤਾ ਲਈ ਬੜਾ ਅਸੰਭਵ ਹੈ। ਇਹ ਕਾਰਨ ਮਹਾਰਾਜ ਨੇ ਆਪਣੇ ਜੀਵਨ ਪੂਰਨੇ ਪਾ ਕੇ ਸਾਰੇ ਜੀਵਨ ਨੂੰ ਦੱਸਿਆ। ਪਹਿਲਾਂ ਵਿਦਿਆ ਪੜ੍ਹੀਏ, ਫਿਰ ਗ੍ਰਸਤੀ, ਫਿਰ ਲੋਕ ਭਲਾਈ, ਸੱਚ ਪ੍ਰਚਾਰ, ਫਿਰ ਗ੍ਰਸਤੋਂ ਉਦਾਸ ਰਹਿ ਕੇ ਦਸਮ ਕਿਰਤ ਕਰਕੇ ਪਰਿਵਾਰ ਦਾ ਨਿਰਵਾਹ, ਵੰਡ ਛਕਣ ਦੇ ਪੂਰਨੇ ਪਾ ਕੇ ਦੱਸੇ। ਪਹਿਲਾਂ ਸੰਮਤ 1526 ਤੋਂ 1532 ਤੱਕ ਵਿਦਿਆ ਦਾ, ਫਿਰ ਦੂਜਾ ਸੰਮਤ 1532 ਤੋਂ 1542 ਤੱਕ ਘਰ ਦੇ ਜੀ ਰਲੇ ਮਿਲੇ ਸਾਰੇ ਕਾਰਜ, ਫਿਰ ਤੀਜਾ ਸੰਮਤ 1542 ਤੋਂ 1554 ਤੱਕ ਗ੍ਰਸਤੀ ਜੀਵਨ ਮੋਦੀਖਾਨੇ ਦੀ ਕਾਰ ਕੀਤੀ। ਚੌਥਾ ਸੰਮਤ 1554 ਤੋਂ 1579 ਤੱਕ ਸੱਚ ਦਾ ਪ੍ਰਚਾਰ। ਫਿਰ ਪੰਜਵਾਂ ਸੰਮਤ 1580 ਤੋਂ 1596 ਵਿੱਚ ਪਰਿਵਾਰ ਵਿੱਚ ਰਹਿ ਕੇ ਦਸਾਂ ਨੂੰ ਕਿਰਤ ਕਰਕੇ ਨਿਰਵਾਹ ਕੀਤਾ, ਵੰਡ ਕੇ ਛਕਿਆ। ਇਹ ਫਰਮਾਇਆ ਕਾਲ ਖਾਏ ਕੇ ਛੱਥੋਂ ਦੇ ਨਾਨਕ ਰਾਹ ਪਛਾਣੇ ਸੇ। ਜਿਹੜਾ ਧਰਮ ਦੀ ਕਮਾਈ ਕਰਕੇ ਨਿਰਵਾਹ ਕਰਦਾ ਹੈ ਔਰ ਕਿਸੇ ਲੋੜਵੰਦ ਨੂੰ ਕੋਈ ਦਿੰਦਾ ਹੈ, ਉਹੀ ਸੱਚੇ ਮਾਰਗ ਨੂੰ ਜਾਣ ਪਛਾਣ ਸਕਦਾ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਬਿਉਰਾ ਵੀ ਇਸ ਤਰ੍ਹਾਂ ਹੈ। ਪਹਿਲਾ ਜਪਜੀ ਸਾਹਿਬ 38 ਪੌੜੀਆਂ 2 ਸਲੋਕ। ਦੂਜਾ ਸ੍ਰੀ ਰਾਗ 33 ਸ਼ਬਦ 17 ਅਸ਼ਟਪਦੀਆਂ 2 ਪਹਿਰੇ 1 ਸ਼ਬਦ ਘਰ। ਤੀਜਾ ਮਾਝ ਰਾਗ 'ਚ 1 ਅਸ਼ਟਪਦੀ 1 ਵਾਰ 27 ਪੌੜੀਆਂ। ਚੌਥਾ ਰਾਗ ਗੋੜੀ 20 ਸ਼ਬਦ 18 ਅਸ਼ਟਪਦੀਆਂ 2 ਛੰਦ। ਪੰਜਵਾਂ ਆਸਾ 40 ਸ਼ਬਦ 1 ਵਾਰ ਤੇ 21 ਸਲੋਕ ਤੇ 24 ਪੌੜੀਆਂ 22 ਅਸ਼ਟਪਦੀਆਂ 1 ਪੱਟੀ 35 ਪੌੜੀਆਂ। ਛੇਵਾਂ ਗੁਜਰੀ 2 ਸ਼ਬਦ 5 ਅਲਾਣੇ ਤੇ ਸੱਤਵਾਂ ਬਡਹੰਸ 3 ਸ਼ਬਦ 5 ਅਲਾਣੇ। ਅੱਠਵਾਂ ਸੋਠ 12 ਸ਼ਬਦ 4 ਅਸ਼ਟਪਦੀਆਂ। ਨੌਵਾਂ ਤਨਾਸਰੀ ਤੇ 9 ਸ਼ਬਦ 2 ਅਸ਼ਟਪਦੀਆਂ 3 ਛੰਦ। 10ਵਾਂ ਤਲੰਗ 'ਚ 5 ਸ਼ਬਦ 2 ਅਸ਼ਟਪਦੀਆਂ। 11 ਸੂਹੀ 'ਚ 9 ਸ਼ਬਦ 5 ਅਸ਼ਟਪਦੀਆਂ 1 ਕਚੱਜੀ ਸੁਚੱਜੀ 1 ਤੇ 5 ਛੰਦ। 12 ਬਲਾਵਲ 'ਚ 4 ਸ਼ਬਦ 2 ਅਸ਼ਟਪਦੀਆਂ 2 ਛੰਦ। 13 ਰਾਮਕਲੀ 'ਚ 11 ਸ਼ਬਦ 9 ਅਸ਼ਟਪਦੀਆਂ ਦੱਖਣੀ ਓਂਕਾਰ 54 ਪੌੜੀਆਂ ਸਿੱਧ ਗੁਟ 73 ਪੌੜੀਆਂ। 14ਵਾਂ ਮਾਰੂ 'ਚ 12 ਸ਼ਬਦ 8 ਅਸ਼ਟਪਦੀਆਂ 3 ਕਾਫੀਆਂ 22 ਸੋਹਲੇ। 15 ਤਖਾਰੀ 'ਚ 12 ਮਹਾਂ 16 ਪੌੜੀਆਂ 5 ਸ਼ਬਦ ਤੇ 16ਵਾਂ ਭੈਰੋਂ 'ਚ 8 ਸ਼ਬਦ 1 ਅਸ਼ਟਪਦੀ। 17ਵਾਂ ਬਸੰਤ 'ਚ 11 ਸ਼ਬਦ 8 ਅਸ਼ਟਪਦੀਆਂ। 18ਵਾਂ ਸਾਰੰਗ 'ਚ 3 ਸ਼ਬਦ 2 ਅਸ਼ਟਪਦੀਆਂ। 19ਵਾਂ ਮਲਾਰ 'ਚ 9 ਸ਼ਬਦ 1 ਵਾਰ 28 ਪੌੜੀਆਂ। 20ਵਾਂ ਪ੍ਰਭਾਤੀ 17 ਸ਼ਬਦ 7 ਅਸ਼ਟਪਦੀਆਂ। 21ਵਾਂ 4 ਸਲੋਕ ਸਹਿਜ ਸਕੀਰਤੀ। 22ਵਾਂ ਸਲੋਕ 12 ਤੇ ਵਧੀਕ ਆਪਣੇ 33 ਸਲੋਕ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ 'ਚੋਂ ਹੇਠ ਲਿਖੇ। ਹਾਂਜੀ, 11 ਰਾਗਾਂ ਵਿੱਚ ਆਪ ਜੀ ਦੀ ਰਚਨਾ ਦਾ ਕੋਈ ਸ਼ਬਦ ਸਲੋਕ ਨਹੀਂ। 1 ਦੇਵਗੰਧਾਰੀ, ਦੂਜਾ ਬਿਹਾਗੜਾ, ਤੀਜਾ ਜੈਸਰੀ, ਚੌਥਾ ਟੋਡੀ, 5ਵਾਂ ਬਰਾੜੀ, 6ਵਾਂ ਗੋਂਡ, 7ਵਾਂ ਨਟਨੈਣ, 8ਵਾਂ ਮਾਲੀਗੋੜਾ, 9ਵਾਂ ਕਦਾਰਾ, 10ਵਾਂ ਕਾਨੜਾ, 11ਵਾਂ ਕਲਿਆਣ। ਆਪ ਜੀ ਦੇ ਮੁਲਕ ਦੇ ਬਾਦਸ਼ਾਹ ਕੌਣ ਕੌਣ ਸੀ? 1 ਬਹਿਲੋਲ ਖਾਂ ਲੋਧੀ ਸੰਮਤ 1546 ਤੇ। ਦੂਜਾ ਸਿਕੰਦਰ ਸ਼ਾਹ ਲੋਧੀ ਸੰਮਤ 1546 ਤੋਂ 1574 ਤੱਕ। ਤੀਜਾ ਇਬਰਾਹਿਮ ਲੋਧੀ 1574 ਤੋਂ 1583 ਤੱਕ। ਚੌਥਾ ਬਾਬਰ ਮੁਗਲ ਸੰਮਤ 1583 ਤੋਂ 1587 ਤੱਕ। ਪੰਜਵਾਂ ਹਮਾਯੂ ਮੁਗਲ ਸੰਮਤ 1587 1597 ਤੱਕ। ਇਹ ਸਤਿਗੁਰੂ ਸੱਚੇ ਪਾਤਸ਼ਾਹ ਦਾ ਇਤਿਹਾਸ ਤਾਂ ਬੇਅੰਤੋਂ ਬੇਅੰਤ ਹੈ, ਪਰ ਸੰਖੇਪ ਵਿੱਚ ਹੀ ਸਾਰਾ ਹੈ, ਕਿਉਂਕਿ ਉਹਨਾਂ ਦੀ ਮਹਿਮਾ ਕੌਣ ਵਰਣਨ ਕਰ ਸਕਦਾ ਹੈ। ਉਹ ਆਪਣੀ ਮਹਿਮਾ ਨੂੰ ਆਪੇ ਜਾਣਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।